हाँ जी, गुड मॉर्निंग सर जी। गुड मॉर्निंग जी, गुड मॉर्निंग, गुड मॉर्निंग, गुड मॉर्निंग सर। गुड मॉर्निंग। Good morning everybody. Let us start. ਅਸੀਂ ਕੱਲ ਡਿਸਕਸ ਕੀਤਾ ਸੀਗਾ ਨੈਫਸੀਲਰ ਐਗਜ਼ਾਮੀਨੇਸ਼ਨ ਪੇਪਰ 1 ਸਟੈਂਡਿੰਗ ਆਰਡਰ ਨੰਬਰ 3 ਤੇ ਕੱਲ ਅਸੀਂ ਪੜ੍ਹਿਆ ਸੀਗਾ ਸੈਕਸ਼ਨ ਆਰਡਰ ਲਗਭਗ 20 ਦੇ ਕਰੀਬ ਤੇ ਅੱਜ ਅਸੀਂ ਪਹਿਲਾਂ ਰਿਵਿਊ ਕਰਾਂਗੇ ਜੋ ਕੱਲ ਪੜ੍ਹਿਆ ਸੀਗਾ ਦੈਨ ਵੀ ਵਿਲ ਪ੍ਰੋਸੀਡ ਫਰਦਰ। ਕੱਲ ਕਿੰਨੇ ਤੋਂ ਸਟਾਰਟ ਕੀਤਾ ਸੀ ਸਰ? ਮੈਂ ਕਲਾਸ ਨਹੀਂ ਕਰ ਸਕਿਆ। ਕੱਲ ਅਸੀਂ ਸਟੈਂਡਿੰਗ ਆਰਡਰ ਨੰਬਰ 3 ਰੂਲ ਨੰਬਰ 1 ਸਟੈਂਡਿੰਗ ਆਰਡਰ ਨੰਬਰ 3 ਪੇਪਰ 1 ਸਟੈਂਡਿੰਗ ਆਰਡਰ ਨੰਬਰ 3 ਕੱਲ ਅਸੀਂ ਉਸ ਤੋਂ ਪੜ੍ਹੇ ਸੀਗੇ ਤੇ ਅੱਜ ਥੋੜਾ ਜਿਹਾ ਅਸੀਂ 5 ਮਿੰਟ ਲਈ ਰਿਵਿਊ ਕਰਾਂਗੇ ਦੈਨ ਵੀ ਵਿਲ ਪ੍ਰੋਸੀਡ ਫਰਦਰ। ਹਾਂਜੀ, ਅਸੀਂ ਪੜ੍ਹਿਆ ਸੀਗਾ ਰੈਵਨਿਊ ਆਫੀਸਰਸ ਐਂਡ ਰੈਵਨਿਊ ਕੋਰਟ ਡਿਸਟਿੰਗੁਇਸ਼ ਵੀ ਦੋਨਾਂ 'ਚ ਕੀ ਡਿਫਰੈਂਸ ਹੈਗਾ। ਸਿੰਪਲ ਜਿਹਾ ਫਰਕ ਹੈਗਾ, ਕੋਈ ਫਰਕ ਨਹੀਂ ਜ਼ਿਆਦਾ। ਜਦੋਂ ਤੁਸੀਂ ਕੰਮ ਕਰਦੇ ਹੋ ਐਜ਼ ਐਗਜ਼ੈਕਟਿਵ ਪਾਵਰਸ ਯੂਜ਼ ਕਰਦੇ ਹੋ ਦੈਨ ਜੀ ਆਰ ਰੈਵਨਿਊ ਆਫੀਸਰਸ। ਜਦੋਂ ਤੁਸੀਂ ਐਜ਼ ਏ ਕੋਰਟ ਕੰਮ ਕਰਦੇ ਹੋ ਵਿਦ ਦਾ ਪਾਵਰਸ ਆਫ ਸਿਵਲ CPC ਵਿਦ ਦਾ ਪਾਵਰਸ ਆਫ ਹਾਈ ਕੋਰਟ ਆਰਡਰਸ ਰੂਲਸ, ਠੀਕ ਹੈ, ਵਿਦ ਦਾ ਜਿਹੜੇ ਹੋਰ ਵੀ ਕੋਈ ਰੂਲਸ ਬਣੇ ਹੋਏ ਹੈਗੇ ਆ, ਜਦੋਂ ਤੁਸੀਂ ਉਹਨਾਂ ਦੇ ਅਧੀਨ ਕੰਮ ਕਰਦੇ ਹੋ ਦੈਨ ਯੂ ਆਰ ਦਾ ਰੈਵਨਿਊ ਕੋਰਟ। ਠੀਕ ਹੈ, ਰੈਵਨਿਊ ਕੋਰਟ ਦੀਆਂ ਕਲਾਸਿਸ ਕਿਹੜੀਆਂ ਕਿਹੜੀਆਂ ਹੁੰਦੀਆਂ ਨੇ? ਜਿਵੇਂ ਕਿ ਰੈਵਨਿਊ ਆਫੀਸਰ ਦੀਆਂ ਕਲਾਸਿਸ ਹੈਗੀਆਂ ਨੇ, ਲੈਂਡ ਰੈਵਨਿਊ ਐਕਟ ਦੀ ਸੈਕਸ਼ਨ 6 ਹੈਗੀ ਹੈ। ਲੈਂਡ ਰੈਵਨਿਊ ਐਕਟ ਦੀ ਸੈਕਸ਼ਨ 6 ਦੇ ਵਿੱਚ ਤੁਸੀਂ ਪੜ੍ਹਿਆ ਸੀਗਾ ਅਸਿਸਟੈਂਟ ਕਲੈਕਟਰ ਸੈਕੰਡ ਗ੍ਰੇਡ, ਜਿਵੇਂ ਕਿ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਹੁੰਦੇ ਨੇ। ਫਿਰ ਪੜ੍ਹਿਆ ਸੀਗਾ ਤੁਸੀਂ ਅਸਿਸਟੈਂਟ ਕਲੈਕਟਰ ਫਸਟ ਗ੍ਰੇਡ। ਕੁਝ ਕੇਸਿਸ ਦੇ ਵਿੱਚ SDM ਨੂੰ ਪਾਵਰ ਦਿੱਤੀਆਂ ਹੁੰਦੀਆਂ ਨੇ AC ਫਸਟ ਗ੍ਰੇਡ ਦੀਆਂ। ਕੁਝ ਕੇਸਿਸ ਦੇ ਵਿੱਚ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਨੂੰ, ਜਿਵੇਂ ਕਿ ਪਾਰਟੀਸ਼ਨ ਦੇ ਕੇਸਿਸ ਹੁੰਦੇ ਨੇ, ਇਹਦੇ ਵਿੱਚ ਨਾਇਬ ਤਹਿਸੀਲਦਾਰ ਤੇ ਤਹਿਸੀਲਦਾਰ ਨੂੰ AC ਫਸਟ ਗ੍ਰੇਡ ਦੀਆਂ ਪਾਵਰ ਦਿੱਤੀਆਂ ਹੁੰਦੀਆਂ ਨੇ। ਦੈਨ ਆ ਜਾਂਦਾ ਕਲੈਕਟਰ, ਕਲੈਕਟਰ ਤੋਂ ਬਾਅਦ ਆ ਜਾਂਦੇ ਨੇ ਜੀ ਕਮਿਸ਼ਨਰ, ਕਮਿਸ਼ਨਰ ਤੋਂ ਬਾਅਦ ਅੱਗੇ ਫਾਈਨੈਂਸ਼ੀਅਲ ਕਮਿਸ਼ਨਰ ਰੈਵਨਿਊ। ਥੀਸ ਆਰ ਦਾ ਕਲਾਸਿਸ ਆਫ ਦਾ ਰੈਵਨਿਊ ਆਫੀਸਰਸ। ਇਹੀ ਕਲਾਸਿਸ ਜਿਹੜੀਆਂ ਸਾਡੀਆਂ ਹੈਗੀਆਂ ਰੈਵਨਿਊ ਕੋਰਟ ਦੀਆਂ ਹੁੰਦੀਆਂ ਨੇ। ਠੀਕ ਹੈ ਜੀ, ਸੇਮ ਗ੍ਰੇਡ ਹੁੰਦਾ ਹੈ। ਰੈਵਨਿਊ ਐਂਡ ਸਿਵਲ ਕੋਡ ਜਿਹੜੀ ਹੁੰਦੀ ਹੈ ਉਹਦੇ ਜਿਹੜਾ ਡਿਫਰੈਂਸ ਦੱਸਿਆ ਗਿਆ ਹੈਗਾ ਉਹ ਤੁਹਾਡਾ ਲੈਂਡ ਐਡਮਿਨਿਸਟ੍ਰੇਸ਼ਨ ਜਿਹੜਾ ਮੈਨੂਅਲ ਹੈਗਾ ਉਹਦੇ 792 ਜਿਹੜੇ ਹੈਗੇ ਪੈਰਾ ਹੈਗਾ 792 ਤੋਂ ਲੈ ਕੇ 810 ਤੱਕ, ਉੱਥੇ ਦੋਨੇ ਕੋਰਟਾਂ ਦਾ ਆਪਸੀ ਡਿਫਰੈਂਸ ਦੱਸਿਆ ਗਿਆ ਹੈਗਾ। ਦੈਨ ਅਸੀਂ ਪੜ੍ਹਿਆ ਸੀਗਾ ਪ੍ਰੋਸੀਜਰ ਆਫ ਦਾ ਰੈਵਨਿਊ ਆਫੀਸਰ। ਰੈਵਨਿਊ ਆਫੀਸਰ ਨੇ ਕੀ ਪ੍ਰੋਸੀਜਰ ਅਡਾਪਟ ਕਰਨਾ ਹੁੰਦਾ? ਕੋਈ ਕੰਮ ਕਰਦਾ ਹੈ ਤਾਂ ਬਿਜ਼ਨਸ ਕਰਨਾ, ਕੋਈ ਵਰਕ ਕਰਨਾ ਹੈਗਾ ਰੈਵਨਿਊ ਦੇ ਉੱਪਰ, ਤਾਂ ਕੀ ਜਿਹੜਾ ਪ੍ਰੋਸੀਜਰ ਹੈਗਾ ਰੈਵਨਿਊ ਆਫੀਸਰ ਵੱਲੋਂ ਅਡਾਪਟ ਕੀਤਾ ਜਾਂਦਾ ਹੈ। ਅਸੀਂ ਲੈਂਡ ਰੈਵਨਿਊ ਐਕਟ ਦੇ ਸੈਕਸ਼ਨ 34 ਤੋਂ ਅੱਗੇ ਪੜ੍ਹੇ ਸੀ, 34 ਤੋਂ 44 ਤੱਕ ਆਉਂਦੇ ਹੈਗੇ ਆ, ਜਿਹਦੇ ਵਿੱਚ ਸਾਰਾ ਪ੍ਰੋਸੀਜਰ ਹੈ ਜਦੋਂ ਪਟੌਰੀ ਹਲਕਾ ਵਾਲੇ ਕੋਈ ਵਿਅਕਤੀ ਨੇ ਕੋਈ ਆਪਦਾ ਕੋਈ ਜਿਹੜਾ ਰਾਈਟਸ ਹੈਗੇ ਕਲੇਮ ਹੈ ਕੋਈ ਕਰਕੇ ਪ੍ਰਾਪਤ ਕੀਤਾ ਹੋਵੇ, ਉਹ ਪਟੌਰੀ ਹਲਕਾ ਕੋਲ ਜਾ ਕੇ ਰਿਪੋਰਟ ਕਰਦਾ ਹੈ। ਕੋਈ ਵਿਰਾਸਤ ਦਾ ਇੰਤਕਾਲ ਦਰਜ ਕਰਵਾਉਣਾ ਹੈ, ਕੋਈ ਪਾਰਟੀਸ਼ਨ ਦਾ ਇੰਤਕਾਲ ਦਰਜ ਕਰਵਾਉਣਾ ਹੈ, ਕੋਈ ਤਬਾਦਲੇ ਦਾ, ਕੋਈ ਸੇਲ ਡੀਡ ਕਰਾਉਣੀ ਹੈ, ਕੋਈ ਮੌਰਗੇਜ ਦਾ, ਰਹਿਣੇ ਦਾ, ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਉਹਨੇ ਕੋਈ ਰਾਈਟਸ ਕਲੇਮ ਕੀਤੇ ਨੇ, ਠੀਕ ਹੈ, ਉਹਦੀ ਜਿਹੜੀ ਇਨਫੋਰਮੇਸ਼ਨ ਹੈ ਕੰਸਰਨ ਪਟੌਰੀ ਹਲਕਾ ਕੋਲ ਜਾ ਕੇ ਦਿੰਦਾ ਹੈਗਾ ਤੇ ਪਟੌਰੀ ਹਲਕਾ ਉਸਦੀ ਜਿਹੜੀ ਰਿਪੋਰਟ ਹੈਗੀ ਆ ਉਹਦੀ ਐਪਲੀਕੇਸ਼ਨ ਹੈਗੀ ਹੈ, ਐਪਲੀਕੇਸ਼ਨ ਦੇ ਆਧਾਰ ਤੇ ਜਾਂ ਫਿਰ ਉਹਦੇ ਵੱਲੋਂ ਕੋਈ ਹਲਕਾ ਬਿਆਨ ਦਿੱਤਾ ਹੈ ਹੁੰਦਾ ਉਹਦੇ ਆਧਾਰ ਤੇ ਜਿਹੜੀ ਉਹਦੀ ਇਨਫੋਰਮੇਸ਼ਨ ਦੇ ਜਿਹੜੀ ਰਿਕਾਰਡ ਦੀ ਐਂਟਰੀ, ਉਹਦੀ ਇਨਫੋਰਮੇਸ਼ਨ ਦੇ ਆਧਾਰ ਤੇ ਰਿਕਾਰਡ ਦੀ ਐਂਟਰੀ ਕਰਦਾ ਹੈ, ਇੰਤਕਾਲ ਦਰਜ ਕਰਦਾ ਹੈ, ਜੋ ਵੀ ਕਰਨ ਵਾਲਾ ਹੁੰਦਾ ਉਹ ਕਰਦਾ ਹੈਗਾ। ਦੈਨ ਕਾਨੂੰਗੋ ਹਲਕਾ ਉਹਨੂੰ ਵੈਰੀਫਾਈ ਕਰਦਾ। ਫਿਰ ਰੈਵਨਿਊ ਆਫੀਸਰ ਕੀ ਹੈਗਾ? ਰੈਵਨਿਊ ਆਫੀਸਰ ਦਾ ਪ੍ਰੋਸੈਸ ਦੀ ਗੱਲ ਕਰ ਰਹੇ ਹਾਂ ਅਸੀਂ ਵੀ ਉਹਨੇ ਕੀ ਪ੍ਰੋਸੈਸ ਅਡਾਪਟ ਕਰਨਾ ਹੁੰਦਾ ਹੈ। ਰੈਵਨਿਊ ਆਫੀਸਰਸ ਕੰਸਰਨਡ ਪਾਰਟੀਆਂ ਨੂੰ ਕਾਲ ਕਰੇਗਾ, ਕੰਸਰਨਡ ਪਾਰਟੀਆਂ ਨੂੰ ਸੁਣੇਗਾ, ਮੌਕਾ ਦੇਵੇਗਾ ਸੁਣਨ ਦਾ, ਠੀਕ ਹੈ। ਇੱਕ ਪੇਸ਼ੀ ਤੇ ਨਹੀਂ ਸੁਣੇਗਾ ਤਾਂ ਦੂਜੀ ਪੇਸ਼ੀ ਤੇ ਵੀ ਉਹਨਾਂ ਨੂੰ ਫਿਰ ਦੁਬਾਰਾ ਸੁਣਿਆ ਜਾਵੇਗਾ। ਸ਼ਾਰਟ ਦੇ ਵਿੱਚ, ਬਰੀਫ ਦੇ ਵਿੱਚ ਉਹਨਾਂ ਦੀ ਜਿਹੜੀ ਸਟੇਟਮੈਂਟ ਲਈ ਜਾਵੇਗੀ, ਰਿਕਾਰਡ ਵੀ ਕੀਤੀ ਜਾਵੇਗੀ, ਓਰਲ ਵੀ ਹੋ ਸਕਦੀ ਹੈ, ਰਿਟਨ ਵੀ ਹੋ ਸਕਦੀ ਹੈ। ਤੇ ਰੈਵਨਿਊ ਆਫੀਸਰ ਨੂੰ ਜੋ ਲੱਗਿਆ ਹੈਗਾ, ਜੋ ਵੀ ਉਸਦੀ ਜਿਹੜੀ ਉਹਨਾਂ ਦੀ ਸਟੇਟਮੈਂਟ ਹੈਗੀ ਹੈ ਸ਼ਾਰਟ 'ਚ ਲੈਣ ਤੋਂ ਬਾਅਦ, ਠੀਕ ਹੈ, ਰੈਵਨਿਊ ਆਫੀਸਰ ਨੇ ਬਰੀਫ ਦੇ ਵਿੱਚ ਜਿਹੜਾ ਆਰਡਰ ਹੈਗਾ ਪਾਸ ਕਰਨਾ ਹੁੰਦਾ ਹੈ। ਕੀ ਆਰਡਰ ਪਾਸ ਕੀਤਾ ਜਾ ਰਿਹਾ ਹੈ, ਕਿਉਂ ਕੀਤਾ ਜਾ ਰਿਹਾ ਹੈ, ਕਿਸ ਪਾਰਟੀ ਦੇ ਖਿਲਾਫ ਕੀਤਾ ਜਾ ਰਿਹਾ ਹੈ, ਕਿਸ ਪਾਰਟੀ ਦੇ ਹੱਕ ਦੇ ਵਿੱਚ ਕੀਤਾ ਜਾ ਰਿਹਾ ਹੈ, ਇੰਤਕਾਲ ਨੂੰ ਮਨਜ਼ੂਰ ਕੀਤਾ ਜਾ ਰਿਹਾ ਹੈ, ਇੰਤਕਾਲ ਨੂੰ ਨਾਮਨਜ਼ੂਰ ਕੀਤਾ ਜਾ ਰਿਹਾ ਹੈ, ਉਹਦੇ ਰੀਜ਼ਨਸ ਦੇ ਹੈਵ ਟੂ ਫੋਲੋ, ਮਤਲਬ ਕਿ ਰੀਜ਼ਨ ਜਿਹੜੇ ਹੈਗੇ ਆ ਆਪਣੇ ਆਰਡਰ ਦੇ ਵਿੱਚ ਸਪੈਸੀਫਾਈ ਕਰਨੇ ਹੁੰਦੇ ਆ। ਠੀਕ ਹੈ ਜੀ, ਜੇ ਇਸੇ ਤਰ੍ਹਾਂ ਹੀ ਕੋਈ ਬਰੀਫ ਮੈਮੋਰੰਡਮ ਜਾਰੀ ਕਰਨਾ ਹੁੰਦਾ ਹੈ, ਆਰਡਰ ਜਾਰੀ ਕਰਨਾ ਹੁੰਦਾ ਹੈ, ਵਿਟਨਸ
ਵਿਟਨੈਸ ਨੂੰ ਕਿਸੇ ਨੂੰ ਜਿਹੜਾ ਹੈਗਾ ਸੁਣਨਾ ਹੁੰਦਾ ਹੈ, ਕਿਸੇ ਪਾਰਟੀ ਨੇ ਕੋਈ ਵਿਟਨੈਸ ਲਿਆਂਦਾ ਹੈ, ਕੋਈ ਗਵਾਹ ਲਿਆਂਦਾ ਆਪਦਾ ਨਾਲ, ਉਹਨੂੰ ਸੁਣਨਾ ਹੁੰਦਾ ਹੈ। ਠੀਕ ਹੈ, ਉਹ ਜਿਹੜੀ ਸਾਰੀ ਕਾਰਵਾਈ ਹੈਗੀ ਹੈ ਇੱਦਾਂ ਦੀ ਜਿਹੜੀ ਰੈਵਨਿਊ ਆਫੀਸਰ ਵੱਲੋਂ ਮਤਲਬ ਕਿ ਸ਼ਾਰਟ ਦੇ ਵਿੱਚ ਕੀਤੀ ਜਾਂਦੀ ਹੈ। ਬਾਰ-ਬਾਰ ਇਹੀ ਗੱਲ ਕਹੀ ਹੈ ਵੀ ਰੈਵਨਿਊ ਆਫੀਸਰ ਵੱਲੋਂ ਜਿੰਨੇ ਵੀ ਪ੍ਰੋਸੀਡਿੰਗ ਕੀਤੀਆਂ ਜਾਂਦੀਆਂ ਨੇ ਉਹ ਬਿਲਕੁਲ ਸ਼ਾਰਟ ਦੇ ਵਿੱਚ ਕੀਤੀਆਂ ਜਾਂਦੀਆਂ ਨੇ। ਦੈਨ ਆ ਗਿਆ ਜੀ ਮੈਮੋਰੰਡਮ। ਜੇ ਰੈਵਨਿਊ ਆਫੀਸਰ ਨੇ ਕੋਈ ਮੈਮੋਰੰਡਮ ਲਿਖਿਆ, ਮੈਮੋਰੰਡਮ ਮਤਲਬ ਕਿ ਕੋਈ ਆਰਡਰ ਲਿਖਿਆ ਹੈਗਾ, ਜੇ ਉਹਨੇ ਇੰਗਲਿਸ਼ 'ਚ ਲਿਖਿਆ ਹੈਗਾ ਰੈਵਨਿਊ ਆਫੀਸਰ ਨੇ, ਦੈਨ ਜਿਹੜੀ ਲੋਕਲ ਲੈਂਗੁਏਜ ਉੱਥੇ ਦੀ ਹੈਗੀ ਆ, ਉਸ ਏਰੀਏ ਦੀ ਜਿਹੜੀ ਭਾਸ਼ਾ ਹੈਗੀ ਆ, ਉਹਦੀ ਇੱਕ ਕਾਪੀ ਟ੍ਰਾਂਸਲੇਟ ਕਰਕੇ ਆਪਣੇ ਆਰਡਰ ਦੇ ਨਾਲ ਲਗਾਈ ਜਾਂਦੀ ਹੈ। ਫਿਰ ਆ ਗਿਆ ਜੀ ਰੂਲ ਨੰਬਰ 4। ਰੂਲ ਨੰਬਰ 4 'ਚ ਕੀ ਸੀਗਾ? ਰੂਲ ਨੰਬਰ 4 ਪ੍ਰੋਸੀਜਰ ਆਫ ਦਾ ਰੈਵਨਿਊ ਕੋਰਟ। ਰੈਵਨਿਊ ਕੋਰਟ ਨੇ ਕੀ ਪ੍ਰੋਸੀਜਰ ਆਊਟ ਕਰਨਾ ਹੈਗਾ? ਦੇਖੋ ਸਪੈਸ਼ਲ ਪਾਵਰ ਜਿਹੜਾ ਜਨਰਲ ਦੇ ਵਿੱਚ ਕੀ ਹੈਗਾ, ਰੈਵਨਿਊ ਆਫੀਸਰ ਦੀਆਂ ਰੈਵਨਿਊ ਕੋਰਟ ਨੇ ਕੀ ਪਾਵਰਸ ਹੁੰਦੀਆਂ ਨੇ, ਇਹਦੇ ਜਿਹੜੇ ਰੂਲ ਬਣਾਏ ਗਏ ਨੇ। ਜਿਹੜਾ ਟੈਨੈਂਸੀ ਐਕਟ ਦੀ ਜਿਹੜੀ ਸੈਕਸ਼ਨ 88 ਹੈਗੀ ਹੈ, ਟੈਨੈਂਸੀ ਐਕਟ ਦੀ ਸੈਕਸ਼ਨ 88 ਦਾ ਜਿਹੜਾ 1 ਪਾਰਟ ਹੈਗਾ, ਉਹਦੇ ਵਿੱਚ ਜਿਹੜੇ ਮੇਨ ਹੈਗੇ ਨੇ ਰੂਲ ਬਣਾਏ ਗਏ ਨੇ ਵੀ ਰੈਵਨਿਊ ਆਫਿਸ ਜਿਹੜੀ ਰੈਵਨਿਊ ਕੋਰਟ ਹੈ ਉਹਨੇ ਕਿਵੇਂ ਕੰਮ ਕਰਨਾ ਹੈਗਾ। ਪਰ ਇਸ ਤੋਂ ਇਲਾਵਾ ਫਿਰ ਸੀਪੀਸੀ ਆ ਜਾਂਦੀ ਹੈ, ਸੀਪੀਸੀ ਨੂੰ ਫੋਲੋ ਕਰਨਾ ਹੁੰਦਾ ਹੈ। ਠੀਕ ਹੈ, ਸੀਪੀਸੀ ਨੂੰ ਫੋਲੋ ਕਰਦਾ। ਜੇ ਕੋਈ ਪ੍ਰੋਸੀਜਰ ਸੀਪੀਸੀ ਦੇ ਵਿੱਚ ਵੀ ਫੋਲੋ ਨਹੀਂ ਕੀਤਾ ਜਾਂਦਾ ਜਾਂ ਨਹੀਂ ਹੁੰਦਾ, ਨਹੀਂ ਮਿਲਦਾ, ਕੋਈ ਹੋਰ ਜਿਹੜਾ ਜ਼ਰੂਰਤ ਪੈਂਦੀ ਹੈ, ਤਾਂ ਹਾਈ ਕੋਰਟ ਨੇ ਜਿਹੜੇ ਰੂਲਸ ਬਣਾਏ ਹੋਏ ਨੇ, ਆਪਣੇ ਹਾਈ ਕੋਰਟ ਨੇ ਰੂਲਸ ਤੇ ਆਰਡਰਸ ਬਣਾਏ ਹੋਏ ਨੇ ਸੈਕਸ਼ਨ 88 ਦੇ 2 ਦੇ ਵਿੱਚ ਦੱਸੇ ਗਏ ਨੇ, ਤਾਂ ਉਹਨਾਂ ਨੂੰ ਅਸੀਂ ਫੋਲੋ ਕਰਨਾ ਹੁੰਦਾ ਰੈਵਨਿਊ ਕੋਰਟਾਂ ਨੇ। ਜਿਵੇਂ ਕਿ ਸੀਪੀਸੀ ਦੇ ਅਧੀਨ ਸਿਵਲ ਕੋਰਟ ਨੇ ਕੰਮ ਕਰਨਾ ਹੁੰਦਾ ਹੈ, ਉੱਦਾਂ ਹੀ ਜਿਹੜੀ ਰੈਵਨਿਊ ਕੋਰਟ ਹੈਗੀ ਹੈ ਉਸਨੇ ਵੀ ਉਸੇ ਤਰੀਕੇ ਕੰਮ ਕਰਨਾ ਹੁੰਦਾ ਹੈਗਾ। ਦੈਨ ਹੈਗਾ ਸੈਕਸ਼ਨ ਰੂਲ 4A। 4A ਦੇ ਵਿੱਚ ਕੀ ਲਿਖਿਆ ਗਿਆ ਜੀ? 4A 'ਚ ਕਿਹਾ ਹੈ ਹਿਸਟਰੀ ਸ਼ੀਟ ਆਫ 1 year old case ਟੂ FCR ਥਰੂ ਕਮਿਸ਼ਨਰ। ਜਿਵੇਂ ਹਾਈ ਕੋਰਟ ਦਾ ਆਰਡਰ ਹੈਗਾ, ਹਾਈ ਕੋਰਟ ਦੇ ਰੂਲਸ ਨੇ, ਉੱਥੇ ਸਪੈਸੀਫਾਈ ਕੀਤਾ ਗਿਆ ਹੈਗਾ ਵੀ ਜਿਵੇਂ ਕਿ ਕੋਈ ਸਿਵਲ ਕੋਰਟਾਂ ਰੈਵਨਿਊ ਆਫੀਸਰਸ ਨੂੰ ਕਲੈਕਟਰ ਦੇ ਥਰੂ ਜਾਂ ਡਾਇਰੈਕਟਲੀ ਤੌਰ ਤੇ ਕੁਝ ਕੇਸਿਸ ਭੇਜਦੇ ਨੇ ਐਜੂਕੇਸ਼ਨ ਦੇ ਲਈ, ਵਾਰੰਟ ਕਬਜ਼ੇ, ਬੋਲੀ ਵਾਰੰਟ। ਠੀਕ ਹੈ ਜੀ, ਇਦਾਂ ਦੇ ਕੇਸ ਭੇਜੇ ਜਾਂਦੇ ਨੇ। ਜਿਹੜੇ ਕੇਸਿਸ ਤਾਂ ਨਿਪਟਾਰਾ 1 ਸਾਲ ਦੇ ਅੰਦਰ ਹੋ ਜਾਂਦਾ ਹੈ, ਉਹ ਤਾਂ ਠੀਕ ਹੈਗਾ। ਜਿਹੜੇ ਕੇਸਿਸ ਦਾ ਨਿਪਟਾਰਾ 1 ਸਾਲ ਦੇ ਅੰਦਰ ਰੈਵਨਿਊ ਆਫੀਸਰਸ ਵੱਲੋਂ ਨਹੀਂ ਹੁੰਦਾ ਹੈਗਾ, ਦੈਨ ਉਹਦੀ ਜਿਹੜੀ ਹਿਸਟਰੀ ਉਹਦੀ ਡਿਟੇਲ ਰਿਪੋਰਟ ਹੈਗੀ ਹੈ ਉਹ ਕਮਿਸ਼ਨਰ ਦੇ ਥਰੂ FCR ਨੂੰ ਭੇਜੀ ਜਾਂਦੀ ਹੈ। ਠੀਕ ਹੈ ਜੀ। ਨੈਕਸਟ ਹੈਗਾ, ਇਸੇ ਤਰ੍ਹਾਂ ਆਪਾਂ ਪਿੱਛੇ ਪੜ੍ਹਿਆ ਸੀਗਾ, ਉਹਦੀ ਇੱਕ ਰਿਪੋਰਟ ਅਸੀਂ ਡਿਸਟ੍ਰਿਕਟ ਸੈਸ਼ਨ ਜੱਜ ਨੂੰ ਵੀ ਭੇਜਦੇ ਹਾਂ। ਨੈਕਸਟ ਹੈਗਾ ਜੀ ਸੈਕਸ਼ਨ B। ਸੈਕਸ਼ਨ B 'ਚ ਕੀ ਹੈ? ਰਿਸੈਪਸ਼ਨ ਆਫ ਦਾ ਪਲੇਂਟ ਐਂਡ ਐਪਲੀਕੇਸ਼ਨਸ। ਜਦੋਂ ਕੋਈ ਪਲੇਂਟ ਫਾਈਲ ਕਰਦਾ ਜਾਂ ਕੋਈ ਐਪਲੀਕੇਸ਼ਨ ਫਾਈਲ ਕਰਦਾ ਹੈਗਾ, ਤਾਂ ਉਹਨੂੰ ਕਿਵੇਂ ਰਿਸੀਵ ਕਰਨਾ, ਕਿੱਥੇ ਰਿਸੀਵ ਹੁੰਦੀ ਹੈ? ਉਹ ਹੁੰਦੀ ਹੈ ਰਿਸੀਵ ਆਰਡਰ 5 ਦੇ ਵਿੱਚ ਲਿਖਿਆ ਹੋਇਆ ਟਾਈਮ ਐਂਡ ਆਵਰਸ ਆਫ ਦਾ ਪ੍ਰੈਜੈਂਟੇਸ਼ਨ। ਦਿਨ ਦੇ ਵਿੱਚ ਕਿਸੇ ਵੀ ਸਮੇਂ ਤੇ ਜੋ ਰੈਵਨਿਊ ਆਫੀਸਰ ਨੇ ਕੋਈ ਸਮਾਂ ਨਿਯਤ ਕੀਤਾ ਹੋਇਆ ਹੋਵੇ, ਜਨਰਲੀ ਮਤਲਬ ਕਿ ਛੁੱਟੀ ਵਾਲੇ ਦਿਨ ਨੂੰ ਛੱਡ ਕੇ ਬਾਕੀ ਜਿਹੜੇ ਵੀ ਵਰਕਿੰਗ ਡੇਜ਼ ਹੁੰਦੇ ਆ, ਉੱਥੇ ਐਪਲੀਕੇਸ਼ਨ ਰੈਵਨਿਊ ਕੋਰਟ ਦੇ ਵਿੱਚ ਫਾਈਲ ਕੀਤੀ ਜਾ ਸਕਦੀ ਹੈ। ਫਿਰ ਹੈਗਾ ਆਰਡਰ 6। ਆਰਡਰ 6 ਕੀ ਹੈ? ਹਾਊ ਦਾ ਐਪਲੀਕੇਸ਼ਨ ਇਜ਼ ਟੂ ਬੀ ਫਾਈਲਡ। ਮਤਲਬ ਕਿਵੇਂ, ਕੌਣ ਫਾਈਲ ਕਰੇਗਾ? ਜਾਂ ਤਾਂ ਪਾਰਟੀ ਖੁਦ ਫਾਈਲ ਕਰੇਗੀ, ਜਾਂ ਉਹਦਾ ਕੋਈ ਰਿਕੋਗਨਾਈਜ਼ਡ ਏਜੰਟ ਫਾਈਲ ਕਰੇਗਾ, ਜਾਂ ਫਿਰ ਉਹਦੇ ਵੱਲੋਂ ਕੋਈ ਲੀਗਲ ਪ੍ਰੈਕਟੀਸ਼ਨਰ ਜਿਹੜਾ ਅੰਗੇਜ ਕੀਤਾ ਗਿਆ ਹੈਗਾ ਉਹਦੇ ਵੱਲੋਂ ਐਪਲੀਕੇਸ਼ਨ ਫਾਈਲ ਕੀਤੀ ਜਾਂਦੀ ਹੈ। ਦੈਨ ਹੈਗਾ ਆਰਡਰ ਰੂਲ 7। ਰੂਲ 7 'ਚ ਪ੍ਰੀਲਿਮਿਨਰੀ ਐਗਜ਼ਾਮੀਨੇਸ਼ਨ। ਮਤਲਬ ਕਿ ਸ਼ੁਰੂ ਦੇ ਵਿੱਚ ਹੀ ਜਦੋਂ ਐਪਲੀਕੇਸ਼ਨ ਫਾਈਲ ਕੀਤੀ ਜਾਂਦੀ ਹੈ, ਤਾਂ ਉਹਦੇ ਰੈਵਨਿਊ ਆਫੀਸਰ ਹੈ ਜਿਹੜਾ ਰੈਵਨਿਊ ਕੋਰਟ ਹੈ ਪ੍ਰੈਜ਼ਾਈਡਿੰਗ ਆਫੀਸਰ, ਉਹਨੇ ਕੀ ਦੇਖਣਾ ਹੈਗਾ? ਠੀਕ ਹੈ ਜੀ, ਪਹਿਲਾਂ ਤਾਂ ਉਹਨੇ ਦੇਖਣਾ ਵੀ ਜਿਹੜੀਆਂ ਪ੍ਰੋਵੀਜ਼ਨ ਲਾਅ ਦੀਆਂ ਪ੍ਰੋਵੀਜ਼ਨ ਨੇ ਉਹਦੇ ਅੰਡਰ ਇਹ ਐਪਲੀਕੇਸ਼ਨ ਦਿੱਤੀ ਜਾ ਰਹੀ ਹੈ। ਦੈਨ ਉਹਨੇ ਦੇਖਿਆ ਵੀ ਡੇਟ ਕਿਹੜੀ ਤਰੀਕ ਨੂੰ ਪ੍ਰੈਜ਼ੈਂਟ ਕੀਤੀ ਗਈ ਹੈ ਐਪਲੀਕੇਸ਼ਨ, ਤੇ ਇਨ ਪਰਸਨ ਵਿਅਕਤੀ ਆਪ ਆਇਆ ਜਾਂ ਉਹਦਾ ਕੋਈ ਏਜੰਟ ਆਇਆ ਜਾਂ ਕੋਈ ਉਹਦਾ ਲੀਗਲ ਪ੍ਰੈਕਟੀਸ਼ਨਰ ਆਇਆ ਹੈਗਾ। ਫਿਰ ਦੇਖਿਆ ਜਾਏਗਾ ਵੀ ਕੋਰਟ ਫੀ ਵਗੈਰਾ ਲਗਾਈ ਹੈ ਜਾਂ ਨਹੀਂ ਲਗਾਈ। ਇਹ ਜਿਹੜੇ ਛੋਟੇ ਛੋਟੇ ਪੁਆਇੰਟ ਹੈਗੇ ਆ, ਇਹ ਸ਼ੁਰੂ ਦੇ ਵਿੱਚ ਪ੍ਰੀਲਿਮਿਨਰੀ ਦਾ ਹੀ ਆਪਾਂ ਨੂੰ ਕਹਿੰਦੇ ਆ, ਇਨੀਸ਼ੀਅਲ ਸਟੇਜ ਤੇ ਹੀ ਇਹ ਜਿਹੜੇ ਪੁਆਇੰਟ ਹੈ 4-5 ਦੇਖੇ ਜਾਂਦੇ ਹੁੰਦੇ ਆ। ਨੈਕਸਟ ਆਰਡਰ 8 ਹੈਗਾ ਰਿਸਪੌਂਸਿਬਿਲਿਟੀ ਆਫ ਰਿਗਾਰਡਿੰਗ ਕੋਰਟ ਫੀ, ਸਟੈਂਪ ਫੀ ਵਗੈਰਾ। ਹਾਈ ਕੋਰਟ ਦੇ ਰੂਲਸ ਨੇ ਵੀ ਜਿਹੜੀ ਕੋਰਟ ਫੀ ਲੱਗਣੀ ਹੈ, ਕੋਰਟ ਫੀ ਲੱਗਦੀ ਹੈ ਵੈਲਿਊਏਸ਼ਨ ਦੇ ਡਿਪੈਂਡ ਕਰਦੀ ਹੈ ਕਿ ਪ੍ਰੋਪਰਟੀ, ਜਿਸ ਪ੍ਰੋਪਰਟੀ ਦੇ ਲਈ ਸੂਟ ਫਾਈਲ ਕਰ ਰਹੇ ਹਾਂ ਜਾਂ ਆਪਾਂ ਕਿਸੇ ਲੈਣ ਦੇਣ ਦੀ ਗੱਲ ਕਰਦੇ ਹਾਂ, ਕਿੰਨੇ ਰੁਪਏ ਦਾ ਦਾਵਾ ਕੋਈ ਦਾਇਰ ਕਰ ਰਿਹਾ ਹੈ, ਠੀਕ ਹੈ, ਉਹਦੇ ਉੱਪਰ ਕੋਰਟ ਫੀਸ ਲੱਗਣੀ ਹੈ। ਕੋਰਟ ਫੀਸ ਨੂੰ ਕੌਣ ਦੇਖੇਗਾ? ਇਹ ਹਾਈ ਕੋਰਟ ਨੇ ਕੁਝ ਰੂਲਸ ਬਣਾਏ ਹੋਏ ਨੇ ਵੀ ਸੁਪਰਡੈਂਟ ਗ੍ਰੇਡ 3 ਜਾਂ ਕਮਿਸ਼ਨਰ ਕੋਲੇ ਕੰਮ ਕਰਦੇ ਆ ਤਾਂ ਸੁਪਰਡੈਂਟ ਗ੍ਰੇਡ 3 ਦੇਖੇਗਾ। ਜੇ DC ਦੇ ਕੋਰਟ ਦਾ ਕੰਮ ਹੈਗਾ ਤਾਂ ਰੀਡਰ ਨੇ ਦੇਖਣਾ ਹੈਗਾ, ਨਹੀਂ ਤਾਂ ਫਿਰ ਪ੍ਰੈਜ਼ਾਈਡਿੰਗ ਆਫੀਸਰ ਜਿਵੇਂ ਤਹਿਸੀਲਦਾਰ ਹੈ, ਨਾਇਬ ਤਹਿਸੀਲਦਾਰ ਹੈ, ਜਿਹੜਾ ਵੀ ਕੋਰਟ ਨੂੰ ਪ੍ਰੈਜ਼ਾਈਡ ਕਰਦਾ ਹੈਗਾ ਉਹਦੇ ਵੱਲੋਂ ਦੇਖਿਆ ਜਾਣਾ ਹੈਗਾ। ਮੇਨ ਜਿਹੜਾ ਹੈਗਾ ਇਹ ਪੰਜਾਬ ਸਟੈਂਪ ਲਾਸ ਆਫ ਡੈਫਲੈਕੇਸ਼ਨ ਜਿਹੜਾ ਐਕਟ ਹੈਗਾ, ਰੂਲਸ ਬਣੇ ਹੋਏ ਨੇ, ਰੂਲਸ 1935 ਬਣੇ ਨੇ, ਪੰਜਾਬ ਲਾਸ ਆਫ ਸਟੈਂਪਸ ਐਂਡ ਡੈਫਲੈਕੇਸ਼ਨ। ਠੀਕ ਹੈ, ਇਹ ਰੂਲਸ ਜਿਹੜੇ ਬਣੇ ਹੋਏ ਨੇ ਉਹ ਫੋਲੋ ਕਰਨੇ ਹੁੰਦੇ ਨੇ ਤਾਂ ਕਿ ਜਿਹੜੀ ਸਟੈਂਪ ਦੀ ਚੋਰੀ ਨਾ ਹੋ ਪਾਏ। ਉਹਦੇ ਲਈ ਇਹਨਾਂ ਰੂਲਾਂ ਦੇ ਮੁਤਾਬਕ ਕਾਰਵਾਈ ਕੀਤੀ ਜਾਣੀ ਹੁੰਦੀ ਹੈ। ਮੇਨ ਜ਼ਿੰਮੇਵਾਰੀ ਬਣ ਜਾਂਦੀ ਹੈ ਪ੍ਰੈਜ਼ਾਈਡਿੰਗ ਆਫੀਸਰ।
ਦੈਨ ਅਸੀਂ ਰੂਲ 9 ਪੜ੍ਹਿਆ ਸੀਗਾ। ਰੂਲ 9 ਚ ਕੀ ਹੈ, ਡਿਸਪੋਜ਼ਲ ਆਫ ਅਨਸਟੈਂਪਡ ਪਟੀਸ਼ਨਸ। ਜੇ ਕੋਈ FC ਫਾਈਨੈਂਸ਼ੀਅਲ ਕਮਿਸ਼ਨਰ ਕੋਲ ਕੋਈ ਐਪਲੀਕੇਸ਼ਨ ਆ ਜਾਂਦੀ ਹੈ, ਕੋਈ ਸੂਟ ਫਾਈਲ ਹੁੰਦਾ ਹੈਗਾ, ਪਰ ਉਹ ਜਿਹੜਾ ਹੈਗਾ ਉਹਦੀ ਕੋਰਟ ਨੇ ਉਸਨੇ ਫਰਦਰ ਕਿਸੇ ਨੂੰ ਫਾਰਵਰਡ ਕਰਨਾ ਹੈ, ਆਪਦੀ ਕਿਸੇ ਸਬੋਰਡੀਨੇਟ ਕੋਰਟ ਕੋਲ ਭੇਜਣਾ ਹੈਗਾ, ਪਰ ਉਹਦੇ ਤੇ ਕੋਈ ਸਟੈਂਪ ਡਿਊਟੀ ਨਹੀਂ ਲੱਗੀ ਹੋਈ ਹੈਗੀ, ਦੈਨ ਉੱਥੇ ਕੋਈ ਰੈਫਰੈਂਸ ਬਣਾ ਕੇ ਭੇਜਣਾ ਪਏਗਾ, ਨਾਲ ਸਟੈਂਪ ਲਗਾ ਕੇ ਭੇਜਣੀ ਪਏਗੀ ਵੀ ਜਿਹੜੀ ਜਦੋਂ ਤੱਕ ਇਹਦੀ ਸਟੈਂਪ ਡਿਊਟੀ ਹੈਗੀ ਹੈ ਉਹ ਪਾਰਟੀ ਫਾਈਲ ਨਹੀਂ ਡਿਪੋਜ਼ਿਟ ਕਰਦੀ, ਉਦੋਂ ਤੱਕ ਜਿਹੜੀ ਕੇਸ ਦੀ ਫਰਦਰ ਕਾਰਵਾਈ ਜਿਹੜੀ ਹੈਗੀ ਹੈ ਉਹ ਨਾ ਕੀਤੀ ਜਾਵੇ। ਨੈਕਸਟ ਹੈ ਜੀ ਰੂਲ ਨੰਬਰ 10, ਐਗਜ਼ਾਮੀਨੇਸ਼ਨ ਆਫ ਦਾ ਪਲੇਂਟ। ਹੁਣ ਪਲੇਂਟ ਤੁਹਾਡੇ ਕੋਲ ਫਾਈਲ ਹੋਗੀ, ਤੁਸੀਂ ਫਰਦਰ ਕੀ ਦੇਖਣਾ ਹੈਗਾ ਇਹਦੇ ਵਿੱਚ, ਨੇਮ ਆਫ ਦਾ ਕੋਰਟ ਲਿਖਿਆ ਜਾਂ ਨਹੀਂ ਲਿਖਿਆ ਹੈਗਾ, ਨੇਮ ਆਫ ਦਾ ਨੇਮ ਪਲੇਸ ਆਫ ਦਾ ਰੈਜ਼ੀਡੈਂਸ ਆਫ ਦਾ ਪਲੈਂਟਿਫ, ਠੀਕ ਹੈ, ਜਿਹੜਾ ਐਪਲੀਕੇਸ਼ਨ ਫਾਈਲ ਕਰ ਰਿਹਾ ਹੈ ਜਾਂ ਜਿਹਦੇ ਅਗੇਂਸਟ ਐਪਲੀਕੇਸ਼ਨ ਫਾਈਲ ਕੀਤੀ ਜਾਂਦੀ ਹੈ, ਉਹਦਾ ਨਾਮ, ਉਹਦਾ ਪਤਾ ਵਗੈਰਾ ਲਿਖਿਆ ਜਾਂ ਨਹੀਂ ਲਿਖਿਆ ਗਿਆ। ਦੈਨ ਜੇ ਕੋਈ ਪਲੈਂਟਿਫ ਜਾਂ ਕੋਈ ਡਿਫੈਂਡੈਂਟ, ਜੇ ਕੋਈ ਮਾਈਨਰ ਹੈਗਾ ਤਾਂ ਉਹਨੂੰ ਕੌਣ ਰਿਪਰੈਜ਼ੈਂਟ ਕਰ ਰਿਹਾ ਹੈ, ਇਹ ਵੀ ਦੇਖਣਾ ਹੁੰਦਾ ਹੈ। ਕਾਜ਼ ਆਫ ਐਕਸ਼ਨ ਕਦੋਂ ਅਰਾਈਜ਼ ਹੋਇਆ, ਕਿ ਇਹ ਕੰਪਲੇਂਟ ਦੇ ਵਿੱਚ ਦਰਜ ਕੀਤਾ ਜਾਂ ਨਹੀਂ ਕੀਤਾ, ਜਾਂ ਫਿਰ ਉਹਨੂੰ ਬਿਨਾਂ ਮਤਲਬ ਤੋਂ ਗੋਲ-ਮੋਲ ਐਪਲੀਕੇਸ਼ਨ ਦੇ ਦਿੱਤੀ, ਠੀਕ ਹੈ। ਦੈਨ ਹੈ ਜੁਰਿਸਡਿਕਸ਼ਨ ਆਫ ਦਾ ਕੋਰਟ, ਵੀ ਜਿਹੜੀ ਕੋਰਟ ਦੇ ਵਿੱਚ ਇਹ ਐਪਲੀਕੇਸ਼ਨ ਫਾਈਲ ਹੋਈ ਹੈ ਉਹਨੇ ਕੋਰਟ ਦੀ ਜੁਰਿਸਡਿਕਸ਼ਨ ਬਣਦੀ ਹੈ ਜਾਂ ਨਹੀਂ ਬਣਦੀ, ਤੇ ਰਿਲੀਫ ਕੋਈ ਮੰਗੀ ਹੈ ਜਾਂ ਨਹੀਂ ਮੰਗੀ ਪਾਰਟੀ ਨੇ ਜਿਸ ਨੇ ਐਪਲੀਕੇਸ਼ਨ ਫਾਈਲ ਕੀਤੀ ਹੈ, ਤੇ ਅਮਾਊਂਟ ਆਫ ਦਾ ਕਲੇਮ ਕੀ ਹੈ। ਜੇ ਦੂਜੀ ਪਾਰਟੀ ਕੋਈ ਸੈਟ ਆਫ ਕਰਦੀ ਹੈ, ਕੋਈ ਇੱਕ ਪਾਰਟੀ ਨੇ ਦਾਵਾ ਦਾਇਰ ਕੀਤਾ, ਦੂਜੀ ਪਾਰਟੀ ਕਹਿੰਦੇ ਮੈਂ ਵੀ ਤਾਂ ਇੰਨੇ ਪੈਸੇ ਲੈਣੇ ਨੇ, ਸੈਟ ਆਫ ਦੇ ਵਿੱਚ ਕੀ ਹੈ, ਕਿੰਨੀ ਉਹਦੀ ਅਮਾਊਂਟ ਬਣਦੀ ਹੈ, ਠੀਕ ਹੈ, ਇਹ ਵੀ ਦੇਖਿਆ ਜਾਏਗਾ। ਵੈਲਿਊਏਸ਼ਨ ਦਾ ਸਬਜੈਕਟ ਮੈਟਰ, ਕਿੰਨੀ ਅਮਾਊਂਟ ਦੀ ਜਿਹੜੀ ਵੈਲਿਊ ਹੈ, ਕਿੰਨੀ ਅਮਾਊਂਟ ਦਾ ਜਿਹੜਾ ਦਾਵਾ ਦਾਇਰ ਕੀਤਾ ਜਾ ਰਿਹਾ ਹੈ ਜੀ, ਤਾਂ ਕਿ ਇਹ ਪਤਾ ਲੱਗ ਸਕੇ ਵੀ ਉਹਦੇ ਅਕੋਰਡਿੰਗ ਜਿਹੜੀ ਫੀਸ ਹੈਗੀ ਸਟੈਂਪ ਡਿਊਟੀ ਲਗਾਈ ਹੈ ਜਾਂ ਨਹੀਂ ਲਗਾਈ। ਫਿਰ ਅੱਗੇ ਇਹਦਾ ਨਾਨ ਜੁਆਇੰਟਰ ਆਫ ਦਾ ਪਾਰਟੀਜ਼, ਮਿਸ ਜੁਆਇੰਟਰ ਆਫ ਦਾ ਪਾਰਟੀਜ਼, ਕੀ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਕੰਸਰਨ ਪਾਰਟੀਆਂ, ਨੈਸੈਸਰੀ ਪਾਰਟੀਜ਼ ਨੂੰ ਜੁਆਇਨ ਕੀਤਾ ਜਾਂ ਨਹੀਂ ਕੀਤਾ, ਕਿ ਬਿਨਾਂ ਮਤਲਬ ਤੋਂ ਜਿਹੜੀਆਂ ਪਾਰਟੀਆਂ ਨੇ ਮਿਸ ਜੁਆਇੰਟਰ ਪਾਰਟੀਆਂ ਜੁਆਇਨ ਕੀਤੀਆਂ ਜਾਂ ਨਹੀਂ ਕੀਤੀਆਂ ਗਈਆਂ, ਕੀ ਮਤਲਬ ਪਾਰਟੀਆਂ ਪ੍ਰੋਪਰ ਜੁਆਇਨ ਕੀਤੀਆਂ ਨੇ, ਇਹ ਦੇਖਣਾ ਹੁੰਦਾ ਹੈ, ਕਿਉਂਕਿ ਇਹ ਦੇਖਣਾ ਹੁੰਦਾ ਸਪੋਰਟਿੰਗ ਡਾਕੂਮੈਂਟ ਦੇ ਜਿਹੜੇ ਲੱਗੇ ਹੁੰਦੇ ਨੇ। ਫਿਰ ਸਾਈਨ ਕੀਤਾ ਜਾਂਦਾ ਹੈ ਪਾਰਟੀ ਵੱਲੋਂ, ਵੈਰੀਫਿਕੇਸ਼ਨ ਕੀਤੀ ਜਾਂਦੀ ਹੈ, ਪਾਰਟੀ ਵੱਲੋਂ ਖੁਦ ਸਾਈਨ ਕੀਤੇ ਜਾਂਦੇ ਨੇ ਪਲੇਂਟ ਦੇ ਉੱਪਰ, ਤੇ ਜਾਂ ਉਹਦੇ ਏਜੰਟ ਵੱਲੋਂ ਸਾਈਨ ਕੀਤੇ ਜਾਂਦੇ ਨੇ। ਦੈਨ ਜਿਹੜੀ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ, ਜੋ ਵੀ ਕੰਟੈਂਟਸ ਉੱਪਰ ਦਿੱਤੇ ਗਏ ਨੇ ਉਹ ਸਾਰਿਆਂ ਨੂੰ ਵੈਰੀਫਾਈ ਕੀਤਾ ਜਾਂਦਾ ਹੈਗਾ, ਠੀਕ ਹੈ ਜੀ। ਲਾਇਬਲ ਟੂ ਬੀ ਰਿਜੈਕਟਡ, ਜੇ ਕੋਈ ਸਾਰੇ ਇੱਦਾਂ ਦੇ ਕੋਈ ਉੱਪਰਲੀਆਂ ਜਿਹੜੀਆਂ ਫਾਰਮੈਲਿਟੀਜ਼ ਨੇ, ਠੀਕ ਹੈ, ਉਹ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ, ਉਹ ਸਿਰੇ ਤੋਂ ਮੁੱਢਲੇ ਸਿਰੇ ਤੋਂ ਪਤਾ ਲੱਗਦਾ ਹੈਗਾ ਵੀ ਨਹੀਂ ਕੀਤੀਆਂ ਜਾਂਦੀਆਂ, ਤਾਂ ਜਿਹੜੀ ਐਪਲੀਕੇਸ਼ਨ ਹੈ ਇਸੇ ਬਿਹਾਫ ਤੇ ਰਿਜੈਕਟ ਕੀਤੀ ਜਾ ਸਕਦੀ ਹੈ। ਲਿਸਟ ਆਫ ਦਾ ਡਾਕੂਮੈਂਟਸ ਵੀ ਨਾਲ ਲਗਾਉਣੀ ਹੁੰਦੀ ਹੈ, ਕਿਹੜੇ ਕਿਹੜੇ ਪਲੇਨ ਦੇ ਨਾਲ ਡਾਕੂਮੈਂਟ ਤੁਸੀਂ ਲਗਾਏ ਹੈਗੇ ਆ, ਠੀਕ ਹੈ। ਸਪੋਰਟਿੰਗ ਡਾਕੂਮੈਂਟ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਤਾਂ ਉਹ ਜਿਹੜੀ ਉਹਦੀ ਲਿਸਟ ਹੈਗੀ ਹੈ ਅਲਫਾਬੈਟਿਕਲੀ ਜਾਂ ਨੰਬਰਿੰਗ ਬਾਜ ਪੇਜ ਨੰਬਰਿੰਗ ਕਰਕੇ ਉਹ ਜਿਹੜੀ ਲਿਸਟ ਹੈ ਉਹ ਵੀ ਤੁਹਾਡੀ ਉਹਦੇ ਨਾਲ ਲਗਾਈ ਜਾਂਦੀ ਹੈ ਪਲੇਨ ਦੇ ਨਾਲ। ਨੈਕਸਟ ਅਸੀਂ ਪੜ੍ਹਿਆ ਸੀ ਰੂਲ ਨੰਬਰ 11, ਰੂਲਸ ਆਫ ਦਾ ਪਲੀਡਿੰਗ ਦੇ ਜਦੋਂ ਪਲੀਡਿੰਗ ਚੱਲਦੀਆਂ ਨੇ, ਕਾਰਵਾਈਆਂ ਚੱਲਦੀਆਂ ਨੇ, ਉੱਪਰ ਅਸੀਂ ਪੜ੍ਹ ਰਹੇ ਸੀ ਪਲੇਂਟ ਜਾਂ ਐਪਲੀਕੇਸ਼ਨ, ਜਦੋਂ ਪਲੇਂਟ ਕੋਈ ਫਾਈਲ ਕਰਦਾ ਜਾਂ ਕੋਈ ਐਪਲੀਕੇਸ਼ਨ ਫਾਈਲ ਕਰਦਾ ਤਾਂ ਅਸੀਂ ਕੀ ਦੇਖਣਾ ਹੁੰਦਾ। ਹੁਣ ਚੱਲ ਰਿਹਾ ਰੂਲਸ ਪਲੀਡਿੰਗ ਮਤਲਬ ਕਾਰਵਾਈ ਕਿਹਦੇ ਵੱਲੋਂ, ਪਾਰਟੀਆਂ ਦੋਨਾਂ ਵੱਲੋਂ ਜਦੋਂ ਕਾਰਵਾਈ ਸਟਾਰਟ ਹੁੰਦੀ ਹੈ ਤਾਂ ਅਸੀਂ ਕਿਹੜੇ ਧਿਆਨ ਰੱਖਣਾ ਚਾਹੀਦਾ ਹੈਗਾ। ਤਾਂ ਜਿਹੜੀ ਪਲੇਂਟ ਫਾਈਲ ਕੀਤੀ ਇੱਕ ਪਾਰਟੀ ਨੇ, ਦੂਜੀ ਪਾਰਟੀ ਨੇ ਰਿਟਨ ਸਟੇਟਮੈਂਟ ਫਾਈਲ ਕੀਤੀ ਹੈ, ਠੀਕ ਹੈ। ਦੋਨਾਂ ਜਿਹੜੀਆਂ ਸਟੇਟਮੈਂਟਸ ਹੁੰਦੀਆਂ ਨੇ ਇਹ ਪਾਰਟੀ ਨੇ ਉਹਨੇ ਪਲੇਂਟ ਐਂਡ ਰਿਟਨ ਸਟੇਟਮੈਂਟ ਆਫ ਦਾ ਪਾਰਟੀਜ਼ ਸ਼ੁੱਡ ਬੀ ਕੇਅਰਫੁਲੀ ਸਟੱਡੀਡ ਐਜ਼ ਫॉलो। ਜੋ ਤੱਕ ਰੈਵਨਿਊ ਆਫਿਸਰ ਜਾਂ ਰੈਵਨਿਊ ਕੋਰਟ ਜਾਂ ਪ੍ਰੈਜ਼ਾਈਡਿੰਗ ਆਫਿਸਰ ਇਹਨਾਂ ਚੀਜ਼ਾਂ ਨੂੰ ਧਿਆਨ ਨਾਲ ਨਹੀਂ ਪੜ੍ਹਦਾ, ਕਿਹੜੀ ਨੂੰ, ਕੀ ਐਪਲੀਕੇਸ਼ਨ ਪਲੇਂਟ ਫਾਈਲ ਕੀਤੀ ਗਈ ਹੈ ਤੇ ਦੂਜੀ ਪਾਰਟੀ ਨੇ ਰਿਟਨ ਸਟੇਟਮੈਂਟ ਕੀ ਡਿਫੈਂਡ ਕੀਤਾ, ਡਿਨਾਈ ਕੀਤਾ, ਐਡਮਿਟ ਕੀਤਾ, ਠੀਕ ਹੈ, ਜਦੋਂ ਤੱਕ ਇਹਨੂੰ ਧਿਆਨ ਨਾਲ ਨਹੀਂ ਪੜ੍ਹਦਾ ਹੈਗਾ ਉਦੋਂ ਤੱਕ ਪ੍ਰੋਪਰ ਡਿਸੀਜਨ ਜਿਹੜਾ ਹੈਗਾ ਕੀਤਾ ਜਾਣਾ ਸੰਭਵ ਨਹੀਂ ਹੁੰਦਾ। ਇਸ ਦੇ ਲਈ ਕੀ ਦੇਖਿਆ ਜਾਏਗਾ, ਹੋਲ ਕੇਸ ਸਟਾਰਟਡ ਇਨ ਦਾ ਪਲੀਡਿੰਗ, ਜਿਹੜਾ ਸਾਰਾ ਕੇਸ ਹੈਗਾ ਪਲੀਡਿੰਗ ਦੇ ਵਿੱਚ, ਠੀਕ ਹੈ, ਕੀ ਫਾਈਲ ਕੀਤਾ ਗਿਆ ਸੀ, ਉਹ ਸਾਰੇ ਕੇਸ ਨੂੰ ਪੜ੍ਹਨਾ ਜ਼ਰੂਰੀ ਹੋ ਜਾਂਦਾ ਹੈ। ਓਨਲੀ ਮਟੀਰੀਅਲ ਫੈਕਟਸ ਕੀ ਹੈ, ਕੀ ਕਾਰਨ ਨੇ ਜਿਹਦੇ ਤੇ ਬੇਸਿਸ ਤੇ ਅੱਗੇ ਜਾ ਕੇ ਇਸ਼ੂ ਫਰੇਮ ਹੁੰਦੇ ਨੇ, ਕੀ ਫੈਕਟ ਲੈ ਆਉਂਦੇ ਨੇ ਵੀ ਕੀ ਉਹਦੀ ਪ੍ਰੋਬਲਮ ਕੀ ਸੀ। ਇੱਕ ਪਾਰਟੀ ਨੇ ਦਾਵਾ ਕਿੱਦਾਂ ਕੀਤਾ ਵੀ ਮੈਂ ਰਜਿਸਟਰੀ ਕਰਵਾਉਣੀ ਸੀ, ਨਹੀਂ ਕਰਾਈ ਨਹੀਂ ਹੈਗੀ, ਦਿਸ ਇਜ਼ ਫੈਕਟ ਆਫ ਇਸ਼ੂ, ਠੀਕ ਹੈ। ਫਿਰ ਕੀ ਹੈਗਾ, ਇਹ ਜਿਹੜੇ ਸਾਰੇ ਹੁੰਦੇ ਨੇ ਇਹ ਕੰਸਾਈਜ਼ਲੀ ਹੋਣੇ ਚਾਹੀਦੇ ਨੇ, ਕਲੀਅਰ ਕੱਟ ਹੋਣੇ ਚਾਹੀਦੇ ਨੇ, ਜਿਹੜੇ ਫੈਕਟਸ ਹੁੰਦੇ ਨੇ ਗੋਲਮੋਲ ਨਹੀਂ ਹੋਣੇ ਚਾਹੀਦੇ, ਠੀਕ ਹੈ। ਫਿਰ ਸਾਈਨ ਹੈਗਾ, ਸਾਈਨ ਉਹਦਾ ਪਾਰਟੀ ਉਹਦਾ ਅਟਾਰਨੀ ਐਂਡ ਪਲੀਡਰ, ਸਾਈਨ ਪਾਰਟੀ ਦੇ ਸਾਈਨ ਵੀ ਹੋਣੇ ਚਾਹੀਦੇ ਨੇ, ਉਹਦੇ ਅਟਾਰਨੀ ਦੇ ਸਾਈਨ ਵੀ ਹੋਣੇ ਚਾਹੀਦੇ ਨੇ, ਜਾਂ ਉਹਦੇ ਪਲੀਡਰ ਦੇ ਦਸਤਖਤ ਵੀ ਹੋਣੇ ਚਾਹੀਦੇ ਨੇ। ਜਿਹੜੀ ਪਲੇਂਟ ਹੈਗੀ ਹੈ ਇਹ ਜਿਹੜੀਆਂ ਸਾਰੀਆਂ ਪਲੀਡਿੰਗ ਦੀ ਕਾਰਵਾਈ ਆ ਜਾਂਦੀ ਹੈ, ਵੈਰੀਫਾਈਡ ਐਟ ਦਾ ਫੁੱਟ, ਉਹਦੇ ਨੀਚੇ ਜਿਹੜੀ ਹੈਗੀ ਹੈ ਰਿਟਨ ਸਟੇਟਮੈਂਟ ਜਿਹੜੀ ਹੈਗੀ ਆ ਉਹ ਵੀ ਦੂਜੀ ਪਾਰਟੀ ਵੱਲੋਂ, ਜਿਹੜੀ ਆਪੋਜ਼ਿਟ ਪਾਰਟੀ ਆ ਉਹਦੇ ਵੱਲੋਂ ਜਿਹੜੀ ਰਿਟਨ ਸਟੇਟਮੈਂਟ ਦਿੱਤੀ ਜਾਂਦੀ ਹੈ ਦੈਟ ਇਜ਼ ਆਲਸੋ ਵੈਰੀਫਾਈਡ। ਕਿਹੜੇ ਫੈਕਟਸ ਉਹਦੀ ਆਪਣੀ ਨੌਲੇਜ ਦੇ ਆਧਾਰ ਤੇ
ਜਿਹਨੇ ਉਹਨੇ ਰਿਟਰਨ ਸਟੇਟਮੈਂਟ ਦਿੱਤੀ ਹੈ, ਕਿਹੜੇ ਫੈਕਟਸ ਉਹਦੀ ਆਪਦੀ ਨੌਲੇਜ ਦੇ ਆਧਾਰ ਤੇ ਨੇ ਜਾਂ ਕਿਹੜੇ ਉਹਦੇ ਨੇ ਕਿਤੋਂ ਇਨਫੋਰਮੇਸ਼ਨ ਕਲੈਕਟ ਕੀਤੀ ਹੈ ਉਹਦੇ ਆਧਾਰ ਤੇ ਨੇ। ਇਹ ਸਾਰਾ ਉਹਦੀਆਂ ਜਦੋਂ ਉਹਨੇ ਵੈਰੀਫਾਈ ਕਰਨੀ ਹੈ ਆਪਦੀ ਜਿਹੜੀ ਰਿਟਰਨ ਸਟੇਟਮੈਂਟ ਜਦੋਂ ਵੈਰੀਫਾਈ ਕਰਨੀ ਹੈ ਤਾਂ ਉਹਦੇ ਵਿੱਚ ਸਾਰਾ ਕੁਝ ਲਿਖਿਆ ਜਾਏਗਾ ਉਹਦੇ ਵੱਲੋਂ। ਫਿਰ ਡੇਟ ਪਲੇਸ ਐਂਡ ਸਾਈਨ ਉਹਦਾ ਵੈਰੀਫਿਕੇਸ਼ਨ ਕਿਹੜੀ ਜਗ੍ਹਾ ਤੇ ਉਸਨੇ ਕਿੱਥੇ ਉਹ ਜਿਹੜੀ ਵੈਰੀਫਿਕੇਸ਼ਨ ਕੀਤੀ ਹੈ ਕਿ ਕਿਹੜੀ ਤਰੀਕ ਨੂੰ ਕੀਤੀ ਹੈ, ਕਿਸ ਜਗ੍ਹਾ ਤੇ ਕੀਤੀ ਹੈਗੀ ਹੈ। ਐਜ਼ ਬਰੀਫ ਐਜ਼ ਪੋਸੀਬਲ ਬਰਡਨ ਆਫ ਪ੍ਰੂਫ ਹਾਂਜੀ ਕਿਹਦੇ ਤੇ ਲਾਈਕ ਕਰਦਾ ਹੈ, ਇਹ ਕੋਰਟ ਨੇ ਦੇਖਣਾ ਹੁੰਦਾ ਹੈ ਕਿਹੜੀ ਪਾਰਟੀ ਜਿਹੜੀ ਕਹਿੰਦੀ ਹੈ ਕਲੇਮ ਕਰਦੀ ਹੈ ਤਾਂ ਉਹਦਾ ਬਰਡਨ ਆਫ ਪ੍ਰੂਫ ਵੀ ਉਸੇ ਪਾਰਟੀ ਨੇ ਮਤਲਬ ਕਿ ਪ੍ਰੂਵ ਕਰਨਾ ਹੁੰਦਾ। ਜਾਂ ਜਿਹੜੀ ਪਾਰਟੀ ਕੋਈ ਡਿਨਾਈ ਕਰਦੀ ਹੈ ਦੈਨ ਹੀ ਹੈਜ਼ ਟੂ ਪ੍ਰੂਵ ਦਾ ਡਾਕੂਮੈਂਟਰੀ ਜਾਂ ਕੋਈ ਓਰਲ ਐਵੀਡੈਂਸ ਪੇਸ਼ ਕਰਕੇ ਉਸਨੂੰ ਪ੍ਰੂਵ ਕਰਨਾ ਹੁੰਦਾ ਹੈਗਾ। ਵੈਨ ਮਿਸ ਰਿਪਰੈਜ਼ੈਂਟੇਸ਼ਨ ਜਦੋਂ ਕੋਈ ਕੇਸ ਇੱਦਾਂ ਦਾ ਹੈ, ਕੋਈ ਮਿਸ ਰਿਪਰੈਜ਼ੈਂਟੇਸ਼ਨ ਹੈ, ਕੋਈ ਫਰਾਡ ਦਾ ਕੇਸ ਹੈ, ਕੋਈ ਅੰਡਰ ਇਨਫਲੂਐਂਸ ਦਾ ਕੇਸ ਹੈ, ਠੀਕ ਹੈ, ਨੈਸੈਸਰੀ ਪਾਰਟੀਕੂਲਰਸ ਆਰ ਗਿਵਨ ਤਾਂ ਉਹਦੇ ਸੰਬੰਧ ਵਿੱਚ ਉਹਦੇ ਪ੍ਰੂਫ ਵਜੋਂ ਤੇ ਜਿਹੜੇ ਜ਼ਰੂਰੀ ਦੇ ਜਿਹੜੇ ਡਾਕੂਮੈਂਟ ਨੇ ਦਸਤਾਵੇਜ਼ ਨੇ ਉਹ ਪੇਸ਼ ਕਰਨੇ ਹੁੰਦੇ ਨੇ। ਫਿਰ ਕੀ ਹੈ ਜੀ ਪ੍ਰਾਈਮਾ ਫਸਾਈ ਟਾਈਮ ਬਾਰਡ ਗਰਾਊਂਡ ਔਨ ਵਿਚ ਐਕਸਪਲੇਨੇਸ਼ਨ ਕਲੇਮਡ। ਹੁਣ ਦੂਜੀ ਪਾਰਟੀ ਕਹਿੰਦੀ ਹੈ ਵੀ ਇਹ ਤਾਂ ਟਾਈਮ ਬਾਰਡ ਹੈ ਜੀ, ਇਹ ਟਾਈਮ ਬਾਰਡ ਹੈ ਤਾਂ ਕਿਉਂ ਟਾਈਮ ਬਾਰਡ ਹੈ, ਉਹਦੀ ਸਾਰੀ ਐਕਸਪਲੇਨੇਸ਼ਨ ਹੈਗੀ ਹੈ ਉਹ ਪਾਰਟੀ ਵੱਲੋਂ ਦਿੱਤੀ ਜਾਣੀ ਪੈਂਦੀ ਹੈ। ਜੇ ਕੋਈ ਐਪਲੀਕੇਸ਼ਨ ਇਦਾਂ ਜਿਹੜੀ ਸਾਰੀ ਪਲੇਂਟ ਹੈਗੀ ਹੈ ਡਿਫੈਕਟਿਵ ਹੈਗੀ ਹੈ, ਪ੍ਰੀਮਾ ਫਸਾਈ ਦਾ ਮੀਨਿੰਗ ਕੀ ਹੈ ਸਰ? ਮੁੱਢਲੇ ਸਿਰੇ ਤੋਂ ਆਮ ਦਿੱਕਤ ਤੇ ਸਾਰੀ ਪਤਾ ਲੱਗ ਜਾਂਦਾ ਜਿਹੜੀ ਗੱਲ ਨੂੰ ਜਿਹੜੀ ਕੋਈ ਨੁਕਸ ਨੂੰ ਆਮ ਜਿਵੇਂ ਆਪਾਂ ਕੋਈ ਆਪਣੇ ਕੋਲੇ ਕੋਈ ਅਰਜੀ ਆਉਂਦੀ ਹੈ, ਤੁਹਾਡੇ ਕੋਲੇ ਆਉਂਦੀ ਹੈ, ਤੁਸੀਂ ਉਹਨੂੰ ਦੇਖ ਲੈਂਦੇ ਹੋ, ਦੇਖਣ ਸਾਰੀ ਦੱਸ ਵੀ ਯਾਰ ਇਹ ਤੁਸੀਂ ਆ ਨਹੀਂ ਲਗਾਇਆ ਹੈਗਾ, ਜਮਾਂ ਉਹਦੀ ਨਾਲ ਨਹੀਂ ਲਗਾਈ ਹੈਗੀ, ਗਦੋਰੀ ਨਾਲ ਨਹੀਂ ਲਗਾਈ ਹੈਗੀ, ਠੀਕ ਹੈ। ਇਹ ਪ੍ਰਾਈਮਾ ਫਸਾਈ ਕਹਿੰਦੇ ਆ ਸੋ ਜਿਹੜੀ ਮੁੱਢਲੇ ਸਿਰੇ ਤੋਂ ਆਪਾਂ ਇੱਕਦਮ ਦੇਖਣ ਸਾਰ ਪਤਾ ਲੱਗ ਜਾਏ ਵੀ ਆਹ ਨੁਕਸ ਹੈਗਾ, ਠੀਕ ਹੈ, ਉਸ ਨੂੰ ਪ੍ਰਾਈਮਾ ਫਸਾਈ ਕਹਿੰਦੇ ਆ। ਜੇ ਕੋਈ ਇਦਾਂ ਦੀ ਹੁਣ ਕੋਰਟ ਦੀ ਇੱਥੇ ਪੂਰੀ ਜੁਰਿਸਡਿਕਸ਼ਨ ਹੁੰਦੀ ਹੈ, ਜੇ ਕੋਈ ਕੋਰਟ ਨੂੰ ਲੱਗਦਾ ਹੈਗਾ ਵੀ ਇਹ ਡਿਫੈਕਟ ਉੱਪਰ ਹੈਗੇ ਨੇ ਤਾਂ ਕੋਰਟ ਉਸ ਨੂੰ ਰਿਟਰਨ ਕਰ ਸਕਦੀ ਹੈ ਪਲੇਂਟ ਨੂੰ, ਰਿਟਰਨ ਸਟੇਟਮੈਂਟ ਨੂੰ, ਜਾਂ ਫਿਰ ਆਰਡਰ ਵੀ ਫਾਈਲ ਕੀਤਾ ਜਾ ਸਕਦਾ ਹੈਗਾ, ਆਰਡਰ ਕੀਤਾ ਜਾ ਸਕਦਾ ਹੈ ਵੀ ਆਹ ਜਿਹੜੇ ਤੁਹਾਡੇ ਡਿਫੈਕਟ ਹੈਗੇ ਤੁਸੀਂ ਇਹਨਾਂ ਨੂੰ ਫਰਦਰ ਜਿਹੜੀ ਨੈਕਸਟ ਜਿਹੜੀ ਪੇਸ਼ ਹੈਗੀ ਆ ਉਹਦੇ ਤੇ ਅਮੈਂਡਡ ਐਪਲੀਕੇਸ਼ਨ ਦੇ ਸਕਦੇ ਹੋ, ਅਮੈਂਡਡ ਰਿਟਰਨ ਸਟੇਟਮੈਂਟ ਦੇ ਸਕਦੇ ਹੋ। ਦੈਨ ਅਸੀਂ ਪੜ੍ਹਿਆ ਸੀਗਾ ਰੂਲ 12 ਜੁਆਇੰਟ ਆਫ ਦਾ ਪਾਰਟੀਜ਼ ਐਂਡ ਕਾਜ਼ ਆਫ ਐਕਸ਼ਨ ਵੀ ਜਿਹਨੇ ਪਾਰਟੀਆਂ ਹੈਗੀਆਂ ਨੇ ਜਿੱਦਾਂ ਇੱਕੋ ਨੇਚਰ ਦੀਆਂ ਪਾਰਟੀਆਂ ਹੈਗੀਆਂ ਨੇ, ਡਿਫੈਂਡੈਂਟ ਇੱਕੋ ਤਰ੍ਹਾਂ ਦੇ ਹੈਗੇ ਨੇ, ਉਹਨਾਂ ਦੇ ਖਿਲਾਫ ਇੱਕੋ ਹੀ ਮੁਕੱਦਮਾ ਦਾਇਰ ਹੁੰਦਾ ਹੈ। ਹੁਣ ਚਾਰ ਬੰਦਿਆਂ ਨੇ ਸੌਦਾ ਕੀਤਾ ਸੀ ਜ਼ਮੀਨ ਸੇਲ ਕਰਨ ਦਾ, ਚਾਰੇ ਬੰਦੇ ਮੁੱਕਰ ਗਏ ਰਜਿਸਟਰੀ ਕਰਵਾਉਣ ਤੋਂ, ਠੀਕ ਹੈ, ਚਾਰੇ ਬੰਦਿਆਂ ਦੇ ਖਿਲਾਫ ਮੇਰਾ ਕਾਜ਼ ਆਫ ਐਕਸ਼ਨ ਰਾਈ ਹੋ ਜਾਂਦਾ ਜਿੱਦਣ ਉਹ ਮੁੱਕਰ ਗਏ, ਚਾਰੇ ਬੰਦਿਆਂ ਦੇ ਖਿਲਾਫ ਮੈਂ ਦਾਵਾ ਦਾਇਰ ਕਰਾਂਗਾ ਵੱਖਰਾ, ਇੱਕੋ ਨੇਚਰ ਦਾਅਵੇ ਦੀ ਹੈਗੀ ਹੈ, ਵੱਖ-ਵੱਖ ਦਾਅਵੇ ਕਰਨ ਦੀ ਜ਼ਰੂਰਤ ਨਹੀਂ ਹੈਗੀ ਹੈ। ਪਰ ਜੇਕਰ ਕਾਜ਼ ਆਫ ਐਕਸ਼ਨ ਅਲੱਗ-ਅਲੱਗ ਬੰਦਿਆਂ ਦੇ ਖਿਲਾਫ ਅਲੱਗ-ਅਲੱਗ ਕਾਜ਼ ਆਫ ਐਕਸ਼ਨ ਹੋਵੇ ਦੈਨ ਵੀ ਹੈਵ ਟੂ ਫਾਈਲ ਅ ਸੈਪਰੇਟ ਸੂਟ ਅਗੇਂਸਟ ਈਚ ਆਫ ਦਾ ਡਿਫੈਂਡੈਂਟ, ਠੀਕ ਹੈ ਜੀ। ਨੈਕਸਟ ਅਸੀਂ ਪੜ੍ਹਿਆ ਸੀ ਸਕਰੂਟਨੀ ਆਫ ਦਾ ਪਲੇਂਟ ਰਿਲੇਟਿੰਗ ਟੂ ਦ ਐਗਰੀਕਲਚਰ ਲੈਂਡ ਵੈਨ ਪਲੇਂਟ ਇਲਿਟਰੇਟ, ਜਦੋਂ ਕੋਈ ਵਿਅਕਤੀ ਜਿਹੜਾ ਕੋਈ ਇਲਿਟਰੇਟ ਹੋਵੇ, ਅਨਪੜ੍ਹ ਹੋਵੇ, ਉਹਦੇ ਵੱਲੋਂ ਕੋਈ ਦਾਅਵਾ ਦਾਇਰ ਕੀਤਾ ਜਾਂਦਾ ਹੋਵੇ ਤਾਂ ਉਹਦੀ ਜਿਹੜੀ ਸਕਰੂਟਨੀ ਕਰਨੀ ਹੈ ਉਹਦੇ ਪ੍ਰੋਪਰ ਤਰੀਕੇ ਨਾਲ ਕੀਤੀ ਜਾਂਦੀ ਹੈ ਪ੍ਰੈਜ਼ਾਈਡਿੰਗ ਆਫੀਸਰ ਵੱਲੋਂ। ਤਾਂ ਦੇਖਿਆ ਜਾਂਦਾ ਵੀ ਕਿ ਜਿਹੜੀ ਉਹਦੇ ਨਾਲ ਆਪਣੇ ਦਾਅਵੇ ਨਾਲ ਜਿਹਨੇ ਕੋਈ ਜਮਾਬੰਦੀ ਨਕਲ ਲਾਈ ਹੈ ਜਾਂ ਕੋਈ ਬਰਦਾਵਤ ਦੀ ਨਕਲ ਲਾਈ ਹੈ ਜਾਂ ਕੋਈ ਨਕਸ਼ਾ ਲਾਇਆ ਹੈਗਾ, ਠੀਕ ਹੈ, ਦੈਟ ਇਜ਼ ਟੂ ਬੀ ਵੈਰੀਫਾਈਡ ਔਰ ਮਤਲਬ ਇਸ਼ੂਡ ਬਾਈ ਦਾ ਪ੍ਰੋਪਰ ਪਟਵਾਰੀ ਕੰਸਰਨ ਪਟਵਾਰੀ ਹਲਕੇ ਵੱਲੋਂ ਜਾਰੀ ਕੀਤਾ ਹੈ ਹੋਣਾ ਚਾਹੀਦਾ ਹੈ, ਉਹਦੇ ਦਸਤਖਤ ਹੋਏ ਹੋਣੇ ਚਾਹੀਦੇ ਨੇ, ਉਹਦੀ ਡੇਟ ਪਈ ਹੋਈ ਹੋਣੀ ਚਾਹੀਦੀ ਹੈ। ਇਹ ਸਾਰਾ ਕੁਝ ਦੇਖ ਕੇ ਤੁਸੀਂ ਫਰਦਰ ਦੈਨ ਸੂਟ ਅੱਗੇ ਮਤਲਬ ਕਿ ਅੱਗੇ ਚੱਲਣਾ ਹੈਗਾ। ਦੈਨ ਹੈਗਾ ਕੋਰਟ ਟੂ ਡਿਟਰਮਿਨ ਫਾਰਮ ਆਫ ਸਮਨਸ, ਇਹ ਕੋਰਟ ਨੇ ਦੇਖਿਆ ਨਾ ਵੀ ਜਿਹੜਾ ਮੈਂ ਸਮਨ ਭੇਜ ਰਿਹਾ ਇਹ ਕਿਹੜੀ ਸਟੇਜ ਤੇ ਸਮਨ ਭੇਜਿਆ ਜਾ ਰਿਹਾ, ਪਾਰਟੀ ਵੱਲੋਂ ਕੀ ਕੀਤਾ ਜਾਣਾ ਹੈਗਾ, ਠੀਕ ਹੈ, ਫਾਈਨਲ ਕੇਸ ਦੀ ਡਿਸੀਜਨ ਹੋਣਾ ਹੈ ਜਾਂ ਕਿਸੇ ਇਸ਼ੂ ਦਾ ਡਿਸੀਜਨ ਹੋਣਾ ਹੈਗਾ। ਦੈਨ ਅਗਰ ਸਮਨਸ ਟੂ ਦਾ ਡਿਫੈਂਡੈਂਟਸ, ਫਿਰ ਕੀ ਹੈ ਜੀ ਜਦੋਂ ਹੁਣ ਇਹ ਪਲੇਂਟ ਜਦੋਂ ਕਦੇ ਸਮਨ ਡਿਫੈਂਡੈਂਟ ਨੂੰ ਸਮਨ ਕਰਨਾ ਹੈਗਾ ਤਾਂ ਕੀ ਦੇਖਿਆ ਜਾਣਾ ਹੈ, ਰਿਟਰਨ ਸਾਈਨ ਸੀਲ ਜਿਹੜਾ ਸਮਨ ਹੁੰਦਾ ਹੈਗਾ ਉਹ ਤੁਹਾਡੇ ਰਿਟਰਨ ਦੇ ਵਿੱਚ ਹੋਏਗਾ, ਕਲੀਅਰ ਹੋਏਗਾ, ਸਾਫ ਸੁਥਰਾ ਹੋਏਗਾ, ਪੜ੍ਹਨ ਯੋਗ ਹੋਏਗਾ, ਠੀਕ ਹੈ ਜੀ, ਸਟੈਂਪ ਲੱਗੀ ਹੋਈ, ਕੋਰਟ ਦੀ ਸਿਗਨੇਚਰ ਹੋਏ ਹੋਣਗੇ, ਠੀਕ ਹੈ, ਜੱਜ ਦੇ ਸਿਗਨੇਚਰ ਹੋਏ ਹੋਣਗੇ ਔਰ ਆਫਿਸਰ ਅਪਾਇੰਟਸ ਜਾਂ ਕਿਸੇ ਆਫਿਸਰ ਨੂੰ ਅਪਾਇੰਟ ਕੀਤਾ ਹੋਇਆ ਹੋਵੇ ਸਮਨਾਂ ਦੇ ਵਿੱਚ ਸਾਈਨ ਕਰਨ ਦੇ ਲਈ, ਠੀਕ ਹੈ, ਤਾਂ ਉਹਦੇ ਵੱਲੋਂ ਸਾਈਨ ਕਰਕੇ ਹੀ ਜਿਹੜੇ ਸਮਨ ਹੈਗੇ ਭੇਜੇ ਜਾਣੇ ਚਾਹੀਦੇ ਨੇ। ਜਿਵੇਂ ਕਿ ਉੱਪਰਲੇ ਕੋਰਟਾਂ ਹੁੰਦੀਆਂ ਨੇ, ਉੱਪਰਲੇ ਕੋਰਟ ਦੀਆਂ ਤਹਿਸੀਲਾਂ ਪੇਸ਼ੀ ਨੂੰ ਜਾਂ ਫਿਰ ਪ੍ਰਾਈਵੇਟ ਸੈਕਟਰੀ ਨੂੰ, ਸੁਪਰਡੈਂਟ ਨੂੰ, ਗ੍ਰੇਡ 3 ਗ੍ਰੇਡ 4 ਰੀਡਰਸ ਵਗੈਰਾ ਨੂੰ ਅੱਗੇ ਅਪਾਇੰਟ ਕੀਤਾ ਜਾਂਦਾ ਸਾਈਨ ਸਮਨ ਦੇ ਉੱਪਰ ਸਾਈਨ ਕਰਦੇ ਆ ਵੀ ਜਿਹੜੀਆਂ ਪਾਵਰਾਂ ਹੁੰਦੀਆਂ ਨੇ ਪ੍ਰੈਜ਼ਾਈਡਿੰਗ ਆਫਿਸਰ ਵੱਲੋਂ ਸੀਨੀਅਰ ਕੋਰਟ ਵੱਲੋਂ ਕੀਤੀਆਂ ਜਾਂਦੀਆਂ ਨੇ ਤਾਂ ਉਹਨਾਂ ਵੱਲੋਂ ਸਮਨ ਸਾਈਨ ਕੀਤੇ ਜਾਂਦੇ ਨੇ। ਫਿਰ ਨਾਲੇ ਇਹੀ ਕਿਹਾ ਗਿਆ ਹੈਗਾ ਵੀ ਕਿਸੇ ਵੀ ਕੇਸ ਨੂੰ ਜਦੋਂ ਤੁਸੀਂ ਐਕਸ ਪਾਰਟੀ ਮੂਵ ਕਰਨਾ ਚਾਹੁੰਦੇ ਹੋ, ਪ੍ਰੋਸੀਡਿੰਗ ਸਟਾਰਟ ਕਰਨੀ ਚਾਹੁੰਦੇ ਹੋ
ਤਾਂ ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਤੁਸੀਂ ਇਹ ਪੱਖ ਦੇਖਣਾ ਹੁੰਦਾ ਵੀ ਕੀ ਜਿਹਨੇ ਕਿ ਜਿਹੜੇ ਪ੍ਰੋਪਰ ਜਿਹੜੇ ਸਮਨਿੰਗ ਦੇ ਪ੍ਰੋਸੈਸ ਸੀਗੇ, ਜਿਵੇਂ ਕਿ ਸੈਕਸ਼ਨ 20 ਹੈਗਾ ਆਪਣੇ ਕੋਲੇ ਲੈਂਡ ਰੈਵਨਿਊ ਐਕਟ ਦੇ ਵਿੱਚ, ਕਿ ਸਾਰੇ ਪ੍ਰੋਸੈਸ ਅਡਾਪਟ ਕਰ ਲਏ ਗਏ ਨੇ ਕਿ ਮਤਲਬ ਕਿ ਸਮਨਿੰਗ ਹੋਊਗੀ ਮੁਨਾਦੀ ਪੇਪਰ ਦੇ ਵਿੱਚ, ਜਿਵੇਂ ਕਿਵੇਂ ਹੁਣ ਕਿੰਨੀਆਂ ਅਮੈਂਡਮੈਂਟਸ ਆਪਣੀਆਂ ਹੋ ਚੁੱਕੀਆਂ ਹੈਗੀਆਂ ਸਾਰੀਆਂ, ਠੀਕ ਹੈ। ਸਾਰਿਆਂ ਨੂੰ ਦੇਖਦੇ ਹੋਏ ਕੀ ਪ੍ਰੋਪਰ ਸਮਨਿੰਗ ਹੋ ਚੁੱਕੀ ਬੰਦਿਆਂ ਨੂੰ ਜਾਂ ਨਹੀਂ ਹੋ ਚੁੱਕੀ। ਜੇ ਸਮਨਿੰਗ ਪ੍ਰੋਪਰ ਨਹੀਂ ਹੋਈ ਦੈਨ ਤੁਸੀਂ ਐਕਸ ਪਾਰਟੀ ਨਹੀਂ ਕਰਨਾ ਹੁੰਦਾ, ਠੀਕ ਹੈ। ਮੈਕਸਿਮਮ ਜਿਹੜੇ ਸਾਡੇ ਰੈਵਨਿਊ ਦੇ ਕੇਸਿਸ ਹੁੰਦੇ ਨੇ, ਚਾਹੇ ਉਹ FCR ਦੀ ਕੋਰਟ ਹੈ, ਚਾਹੇ ਉਹ ਕਮਿਸ਼ਨਰ ਦੀ ਕੋਰਟ ਹੈ, ਚਾਹੇ ਉਹ DC ਦੀ ਕੋਰਟ ਹੈ, ਮੈਕਸਿਮਮ ਜਿੰਨੇ ਤੱਕ ਮੇਰਾ ਆਪਣਾ ਐਕਸਪੀਰੀਅੰਸ ਇਹ ਹੈਗਾ, ਸਮਨ ਦੇ ਆਧਾਰ ਤੇ ਜਿਹੜੇ ਸਾਡੇ ਕੇਸ ਨੇ ਰਿਫੰਡ ਬੈਕ ਰਿਮਾਂਡ ਬੈਕ ਹੁੰਦੇ ਨੇ, ਜਿਹਦੇ ਆਧਾਰ ਤੇ ਸਾਡਾ ਸਾਰਾ ਕਰਿਆ ਜਿਹੜਾ ਕੰਮ ਹੁੰਦਾ ਹੈ। ਬੇਸ਼ੱਕ ਤੁਸੀਂ ਇਨੀਸ਼ੀਅਲ ਸਟੇਜ ਫਾਈਨਲ ਸਟੇਜ ਤੇ ਵੀ ਤੁਸੀਂ ਕੇਸ ਨੂੰ ਡਿਸਾਈਡ ਕਰ ਚੁੱਕੇ ਹੁੰਦੇ ਹੋ, ਪਰ ਉਹ ਆ ਕੇ ਮੁੱਢਲੀ ਸਟੇਜ ਤੇ 10 ਸਾਲਾਂ ਬਾਅਦ ਆ ਕੇ ਫਿਰ ਖੜ ਜਾਂਦਾ ਹੈਗਾ ਵੀ ਤੁਸੀਂ ਪ੍ਰੋਪਰ ਕਿਸੇ ਬੰਦੇ ਨੂੰ ਸਮਨਿੰਗ ਨਹੀਂ ਕੀਤੀ, ਨਾ ਉਹਨੂੰ ਹੋਈ ਸੀ, ਨਾ ਤੁਹਾਡੇ ਕੋਲ ਰਿਕਾਰਡ ਦੀ ਤੁਹਾਡੀ ਫਾਈਲ ਤੇ ਕੋਈ ਇਦਾਂ ਦਾ ਸਬੂਤ ਹੈਗਾ ਵੀ ਤੁਸੀਂ ਉਸ ਨੂੰ ਪ੍ਰੋਪਰ ਸਮਨਿੰਗ ਕੀਤੀ ਹੈ। ਇਹਦੀ ਜਿਹੜੀ ਘਾਟ ਹੋਣ ਕਰਕੇ ਹੀ ਜਿਹੜਾ ਸਾਰਾ ਕੇਸ ਹੈਗਾ ਮੁੜ ਕੇ ਦੁਬਾਰਾ ਫਿਰ ਤੁਹਾਡੇ ਇਨੀਸ਼ੀਅਲ ਸਟੇਜ ਤੇ ਆ ਜਾਂਦਾ ਹੈ। ਕੋਰਟ ਵੱਲੋਂ ਆਰਡਰ ਕੀਤਾ ਜਾਂਦਾ, ਸੀਨੀਅਰ ਕੋਰਟ ਵੱਲੋਂ ਵੀ ਡਿਸਾਈਡ ਅ ਕੇਸ ਅਫਰੈਸ਼ ਆਫਟਰ ਹੀਅਰਿੰਗ ਬੋਥ ਦ ਪਾਰਟੀਜ਼, ਪ੍ਰੋਪਰ ਓਪਰਚੁਨਿਟੀ ਦੇ ਕੇ ਦੋਨੋਂ ਪਾਰਟੀਆਂ ਨੂੰ ਫਿਰ ਜਿਹੜਾ ਕੇਸ ਹੈਗਾ ਦੁਬਾਰਾ ਫੈਸਲਾ ਕੀਤਾ ਜਾਵੇ, ਠੀਕ ਹੈ। ਇਸ ਕਰਕੇ ਸਮਨਿੰਗ ਜਿਹੜਾ ਪਾਰਟ ਹੈਗਾ ਮੇਨ ਪਾਰਟ ਹੈਗਾ, ਬਹੁਤ ਇੰਪੋਰਟੈਂਟ ਪਾਰਟ ਹੈਗਾ, ਇਸ ਵੱਲ ਖੁਦ ਧਿਆਨ ਦੇਣਾ ਚਾਹੀਦਾ ਹੁੰਦਾ ਹੈ। ਬਿਨਾਂ ਐਵੇਂ ਦੇਖੋ ਪਾਰਟੀਆਂ ਦੀ ਆਪੋਜ਼ਿਟ ਪਾਰਟੀਆਂ ਦੀ ਮਤਲਬ ਕਿ ਜਿਹੜੀ ਕੰਸਰਨ ਪਾਰਟੀ ਹੁੰਦੀ ਹੈ, ਐਪਲੀਕੈਂਟ ਹੁੰਦਾ ਹੈਗਾ, ਜਾਂ ਐਪਲੀਕੈਂਟ ਵੱਲੋਂ ਜੋ ਕੋਈ ਉਸ ਨੂੰ ਪੈਰਵਾਈ ਕਰ ਰਿਹਾ ਹੁੰਦਾ, ਉਹਦੀ ਟੈਂਡੈਂਸੀ ਹੁੰਦੀ ਹੈ, ਜ਼ਿਆਦਾਤਰ ਇਹ ਹੁੰਦੀ ਹੈ ਟੈਂਡੈਂਸੀ ਵੀ ਦੂਜੀਆਂ ਪਾਰਟੀਆਂ ਨੂੰ ਸਮਨਿੰਗ ਪ੍ਰੋਪਰ ਨਾ ਹੋ ਪਾਏ ਤੇ ਜਿਹੜਾ ਕੇਸ ਹੈਗਾ ਐਕਸ ਪਾਰਟੀ ਡਿਸਾਈਡ ਹੋ ਜਾਵੇ, ਜਿਵੇਂ ਅਸੀਂ ਚਾਹੁੰਦੇ ਹਾਂ, ਸਾਡੀ ਮਰਜ਼ੀ ਦੇ ਮੁਤਾਬਕ, ਸਾਡੀ ਵਿਟਨੈਸ ਦੇ ਮੁਤਾਬਕ, ਸਾਡੀ ਐਵੀਡੈਂਸ ਦੇ ਮੁਤਾਬਕ ਜਿਹੜਾ ਕੇਸ ਹੈਗਾ ਉਹ ਡਿਸਾਈਡ ਹੋ ਜਾਵੇ। ਪਰ ਸਾਨੂੰ ਇਸ ਤੋਂ ਥੋੜਾ ਗ੍ਰੇਸ ਕਰਨਾ ਹੁੰਦਾ ਵੀ ਐਕਸ ਪਾਰਟੀ ਜਿਹੜਾ ਕੇਸ ਹੁੰਦਾ ਉਹਦੇ ਡਿਸਾਈਡ ਕਰਨ ਦਾ ਕੋਈ ਲਾਭ ਨਹੀਂ ਹੁੰਦਾ, ਕੋਈ ਫਾਇਦਾ ਨਹੀਂ ਹੁੰਦਾ। ਐਂਡ ਤੇ ਆ ਕੇ ਕੀ ਹੁੰਦਾ, ਤੁਸੀਂ ਕਬਜ਼ਾ ਕਰ ਪਾਰਟੀਸ਼ਨ ਦਾ ਕੇਸ ਤੁਸੀਂ ਡਿਸਾਈਡ ਕਰ ਦਿੱਤਾ, ਠੀਕ ਹੈ, ਫਾਈਨਲ ਵੀ ਹੋ ਗਿਆ ਤੇ ਡਿਫੈਂਡੈਂਟ ਪਾਰਟੀ ਨੂੰ ਪਤਾ ਹੀ ਨਹੀਂ ਵੀ ਸਾਰੇ ਕੇਸ ਦੀ ਪਾਰਟੀਸ਼ਨ ਚੱਲ ਰਹੀ ਹੈਗੀ ਹੈ। ਪਾਰਟੀਸ਼ਨ ਕਰਕੇ ਫਾਈਨਲ ਹੋ ਗਈ, ਸਨਦ ਵੀ ਜਾਰੀ ਕਰਤੀ, ਵਾਰੰਟ ਕਬਜ਼ਾ ਵੀ ਤੁਸੀਂ ਜਾਰੀ ਕਰਤਾ। ਵਾਰੰਟ ਕਬਜ਼ਾ ਜਾਰੀ ਹੋਣ ਤੋਂ ਬਾਅਦ ਜਦੋਂ ਕਾਨੂੰਨ ਹਲਕਾ ਮੌਕੇ ਤੇ ਵਾਰੰਟ ਕਬਜ਼ੇ ਦੀ ਕਾਰਵਾਈ ਲਈ ਜਾਂਦਾ ਹੈਗਾ, ਉਸ ਵੇਲੇ ਪਾਰਟੀ ਨੂੰ ਪਤਾ ਲੱਗਦਾ ਵੀ ਸਾਡੀ ਜ਼ਮੀਨ ਦੀ ਤਕਸੀਮ ਹੋ ਗਈ। ਇਹ ਦੇਖੋ ਇਹ ਜਿਹੜਾ ਪ੍ਰੋਸੈਸ ਹੁੰਦਾ ਇਹ ਵਾਲਾ ਵਧੀਆ ਨਹੀਂ ਹੁੰਦਾ ਹੈਗਾ। ਜੇਕਰ ਰੈਵਨਿਊ ਆਫੀਸਰ ਵੱਲੋਂ ਤਰੀਕਾ ਤਕਸੀਮ ਪਾਸ ਕਰਨ ਤੋਂ ਪਹਿਲਾਂ ਜ਼ਮੀਨ ਦਾ ਮੌਕਾ ਦੇਖ ਲਿਆ ਜਾਵੇ, ਠੀਕ ਹੈ, ਉਦੋਂ ਪਾਰਟੀਆਂ ਦੀ ਹਾਜ਼ਰੀ 'ਚ ਮੌਕਾ ਦੇਖਿਆ ਜਾਵੇ ਤਾਂ ਕੋਈ ਮਤਲਬ ਨਹੀਂ ਰਹਿ ਜਾਂਦਾ ਵੀ ਕੋਈ ਪਾਰਟੀ ਨੂੰ ਨਾ ਪਤਾ ਲੱਗੇ ਵੀ ਸਾਡੀ ਜ਼ਮੀਨ ਦੀ ਤਕਸੀਮ ਦੀ ਐਪਲੀਕੇਸ਼ਨ ਕਿਸ ਨੇ ਫਾਈਲ ਕੀਤੀ ਹੈਗੀ ਹੈ। ਇਸ ਕਰਕੇ ਜਿਹੜਾ ਮੌਕਾ ਦੇਖਣ ਦੀ ਜਿਹੜੀ ਜ਼ਰੂਰਤ ਹੁੰਦੀ ਹੈ ਇਹ ਤਾਂ ਕਿ ਜਿਹੜਾ ਕੇਸ ਹੈਗਾ ਐਕਸ ਪਾਰਟੀ ਡਿਸਾਈਡ ਕਰਨ ਦੀ ਬਜਾਏ ਬੈਟਰ ਇਹ ਹੁੰਦਾ ਹੈਗਾ ਵੀ ਰੈਵਨਿਊ ਆਫੀਸਰ ਖੁਦ ਜਾ ਕੇ ਜਿਹੜੀ ਜ਼ਮੀਨ ਦੀ ਪਾਰਟੀਸ਼ਨ ਵਗੈਰਾ ਕਰਨੀ ਹੁੰਦੀ ਹੈ ਉਹਦਾ ਮੌਕਾ ਦੇਖ ਲਵੇ। ਮੌਕਾ ਦੇਖ ਕੇ ਹੀ ਜਿਹੜਾ ਮੋਡ ਆਫ ਪਾਰਟੀਸ਼ਨ ਹੈਗਾ ਉਹ ਡਿਸਾਈਡ ਹੋ ਜਾਂਦਾ ਹੈ ਵੀ ਕਿਵੇਂ ਜ਼ਮੀਨ ਦੀ ਤਕਸੀਮ ਹੋਣੀ ਹੈ। ਨਾਲੇ ਇਹ ਸਾਰੀਆਂ ਪਾਰਟੀਆਂ ਨੂੰ ਪਤਾ ਲੱਗ ਜਾਂਦਾ ਹੈ, ਸਾਰੀਆਂ ਪਾਰਟੀਆਂ ਆਪਣੇ ਕੇਸ ਨੂੰ ਕੰਟੈਸਟ ਕਰ ਸਕਦੀਆਂ ਨੇ ਆਪਣੇ ਮੁਤਾਬਕ, ਠੀਕ ਹੈ ਜੀ। ਦੈਨ ਸਰ ਕੰਪਨੀ ਇਸ਼ੂ ਕਰਨ ਲਈ ਲੀਡਰ ਨੂੰ ਕਿਹੜੇ ਰੂਲ ਮੁਤਾਬਕ ਅਪਾਇੰਟ ਕੀਤਾ ਜਾ ਸਕਦਾ ਜੀ? ਹੈ ਜੀ, ਸਮਨ ਇਸ਼ੂ ਕਰਨ ਲਈ ਜੀ ਲੀਡਰ ਨੂੰ ਕਿਹੜੇ ਰੂਲ ਮੁਤਾਬਕ ਅਪਾਇੰਟ ਕੀਤਾ ਜਾ ਸਕਦਾ? ਲੀਡਰ ਨੂੰ ਨਹੀਂ ਤੁਸੀਂ ਅਪਾਇੰਟ ਕਰ ਸਕਦੇ, ਇਹ ਤਾਂ ਸੀਨੀਅਰ ਉੱਪਰਲੀਆਂ ਕੋਰਟਾਂ ਦੀ ਗੱਲ ਕਹੀ ਹੈ ਵੀ ਤਹਿਸੀਲਦਾਰ ਪੇਸ਼ੀ ਹੁੰਦਾ। ਇੱਕ ਤਾਂ ਉੱਪਰਲੇ ਕੋਰਟਾਂ ਦੇ ਵਿੱਚ FCR ਦੀ ਕੋਰਟ ਦੇ ਵਿੱਚ ਤਹਿਸੀਲਦਾਰ ਪੇਸ਼ੀ ਹੁੰਦਾ, ਸੁਪਰਡੈਂਟ ਗ੍ਰੇਡ 3 ਹੁੰਦਾ ਕਮਿਸ਼ਨਰ ਦੀ ਕੋਰਟ ਦੇ ਵਿੱਚ, ਠੀਕ ਹੈ। ਉਹਨਾਂ ਨੂੰ ਅਪਾਇੰਟ ਕੀਤਾ ਜਾ ਸਕਦਾ ਹੈ। ਆਪਣੇ ਜਿਹੜੇ ਲੋਅਰ ਕੋਰਟਸ ਹੁੰਦੀਆਂ ਨੇ ਇੱਥੇ ਪ੍ਰੈਜ਼ਾਈਡਿੰਗ ਆਫੀਸਰ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਉਸਨੇ ਖੁਦ ਹੀ ਜਿਹੜੇ ਸਮਨ ਹੈਗੇ ਉਹ ਆਪ ਸਾਈਨ ਕਰਨੇ ਹੁੰਦੇ ਨੇ। then ਅਸੀਂ ਪੜ੍ਹ ਰਹੇ ਸੀਗੇ ਸਰਵਿਸ ਵਿਦਿਨ ਇੰਡੀਆ। ਸਰਵਿਸ ਵਿਦਿਨ ਇੰਡੀਆ ਜਦੋਂ ਆਪਾਂ ਦੇਖੋ ਕਰਦੇ ਆਪਾਂ ਸੈਕਸ਼ਨ 20 ਪੜ੍ਹਿਆ ਹੈਗਾ, ਚੰਗੇ ਤਰੀਕੇ ਨਾਲ ਪੜ੍ਹਿਆ ਪੂਰਾ, ਜੋ ਲੈਂਡ ਐਕਟ ਪੜ੍ਹਿਆ ਬਹੁਤ ਵੱਡਾ ਹੈਗਾ। ਸੈਕਸ਼ਨ 20 ਦੇ ਵਿੱਚ ਕਿੰਨੀਆਂ ਪ੍ਰੋਵੀਜ਼ਨ ਦੁਆਰਾ ਜਿਹੜੀਆਂ ਹੈਗੀਆਂ ਨਵੀਆਂ ਇਨਸਰਟ ਕੀਤੀਆਂ ਗਈਆਂ ਨੇ, ਠੀਕ ਹੈ, ਉਹ ਸਾਰਾ ਅਸੀਂ ਫੋਲੋ ਕਰਨਾ ਹੁੰਦਾ। ਫਿਰ ਮੇਨ ਇਹਦੇ ਵਿੱਚ ਜੇ ਦੱਸਿਆ ਗਿਆ ਵੀ ਜੇ ਡਿਸਟ੍ਰਿਕਟ ਦੇ ਵਿੱਚ ਤੁਸੀਂ ਸਮਨਿੰਗ ਕਰਾਣੀ ਹੈਗੀ ਹੈ, ਜੇ ਤੁਸੀਂ ਜਿਹੜਾ ਤੁਹਾਡਾ ਮੋਡ ਆਫ ਪੋਸਟ, ਜਦੋਂ ਮੋਡ ਆਫ ਪੋਸਟ ਤੁਹਾਡਾ ਜਿਹੜਾ ਪ੍ਰੋਪਰ ਨਹੀਂ ਹੁੰਦਾ, ਡਾਕ ਦੇ ਰਾਹੀਂ ਤੁਹਾਡੀ ਜਿਹੜੀ ਸਮਨਿੰਗ ਨਹੀਂ ਹੋ ਪਾਉਂਦੀ, ਤਾਂ ਤੁਸੀਂ ਕੀ ਕਰਨਾ ਹੁੰਦਾ, ਕੰਸਰਨਡ ਉਸ ਏਰੀਆ ਦਾ ਜਿਹੜਾ ਆਫੀਸਰ ਹੁੰਦਾ ਹੈ, ਮੰਨ ਲਓ ਤੁਸੀਂ ਡਿਸਟ੍ਰਿਕਟ ਪਟਿਆਲੇ ਦੇ ਵਿੱਚ ਹੀ ਸਮਨਿੰਗ ਕਰਵਾਉਣੀ ਹੈਗੀ ਹੈ, ਤੁਸੀਂ ਵਿਅਕਤੀ ਰਹਿੰਦਾ ਕਿਸੇ ਹੋਰ ਤਹਿਸੀਲ ਦੇ ਵਿੱਚ, ਤੁਸੀਂ ਕਿਸੇ ਪ੍ਰੈਜ਼ਾਈਡਿੰਗ ਆਫੀਸਰ ਕਿਸੇ ਹੋਰ ਤਹਿਸੀਲ ਵਿੱਚ ਕੰਮ ਕਰ ਰਹੇ ਹੋ, ਤਾਂ ਤੁਸੀਂ ਕੰਸਰਨਡ ਤਹਿਸੀਲ ਦੇ ਜਿਹੜਾ ਉਸ ਤਹਿਸੀਲਦਾਰ ਜਿਸ ਦੀ ਅਧਿਕਾਰ ਖੇਤਰ ਦੇ ਵਿੱਚ ਵਿਅਕਤੀ ਰਹਿ ਰਿਹਾ ਉਹਨੂੰ ਜਿਹਨੂੰ ਸਮਨਿੰਗ ਕਰਵਾਉਣੀ ਹੈ, ਬਾਈ ਪੋਸਟ ਸਮਨਿੰਗ ਨਹੀਂ ਹੋ ਪਾਈ, ਤਾਂ ਤੁਸੀਂ ਉੱਥੇ ਦੇ ਜਿਹੜਾ ਤਹਿਸੀਲਦਾਰ ਹੈ ਉਸ ਨੂੰ ਤੁਸੀਂ ਉਹਦਾ ਜਿਹੜਾ ਸਮਨ ਹੈਗਾ ਭੇਜ ਸਕਦੇ ਹੋ ਵਿਦਿਨ ਡਿਸਟ੍ਰਿਕਟ। ਜੇ ਡਿਸਟ੍ਰਿਕਟ ਤੋਂ ਬਾਹਰ ਦੀ ਗੱਲ ਕਰਦੇ ਆਪਾਂ
ਤਾਂ ਜਿਹੜਾ ਕੰਸਰਨਡ ਉੱਥੇ ਦਾ ਜਿਹੜਾ ਕਲੈਕਟਰ ਹੁੰਦਾ, ਡਿਪਟੀ ਕਮਿਸ਼ਨਰ ਹੁੰਦਾ, ਤਾਂ ਡੀਸੀ ਨੂੰ ਭੇਜਿਆ ਜਾਂਦਾ ਹੈ ਸਮਨ। ਤਾਂ ਡੀਸੀ ਹੈਗਾ ਕੰਸਰਨਡ ਕੋਰਟ ਨੂੰ ਭੇਜਣਗੇ। ਤੇ ਫਿਰ ਜਿਹੜੀ ਏਜੰਸੀਜ਼ ਹੁੰਦੀਆਂ ਨੇ, ਏਜੰਸੀ ਕਿਹੜੀਆਂ ਹੁੰਦੀਆਂ ਨੇ, ਆਪਣੇ ਜਿਹੜੇ ਤਹਿਸੀਲ ਪੱਧਰ ਤੇ ਜਿਹੜੇ ਪਿਆਦੇ ਹੁੰਦੇ ਨੇ, ਸੇਵਾਦਾਰ, ਹੈਡ ਸੇਵਾਦਾਰ, ਮੁੱਖ ਸੇਵਾਦਾਰ, ਠੀਕ ਹੈ, ਇਹ ਜਿਹੜੀ ਆਪਣੀ ਏਜੰਸੀ ਹੁੰਦੀ ਹੈ, ਸਮਨਿੰਗ ਏਜੰਸੀ ਹੁੰਦੀ ਹੈ। ਇਹਨਾਂ ਕੋਲੇ ਅਕਸਰ ਤੁਸੀਂ ਦੇਖੋਗੇ, ਜੋ ਤੁਸੀਂ ਬਤੌਰ ਰੈਵਨਿਊ ਆਫੀਸਰ ਕੰਮ ਕਰਨਾ ਹੈਗਾ, ਅਕਸਰ ਤੁਸੀਂ ਦੇਖੋਗੇ ਤੁਹਾਡੇ ਇਹਨਾਂ ਕੋਲੇ ਜਿਹੜੇ ਸਮਨ ਤੁਹਾਡੇ ਥਰੂ ਆਉਂਦੇ ਹੈਗੇ, FCR ਦਾ ਸਮਨ ਆ ਗਿਆ ਜੀ, ਕਮਿਸ਼ਨਰ ਦਾ ਸਮਨ ਆ ਗਿਆ ਜੀ, ਹੈ ਜੀ, DC ਦੀ ਕੋਰਟ ਦਾ ਸਮਨ ਆ ਗਿਆ, ਇਹ ਜਾਂ ਕਿਸੇ ਹੋਰ ਬਾਹਰਲੇ ਕੋਰਟਾਂ ਦੇ ਸਮਨ ਵੀ, ਬਾਹਰਲੇ ਸਟੇਟਾਂ 'ਚੋਂ ਵੀ ਸਮਨ ਸਾਡੇ ਕੋਲੇ ਆਉਂਦੇ ਰਹਿੰਦੇ ਹੈਗੇ ਨੇ। ਇੱਦਾਂ ਦਾ ਜੇ ਕੋਈ ਆਊਟ ਆਫ ਡਿਸਟ੍ਰਿਕਟ ਸਮਨ ਜਾਰੀ ਕਰਨਾ ਹੈ ਤਾਂ DC ਦੇ ਥਰੂ ਜਾਏਗਾ। ਜੇ ਕੋਈ ਆਊਟ ਆਫ ਸਟੇਟ ਜਿਹੜਾ ਸਮਨ ਹੈਗਾ ਤਾਂ ਦੈਨ ਕਮਿਸ਼ਨਰ ਕੋਲ ਜਾਂਦਾ, ਕਮਿਸ਼ਨਰ ਤੋਂ ਅੱਗੇ ਫਰਦਰ ਗਵਰਨਮੈਂਟ ਭੇਜਿਆ ਜਾਂਦਾ ਹੈ। ਇਸੇ ਤਰ੍ਹਾਂ ਅਸੀਂ ਸਰਵਿਸ ਬਾਈ ਦਾ ਪੋਸਟ ਇਹ ਆਪਾਂ ਦੇਖ ਹੀ ਰਹੇ ਹਾਂ ਵੀ ਜਿਹੜੀ ਸਰਵਿਸ ਹੈ ਬਾਈ ਪੋਸਟ ਵੀ ਕੀਤੀ ਜਾ ਸਕਦੀ ਹੈਗੀ ਹੈ। ਸਰਵਿਸ ਇਨ ਫੋਰਨ ਟੈਰੀਟਰੀ, ਇਹ ਵੀ ਆਪਾਂ ਗੱਲ ਕਰ ਚੁੱਕੇ ਸੀ ਵੀ ਜਦੋਂ ਫੋਰਨ ਕੰਟਰੀ ਦੇ ਵਿੱਚ ਜਿਹੜੀ ਸਰਵਿਸ ਹੈਗੀ ਹੈ ਤਾਂ ਮਿਨਿਸਟਰੀ ਆਫ ਫੋਰਨ ਅਫੇਅਰਸ ਦੇ ਰਾਹੀਂ ਕੀਤੀ ਜਾਂਦੀ ਹੈ, ਜਾਂ ਫਿਰ ਕਮਿਸ਼ਨਰ ਦੇ ਰਾਹੀਂ, ਕਮਿਸ਼ਨਰ ਨੂੰ ਭੇਜਿਆ ਜਾਂਦਾ ਸਮਨ। ਕਮਿਸ਼ਨਰ ਅੱਗੇ ਫਰਦਰ ਜਾ ਕੇ ਜਿਹੜੀ ਹੈਗਾ ਸਟੇਟ ਗਵਰਨਮੈਂਟ ਨੂੰ ਭੇਜਿਆ ਜਾਏਗਾ। ਗਵਰਨਮੈਂਟ ਨੇ ਫਰਦਰ ਜਿਹੜੀ ਆਪਣੀਆਂ ਜਿਹੜੀਆਂ ਏਜੰਸੀਜ਼ ਹੁੰਦੀਆਂ ਨੇ, ਮਿਨਿਸਟਰੀ ਆਫ ਫੋਰਨ ਅਫੇਅਰਸ, ਉੱਥੇ ਜਿਹੜੀ ਅੰਬੈਸੀ ਹੁੰਦੀ ਹੈ ਉਸ ਕੰਟਰੀ ਦੀ, ਠੀਕ ਹੈ, ਉਸ ਅੰਬੈਸੀ ਦੇ ਰਾਹੀਂ ਜਿਹੜੀ ਸਮਨਿੰਗ ਪ੍ਰੋਪਰ ਕਰਵਾਈ ਜਾਂਦੀ ਹੈ। ਸਰਵਿਸ ਇਨ ਦਾ ਫੋਰਨ ਟੈਰੀਟਰੀਜ਼ ਵੇਅਰ ਸਪੈਸ਼ਲ ਅਰੇਂਜਮੈਂਟਸ ਐਗਜ਼ਿਸਟ। ਕਈ ਵਾਰੀ ਕੀ ਹੁੰਦਾ, ਕਿਸੇ ਹੋਰ ਕੰਟਰੀ ਦੇ ਵਿੱਚ ਵੀ ਕੋਈ ਕੋਰਟਾਂ, ਇੰਡੀਅਨ ਕੋਰਟ ਵੀ ਹੋ ਸਕਦੀ ਹੈਗੀ ਹੈ, ਠੀਕ ਹੈ, ਤਾਂ ਉਹਦੇ ਰਾਹੀਂ ਵੀ ਜਿਹੜੀ ਸਮਨਿੰਗ ਹੈ ਮਤਲਬ ਕਿ ਕੀਤੀ ਜਾ ਸਕਦੀ ਹੈ। ਜ਼ਿਆਦਾਤਰ ਇਹ ਹੁੰਦਾ ਹੁਣ ਤਾਂ ਜਿਹੜਾ ਪ੍ਰੋਸੈਸ ਹੈਗਾ ਆਪਾਂ ਤੁਸੀਂ 20 ਲੈਂਡ ਰੈਵਨਿਊ ਐਕਟ ਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਹੈਗਾ ਪ੍ਰੋਸੈਸ ਹੈ। ਤਾਂ ਕਿ ਦੇਖੋ ਸਾਡੇ ਜਿਹੜੇ ਆਫਿਸਰਸ, ਜਿਹੜੇ ਸੀਨੀਅਰ ਆਫਿਸਰ ਕੰਮ ਕਰਦੇ ਹੈਗੇ ਆ ਫਾਈਨੈਂਸ਼ੀਅਲ ਕਮਿਸ਼ਨਰ ਆਫਿਸ ਦੇ ਵਿੱਚ, ਉਹਨਾਂ ਦਾ ਆਪਦਾ ਨਿੱਜੀ ਤਜਰਬਾ ਰਿਹਾ ਹੈਗਾ ਵੀ ਕਿਸ ਕਰਕੇ ਜਿਹੜੇ ਸਾਡੇ, ਜਿਵੇਂ ਆਪਾਂ ਗੱਲ ਕਰ ਚੁੱਕੇ ਹਾਂ 2 ਮਿੰਟ ਪਹਿਲਾਂ ਹੀ ਗੱਲ ਕੀਤੀ ਹੈ ਵੀ ਸਮਨਿੰਗ ਪ੍ਰੋਸੈਸ ਪ੍ਰੋਪਰ ਅਡਾਪਟ ਨਾ ਹੋਣ ਕਰਕੇ ਜਿਹੜੇ ਸਾਡੇ ਕੇਸ ਨੇ ਉਹ 10-10 ਸਾਲ, 15-15 ਸਾਲ ਜਿਹੜੇ ਲੜਕਦੇ ਰਹਿੰਦੇ ਨੇ ਪਾਰਟੀਸ਼ਨ ਦੇ ਕੇਸਿਸ। ਇਸ ਕਰਕੇ ਹੀ ਜਿਹੜੀ ਸਮਨਿੰਗ ਦਾ ਜਿਹੜਾ ਪ੍ਰੋਸੈਸ ਹੈਗਾ ਉਹਦੇ ਵਿੱਚ ਬਹੁਤ ਸਾਰੀ ਅਮੈਂਡਮੈਂਟ ਕਰਨ ਦੀ ਲੋੜ ਪਈ ਹੈਗੀ ਹੈ, ਠੀਕ ਹੈ ਜੀ। ਦੈਨ ਅਸੀਂ ਤੁਹਾਡੇ ਜਿਹੜੇ ਰੂਲ 21 ਤੋਂ ਲੈ ਕੇ 30 ਤੱਕ ਇਹ ਡਿਲੀਟ ਹੋ ਚੁੱਕੇ ਨੇ ਜੀ। ਹੁਣ ਅਸੀਂ ਪੜਾਂਗੇ ਰੂਲ ਨੰਬਰ 31। ਜਿਹੜਾ ਅੱਜ ਦਾ ਲੈਕਚਰ ਸਟਾਰਟ ਹੋਏਗਾ ਜੀ, ਰੂਲ ਨੰਬਰ 31 ਤੋਂ ਸਟਾਰਟ ਹੋਏਗਾ। ਸਰ ਡਿਲੀਟ ਕਿਹੜੇ ਤੋਂ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਹੋ ਗਏ? 21 ਤੋਂ 30 21 ਤੋਂ 30 ਜੀ। ਤੁਸੀਂ ਚੈੱਕ ਵੀ ਕਰ ਲੈਣਾ ਇੱਕ ਵਾਰੀ ਜੀ। ਦੈਨ ਆ ਗਿਆ ਜੀ ਰੂਲ ਨੰਬਰ 31। ਰੂਲ ਨੰਬਰ 31 ਕੀ ਕਹਿੰਦਾ ਜੀ? ਰੂਲ ਨੰਬਰ 31 ਕਹਿੰਦਾ ਵੀ ਜਿਹੜਾ CPC ਦਾ ਸੈਕਸ਼ਨ 29 ਹੈਗਾ, CPC ਸੈਕਸ਼ਨ 29 ਉਹ ਦਰਜ ਕੀਤਾ ਗਿਆ। ਕੀ ਦਰਜ ਕੀਤਾ ਗਿਆ ਵੀ ਜਦੋਂ ਸਮਨ ਜਾਰੀ ਕੀਤੇ ਜਾਂਦੇ ਆ, ਕਿਹਦੇ ਵੱਲੋਂ ਜਾਰੀ ਕੀਤੇ ਜਾਂਦੇ ਆ? ਕਿਸੇ ਸਿਵਲ ਜਾਂ ਰੈਵਨਿਊ ਕੋਰਟ ਵੱਲੋਂ ਜਾਰੀ ਕੀਤੇ ਜਾਂਦੇ ਨੇ ਇੰਡੀਆ ਦੇ ਵਿੱਚ। ਇੰਡੀਆ ਦੇ ਵਿੱਚ ਸਰ ਸੈਕਸ਼ਨ ਕਿਹੜਾ ਆ ਗਿਆ ਤੁਹਾਡੇ ਕੋਲੇ? ਰੂਲ 31। ਇਹ ਸੈਕਸ਼ਨ ਸੈਟਲਮੈਂਟ ਆਫ ਇਸ਼ੂ? ਨਹੀਂ, ਰੂਲ 31 ਕੱਢੋ, ਤੁਹਾਡੇ ਕੋਲੇ ਲਿਖਿਆ ਹੋਇਆ ਹੋਏਗਾ ਇੱਥੇ, ਤੁਹਾਡੇ ਕੋਲੇ ਅਦਰ ਕੰਟਰੀਜ਼ ਲਿਖਿਆ ਹੋਏਗਾ। ਅਦਰ ਕੰਟਰੀਜ਼ ਦੇ ਹੈਡ ਦੇ ਥੱਲੇ ਤੁਹਾਡੀਆਂ ਕਿਤਾਬਾਂ 'ਚ ਲਿਖਿਆ ਹੋਊਗਾ 8 ਨੰਬਰ, 8 ਸੈਕਸ਼ਨ 29 ਲਿਖਿਆ ਹੋਊਗਾ ਨਾਲ ਤੁਹਾਡੇ, 8 ਸੈਕਸ਼ਨ 29। ਹਾਂਜੀ ਠੀਕ ਹੈ ਨਾ। ਇਹਨੂੰ 8 ਨਹੀਂ ਹੈਗਾ, ਇਹ 31 ਹੈਗਾ ਰੂਲ। ਇੱਥੇ ਗਲਤ ਪ੍ਰਿੰਟਿੰਗ ਹੋਈ ਵੀ ਹੈ ਜੀ, ਇਹਨੂੰ 31 ਰੂਲ ਕਰ ਲਓ। ਇਹਦੇ ਵਿੱਚ ਦੇਖੋ ਕੀ ਲਿਖਿਆ ਹੈ, ਜਰਾ ਧਿਆਨ ਨਾਲ ਸੁਣਿਓ। ਸਾਡੀ ਜਿਹੜੀ CPC ਹੈ, CPC ਦਾ ਸੈਕਸ਼ਨ 29 ਹੈ, ਉਹਦੇ ਵਿੱਚ ਕਿਹਾ ਗਿਆ ਹੈ ਵੀ ਜੇਕਰ ਸਮਨ ਇਸ਼ੂ ਕੀਤੇ ਜਾਂਦੇ ਆ, ਕਿਹਦੇ ਵੱਲੋਂ ਕੀਤੇ ਜਾਂਦੇ ਆ? ਸਿਵਲ ਕੋਰਟ ਜਾਂ ਰੈਵਨਿਊ ਕੋਰਟ ਵੱਲੋਂ ਇਨ ਇੰਡੀਆ ਦੇ ਵਿੱਚ। ਸਰ ਰੂਲ, ਸਰ ਹਾਂਜੀ ਇਹ ਰੂਲ 21 ਬਣਦਾ ਜੀ, ਜਿਵੇਂ ਫਿਰ ਤੁਸੀਂ ਕਾਊਂਟਿੰਗ ਕਰਾਈਏ ਸਾਨੂੰ। ਨਹੀਂ, 21 ਤੋਂ 30 ਤਾਂ ਡਿਲੀਟ ਹੋ ਚੁੱਕੇ ਨਾ, 21 ਤੋਂ 30 ਡਿਲੀਟ ਹੋ ਚੁੱਕੇ ਨੇ, ਇਸ ਕਰਕੇ 31 ਬਣਦਾ ਹੈ। ਤੁਸੀਂ ਮੋਹਨ ਸਿੰਘ ਜਿਹੜੀ ਬੁੱਕ
ਲਈ ਆ ਸਟੈਂਡਿੰਗ ਆਰਡਰ ਜਿਹੜੀ ਡੀਐਲਆਰ ਨੇ ਇਸ਼ੂ ਕੀਤੀ ਉਹ ਆ ਕਿ ਤੁਹਾਡੇ ਕੋਲ ਜਿਹੜੀ ਆਨਲਾਈਨ ਤੁਸੀਂ ਪ੍ਰਿੰਟ ਕੱਢਿਆ ਲੱਗਦਾ ਉਹਦੇ ਤੇ ਰੂਲਿੰਗ ਗਲਤ ਲਿਖੀ ਆ ਸਾਰੀ। ਅੱਛਾ ਹਾਂ 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 ਜੀ, ਉਹ ਤੁਸੀਂ ਚੇਂਜ ਇੱਥੇ- ਕਰ ਲਓ ਤੁਸੀਂ, ਜਿਹੜੀ ਡੀਐਲਆਰ ਸਾਹਿਬ ਨੇ ਇਸ਼ੂ ਕੀਤੀ ਨਾ ਤੁਹਾਡੀ ਬੁੱਕ ਉਹਨਾਂ ਨੇ ਤੁਸੀਂ- ਪ੍ਰਿੰਟ ਕੱਢ ਕੇ ਦਿੱਤੇ ਉਹਦੇ ਮੁਤਾਬਕ ਠੀਕ ਕਰ ਲਓ। ਇਹਦੇ ਉੱਪਰ ਤੁਸੀਂ ਲਿਖ ਲਓ ਰੂਲ 21 to 30 ਡਿਲੀਟ। ਹਾਂਜੀ ਹਾਂਜੀ, ਜਿਹੜੇ ਤੁਸੀਂ ਆਨਲਾਈਨ ਕੱਢੇ ਉਹ ਤੇ ਗਲਤ ਲਿਖੇ ਭਾਜੀ, ਉਹ ਤਾਂ ਸਾਰਾ ਆਨਲਾਈਨ ਗਲਤ ਹੈ, ਤੁਸੀਂ ਗੂਗਲ ਤੋਂ ਮੈਨੂੰ ਲੱਗਦਾ ਡਾਊਨਲੋਡ ਕਰ ਲਈ ਹੈ। ਤਾਂ ਮੈਂ ਤੁਹਾਨੂੰ ਕਰੈਕਸ਼ਨ ਕਰਵਾ ਰਿਹਾ, ਜਿੱਥੇ ਤੁਹਾਡਾ ਲਿਖਿਆ ਹੋਇਆ 8 ਸੈਕਸ਼ਨ 29, ਜਿੱਥੇ 8 ਲਿਖਿਆ ਨਾ 8 ਦੀ ਜਗ੍ਹਾ 31 ਕਰ ਲਓ, 8 ਦੀ ਜਗ੍ਹਾ 31 ਕਰ ਲਓ। ਠੀਕ ਹੈ ਜੀ। ਠੀਕ ਹੈ ਜੀ। ਨੈਕਸਟ, ਹਾਂ ਇਹਦੇ ਵਿੱਚ ਲਿਖਿਆ ਵੀ ਜਿਹੜੀ ਸਾਡੀ ਸੀਪੀਸੀ ਹੈਗੀ ਹੈ, ਸੀਪੀਸੀ ਦਾ ਸੈਕਸ਼ਨ 29 ਕੀ ਕਹਿੰਦਾ ਹੈ? ਸੈਕਸ਼ਨ 29 ਦੇ ਵਿੱਚ ਇਹ ਲਿਖਿਆ ਹੈਗਾ ਵੀ ਜਦੋਂ ਕੋਈ ਸਿਵਲ ਕੋਰਟ ਵੱਲੋਂ ਜਾਂ ਰੈਵਨਿਊ ਕੋਰਟ ਵੱਲੋਂ ਸਮਨ ਜਾਰੀ ਕੀਤਾ ਜਾਂਦਾ ਹੈ, ਸਮਨ ਭੇਜਿਆ ਕਿੱਥੇ ਜਾਣਾ ਹੁੰਦਾ ਹੈ? ਸਮਨ ਉੱਥੇ ਭੇਜਿਆ ਜਾਂਦਾ ਹੈ ਜਿੱਥੇ ਸੀਪੀਸੀ ਸਾਡੀ ਜਿਹੜੀ ਹੈਗੀ ਹੈ ਦੀ ਪ੍ਰੋਵੀਜ਼ਨਸ ਫੋਲੋ ਨਹੀਂ ਕਰਦੀਆਂ, ਉੱਥੇ ਵਿਅਕਤੀ ਰਹਿੰਦਾ ਹੈ। ਵਿਅਕਤੀ ਉੱਥੇ ਰਹਿੰਦਾ ਹੈ ਜਿੱਥੇ ਸੀਪੀਸੀ ਦੀਆਂ ਜਿਹੜੀਆਂ ਪ੍ਰੋਵੀਜ਼ਨ ਨੇ ਲਾਈ ਨਹੀਂ ਕਰਦੀਆਂ, ਫੋਲੋ ਨਹੀਂ ਕਰਦੀਆਂ। ਜਦੋਂ ਉੱਥੇ ਸਮਨ ਭੇਜਿਆ ਜਾਵੇ ਇੰਡੀਆ ਦੇ ਵਿੱਚ ਰੈਵਨਿਊ ਕੋਰਟ ਵੱਲੋਂ ਜਾਂ ਫਿਰ ਜਾਂ ਆਊਟ ਆਫ ਇੰਡੀਆ ਸਮਨ ਭੇਜਿਆ ਜਾਵੇ ਜਿੱਥੇ ਸੈਂਟਰਲ ਗਵਰਨਮੈਂਟ ਨੇ ਕੋਈ ਐਸਟੈਬਲਿਸ਼ਮੈਂਟ ਕੀਤੀ ਹੋਈ ਹੋਵੇ ਕੋਈ ਕੋਰਟ ਦੀ, ਜਾਂ ਫਿਰ ਬਾਈ ਨੋਟੀਫਿਕੇਸ਼ਨ ਜਿਹੜਾ ਸਮਨ ਭੇਜਿਆ ਗਿਆ ਹੈ ਆਊਟ ਆਫ ਇੰਡੀਆ ਭੇਜਿਆ ਗਿਆ ਹੋਵੇ ਜਿੱਥੇ ਸੀਪੀਸੀ ਅਪਲਾਈ ਕਰਦੀ ਹੋਵੇ, ਤਾਂ ਕੀ ਹੋਏਗਾ? ਮੇ ਬੀ ਸੈਂਟ ਟੂ ਦਾ ਕੋਰਟਸ ਇਨ ਦਾ ਟੈਰੀਟਰੀ ਸੀਪੀਸੀ। ਉਸ ਕੋਰਟ ਜਿਹੜੀ ਨੇੜੇ ਤੇੜੇ ਕੋਰਟ ਹੋਏਗੀ, ਜਿਹੜੀ ਉਸ ਦੇ ਏਰੀਆ ਦੇ ਨੇੜੇ ਤੇੜੇ ਕੋਰਟ ਹੋਏਗੀ, ਉਸ ਕੋਰਟ ਦੇ ਵਿੱਚ ਜਿਹੜਾ ਜਿੱਥੇ ਸੀਪੀਸੀ ਦੀ ਪ੍ਰੋਵੀਜ਼ਨਸ ਫੋਲੋ ਕਰਦੇ ਹੋਣਗੇ ਜਾਂ ਜਿੱਥੇ ਸੀਪੀਸੀ ਅਪਲਾਈ ਕਰਦੇ ਹੋਏਗੀ, ਉਸ ਕੋਰਟ ਦੇ ਵਿੱਚ ਜਿਹੜਾ ਸਮਨ ਭੇਜਿਆ ਜਾਵੇਗਾ। ਕਿਉਂਕਿ ਜਿੱਥੇ ਬੰਦਾ ਰਹਿ ਰਿਹਾ ਉੱਥੇ ਤਾਂ ਸੀਪੀਸੀ ਅਪਲਾਈ ਨਹੀਂ ਕਰ ਰਹੀ, ਉੱਥੇ ਕੋਰਟ ਨਹੀਂ ਕੋਈ ਇਦਾਂ ਦੀ ਹੈਗੀ ਜਿੱਥੇ ਸੀਪੀਸੀ ਫੋਲੋ ਨਹੀਂ ਕਰ ਰਹੀ। ਇਸ ਕਰਕੇ ਉੱਥੇ ਨੀਅਰ ਬਾਏ ਜੇ ਕੋਈ ਕੋਰਟ ਹੈਗੀ ਹੈ ਜਿੱਥੇ ਸੀਪੀਸੀ ਅਪਲਾਈ ਹੁੰਦੀ ਹੈ, ਉਸ ਕੋਰਟ ਦੇ ਵਿੱਚ ਜਿਹੜਾ ਸਮਨ ਭੇਜਿਆ ਜਾਵੇਗਾ, ਡਾਇਰੈਕਟਲੀ ਸਮਨ ਨਹੀਂ ਭੇਜਿਆ ਜਾਏਗਾ, ਉੱਥੇ ਉਸ ਕੋਰਟ 'ਚ ਸਮਨ ਭੇਜਿਆ ਜਾਏਗਾ ਬਾਏ ਦਾ ਨੋਟੀਫਿਕੇਸ਼ਨ ਜਾਂ ਫਿਰ ਮਤਲਬ ਸਰ ਸੌਰੀ ਡਿਸਟਰਬ, ਇੱਕ ਦੱਸਿਓ ਜਿੱਥੇ ਰੈਵਨਿਊ ਕੋਰਟ ਨਹੀਂ ਆ ਉੱਥੇ ਸੀਪੀਸੀ ਦੇ ਰਾਹੀਂ ਉਸ ਸਿਵਲ ਅਦਾਲਤ ਨੂੰ ਭੇਜਿਆ ਜਾਊਗਾ ਜਿਹੜੀ ਮੇਨ ਹੈਡ ਹੈ, ਜਦੋਂ ਜੇ ਸੈਸ਼ਨ ਜੱਜ ਹੋਵੇ ਜਾਂ ਲੋਅਰ ਜੱਜ ਹੋਵੇ ਉੱਥੇ ਭੇਜਿਆ ਜਾਊਗਾ। ਕੀ ਹੈਗਾ ਇਹਦਾ ਥੋੜਾ ਜਿਹਾ? ਨਹੀਂ ਸਿਵਲ ਜੱਜ ਦੀ ਗੱਲ ਨਹੀਂ ਕੀਤੀ ਇੱਥੇ। ਇੱਥੇ ਜਿਹਨੇ ਰੈਵਨਿਊ ਕੋਰਟਾਂ ਹੁੰਦੀਆਂ ਨੇ, ਆਪਾਂ ਰੈਵਨਿਊ ਕੋਰਟ ਦੀ ਗੱਲ ਕਰ ਰਹੇ ਹਾਂ ਜਿੱਥੇ ਸੀਪੀਸੀ ਅਪਲਾਈ ਨਹੀਂ ਕਰਦੀ। ਸੀਪੀਸੀ ਪਾਉਣ ਦਾ ਮਤਲਬ ਫਿਰ ਇੱਥੇ ਕੀ ਹੈ? ਜੇ ਅਸੀਂ ਸੀਪੀਸੀ ਦੇ ਅਧੀਨ ਕੰਮ ਕਰਦੇ ਹਾਂ, ਅਸੀਂ ਸੀਪੀਸੀ ਜੇ ਬੇਸ਼ੱਕ ਅਸੀਂ ਰੈਵਨਿਊ ਕੋਰਟ ਹੈਗੇ ਹਾਂ, ਪਰ ਅਸੀਂ ਸੀਪੀਸੀ ਵੀ ਤੇ ਸੀਪੀਸੀ ਦੀਆਂ ਜਿਹਨੇ ਪ੍ਰੋਵੀਜ਼ਨ ਨੇ ਉਹੀ ਸਾਡੇ ਐਕਟਾਂ ਦੇ ਆਉਂਦੀਆਂ ਨੇ ਸਾਰੀਆਂ। ਜਿੰਨੇ ਸਾਡੇ ਐਕਟ ਬਣੇ ਨੇ, ਜਿੰਨੇ ਸਾਡੇ ਰੂਲਸ ਬਣੇ ਨੇ, ਸੀਪੀਸੀ ਤੋਂ ਬਾਹਰ ਨਹੀਂ ਹੈਗੇ। ਸੀਪੀਸੀ ਦੇ ਅਕੋਰਡਿੰਗ ਹੀ ਸਾਡੇ ਰੂਲ ਬਣੇ ਹੋਏ ਸਾਰੇ ਦੇ ਸਾਰੇ, ਤੇ ਹਾਈ ਕੋਰਟ ਦੇ ਆਰਡਰਸ ਨੇ, ਹਾਈ ਕੋਰਟ ਦੇ ਰੂਲਸ ਨੇ, ਅਸੀਂ ਉਹਨਾਂ ਦੇ ਤਹਿਤ ਸਾਰੀ ਕਾਰਵਾਈ ਕਰਦੇ ਹਾਂ। ਸਾਰੀਆਂ ਜਿੰਨੇ ਸਾਡੀਆਂ ਪ੍ਰੋਸੀਡਿੰਗ ਐਜ਼ ਏ ਕੋਰਟ ਅਸੀਂ ਕੰਮ ਕਰਦੇ ਹਾਂ। ਹਾਈ ਕੋਰਟ ਦੇ ਆਰਡਰਸ ਦੇ ਰੂਲਸ ਦੇ ਜਿੱਥੇ ਸੀਪੀਸੀ ਦੇ ਵਿੱਚ ਕੋਈ ਪ੍ਰੋਵੀਜ਼ਨ ਨਹੀਂ ਦਿਖਾਈ ਗਈ ਤਾਂ ਹਾਈ ਕੋਰਟ ਦੇ ਜਿਹੜੇ ਰੂਲਸ ਨੇ ਉਹਦੇ ਮੁਤਾਬਕ ਕੰਮ ਕਰਦੇ ਹੈਗੇ ਆ। ਇੱਥੇ ਸਿੰਪਲ ਜੀ ਗੱਲ ਹੈ, ਪਰ ਇਹ ਇੰਪੋਰਟੈਂਟ ਇਸ਼ੂ ਨਹੀਂ ਹੈਗਾ। ਇਹ ਜਿਹੜਾ 31 ਹੈ ਬਿਲਕੁਲ ਇੰਪੋਰਟੈਂਟ ਨਹੀਂ ਹੈ, ਕਦੀ ਨਹੀਂ ਆਇਆ, ਮੈਂ ਦੇਖਿਆ ਕਦੇ ਆਇਆ ਹੋਵੇ, ਪਰ ਚਲੋ ਤੁਹਾਨੂੰ ਫਿਰ ਵੀ ਮੈਂ ਦੱਸਦਾ ਨਾ। ਜਦੋਂ ਸਿਵਲ ਕੋਰਟਾਂ ਨੇ ਜਾਂ ਰੈਵਨਿਊ ਕੋਰਟ ਨੇ, ਸਿਵਲ ਕੋਰਟ ਦੀ ਗੱਲ ਵੀ ਕੀਤੀ ਗਈ ਨਾਲ, ਜਾਂ ਰੈਵਨਿਊ ਕੋਰਟ ਦੀ ਗੱਲ ਕੀਤੀ ਗਈ ਹੈ ਵੀ ਜਿੱਥੇ ਸੀਪੀਸੀ ਅਪਲਾਈ ਨਹੀਂ ਕਰਦੀ, ਠੀਕ ਹੈ, ਜਾਂ ਕੋਰਟ ਨੇ ਉੱਥੇ ਇੰਡੀਆ ਦੇ ਵਿੱਚ ਹੋਵੇ ਜਾਂ ਆਊਟ ਆਫ ਇੰਡੀਆ ਹੋਵੇ, ਮੇ ਬੀ ਸੈਂਟ ਟੂ ਦਾ ਕੋਰਟਸ ਇਨ ਦਾ ਟੈਰੀਟਰੀ। ਉਸ ਮਤਲਬ ਕਿ ਜਗ੍ਹਾ ਤੇ ਜਿੱਥੇ ਸੀਪੀਸੀ ਅਪਲਾਈ ਕਰਦੇ ਹੋਵੇ ਉੱਥੇ ਜਿਹੜਾ ਨੋਟਿਸ ਭੇਜਿਆ ਜਾਵੇਗਾ ਉਸ ਕੋਰਟ ਨੂੰ ਬਾਈ ਦਾ ਨੋਟੀਫਿਕੇਸ਼ਨ ਕੋਰਟ ਐਸਟੈਬਲਿਸ਼, ਜਾਂ ਫਿਰ ਸੈਂਟਰਲ ਗਵਰਨਮੈਂਟ ਨੇ ਕੋਈ ਨੋਟੀਫਿਕੇਸ਼ਨ ਜਾਰੀ ਕਰਕੇ ਕੋਈ ਉੱਥੇ ਕੋਰਟ ਐਸਟੈਬਲਿਸ਼ ਕੀਤੀ ਹੋਵੇ ਫਾਰ ਦਿਸ ਪਰਪਸ, ਤਾਂ ਉਸ ਕੋਰਟ ਨੂੰ ਭੇਜਿਆ ਜਾਏਗਾ ਸਮਨਿੰਗ ਕਰਾਉਣ ਦੀ ਖਾਤਰ। ਬਸ ਇੰਨਾ ਕੀ ਇਹਦੇ ਵਿੱਚ ਆਏਗਾ, ਜ਼ਿਆਦਾ ਕੁਝ ਨਹੀਂ ਹੈਗਾ। ਇੱਥੇ ਜ਼ਿਆਦਾ ਟਾਈਮ ਵੇਸਟ ਕਰਨ ਦੀ ਲੋੜ ਨਹੀਂ ਹੈਗੀ ਹੈ। ਦੈਨ ਅਗਰ ਰੂਲ ਨੰਬਰ 32 ਇੰਟਰੋਗੇਟਰੀਜ਼, ਫੋਰਨ ਸਮਨਸ ਇੰਟਰੋਗੇਟਰੀਜ਼, ਮਤਲਬ ਇਹ ਕਿਹਾ ਹੈ ਸਿੰਪਲ ਵੀ ਜਦੋਂ ਤੁਹਾਡਾ ਕੋਈ ਸਮਨ ਜਾਂਦਾ ਹੈਗਾ, ਸਮਨ ਦੇ ਨਾਲ ਤੁਹਾਡੀ ਇੰਟਰੋਗੇਟਰੀ ਕੀ ਹੈ, ਤੁਸੀਂ ਕੀ ਉਹ ਤੋਂ ਪੁੱਛਣਾ ਚਾਹੁੰਦੇ ਹੋ, ਕੀ ਉਹਨੂੰ ਕਹਿਣਾ ਚਾਹੁੰਦੇ ਹੋ, ਤੇ ਤੁਹਾਡੇ ਕੁਐਸਚਨਸ ਵਗੈਰਾ ਹੈਗੇ ਨੇ, ਉਹ ਜਿਹੜੀ ਪਲੇਨ ਦੀ ਕਾਪੀ ਵਗੈਰਾ ਇਹ ਨਾਲ ਕਿੰਨੀ ਹੋਣੀ ਚਾਹੀਦੀ ਹੁੰਦੀ ਹੈ ਜਦੋਂ ਕੋਈ ਸਮਨ ਭੇਜਿਆ ਜਾਂਦਾ ਕਿਸੇ ਵਿਅਕਤੀ ਨੂੰ। ਦੈਨ ਰੂਲ 33 ਹੈਗਾ। ਰੂਲ 33 ਕੇਸਸ ਇਨ ਵਿਚ ਇੰਡੀਅਨ ਆਫੀਸਰਸ ਔਰ ਸੋਲਜਰਸ ਆਰ ਕਨੈਕਟਡ। ਜਿੱਥੇ ਕਿਤੇ ਤੁਹਾਡੀ ਕੋਰਟ ਦੇ ਵਿੱਚ ਕੋਈ ਦਾਵਾ ਚੱਲ ਰਿਹਾ ਹੈ, ਕੋਈ ਪਾਰਟੀਸ਼ਨ ਦਾ ਦਾਵਾ ਹੈ, ਚਾਹੇ ਕੋਈ ਨੰਬਰਦਾਰੀ ਨੂੰ ਲੈ ਕੇ ਦਾਵਾ ਚੱਲਦਾ ਹੈ, ਕਿਸੇ ਤਰ੍ਹਾਂ ਦਾ ਕੋਈ ਦਾਵਾ ਚੱਲਦਾ, ਚਾਹੇ ਗੁਰਦੌੜੀ ਦਾ ਦਾਵਾ ਚੱਲਦਾ ਹੈਗਾ, ਜਿਸ ਦਾਵੇ ਦੇ ਵਿੱਚ ਕੋਈ ਸੋਲਜਰ ਸਾਡਾ ਜਿਹੜਾ ਹੈਗਾ ਇੰਡੀਅਨ ਫੋਰਸ ਆਫੀਸਰ ਕੋਈ ਹੋਵੇ ਜਾਂ ਸੋਲਜਰ ਹੋਵੇ, ਉਹ ਕਨੈਕਟਡ ਹੋਵੇ, ਜਾਣੀ ਕਿ ਉਹਦਾ ਵੀ ਰਾਈਟਸ ਵਗੈਰਾ ਬਣਦੇ ਹਨ, ਉਹ ਮਾਲਕ ਹੋਵੇ ਜ਼ਮੀਨ ਦਾ, ਜਾਂ ਉਹ ਕੈਂਡੀਡੇਟ ਹੋਵੇ, ਤਾਂ ਉੱਥੇ ਕੀ ਕਿਹਾ ਗਿਆ ਹੈ, ਉੱਥੇ ਮੇਨ ਇਹ ਕਿਹਾ ਗਿਆ ਵੀ ਤੁਸੀਂ ਪਰਸਨਲ ਜਿਹੜਾ ਧਿਆਨ ਦੇ ਕੇ
ਇਹ ਦੇਖਣਾ ਹੈਗਾ ਵੀ ਉਸ ਜਿਹੜਾ ਕੇਸ ਹੈਗਾ ਉਹ ਜ਼ਿਆਦਾ ਲੰਮਾ ਨਾ ਪਵੇ, ਠੀਕ ਹੈ। ਸ਼ਾਰਟ ਤੋਂ ਸ਼ਾਰਟ ਤਰੀਕਾਂ ਦੇ ਕੇ ਉਸ ਨੂੰ ਮਤਲਬ ਕਿ ਬਿਨਾਂ ਬੇਲੋੜੀਆਂ ਜਿਹੜੀਆਂ ਹੈਗੀਆਂ ਅਡਜਰਨਮੈਂਟਸ ਤੋਂ ਬਚਣਾ ਚਾਹੀਦਾ ਹੈਗਾ। ਅਡਜਰਨਮੈਂਟਸ ਦੀ ਬਜਾਏ ਉਸ ਜਿਹੜਾ ਕੇਸ ਹੈਗਾ ਉਸ ਨੂੰ ਪਹਿਲ ਦੇ ਆਧਾਰ ਤੇ ਡਿਸਾਈਡ ਕਰਨਾ ਹੁੰਦਾ, ਤਾਂ ਕਿ ਜਿਹੜਾ ਆਫਿਸਰ ਹੈ ਕੋਈ ਫੌਜੀ ਆਇਆ ਹੋਇਆ ਹੈਗਾ ਆਪਣੀ ਛੁੱਟੀ ਦੇ ਦੌਰਾਨ ਆਪਦੀ ਜਿਹੜੀ ਕਾਰਵਾਈ ਹੈ ਉਹ ਮੁਕੰਮਲ ਕਰ ਪਾਏ, ਤਾਂ ਕਿ ਉਹ ਆਪਦਾ ਟੈਨਸ਼ਨ ਫਰੀ ਹੋ ਕੇ ਦੁਬਾਰਾ ਆਪਦੀ ਜਿਹੜੀ ਡਿਊਟੀ ਹੈ ਜੁਆਇਨ ਕਰ ਸਕੇ, ਠੀਕ ਹੈ ਜੀ। ਦੈਨ ਹੈਗਾ ਜੀ ਰੂਲ 34। ਰੂਲ 34 ਕੀ ਹੈਗਾ? ਰੂਲ 34 ਹੈ ਡਿਫੈਂਡੈਂਟ ਟੂ ਪ੍ਰੈਜ਼ੈਂਟ ਰਿਟਨ ਸਟੇਟਮੈਂਟ। ਜਦੋਂ ਦਾਅਵਾ ਦਾਇਰ ਕੀਤਾ ਜਾਂਦਾ ਹੈ, ਕੰਪਲੇਂਟ ਫਾਈਲ ਕੀਤੀ ਜਾਂਦੀ ਹੈ, ਐਪਲੀਕੇਸ਼ਨ ਫਾਈਲ ਕੀਤੀ ਜਾਂਦੀ ਹੈ, ਦੈਨ ਦੂਜੀ ਪਾਰਟੀ ਦੀ ਡਿਫੈਂਡੈਂਟ ਹੁੰਦੀ ਹੈ, ਡਿਫੈਂਡੈਂਟ ਪਾਰਟੀ ਨੇ ਰਿਟਨ ਸਟੇਟਮੈਂਟ ਫਾਈਲ ਕਰਨੀ ਹੁੰਦੀ ਹੈ। ਰਿਟਨ ਸਟੇਟਮੈਂਟ ਕੀ ਹੈ? ਮਤਲਬ ਕਿ ਜਵਾਬ, ਜਿਹਨੂੰ ਆਪਾਂ ਜਵਾਬ ਦਾਵਾ ਆਪਾਂ ਆਮ ਰੂਟੀਨ 'ਚ ਗੱਲ ਕਰਦੇ ਹਾਂ, ਜਦੋਂ ਤੁਸੀਂ ਕੋਰਟਾਂ 'ਚ ਕੰਮ ਕਰ ਰਹੇ ਹੋ ਸਾਰੇ ਤੁਹਾਨੂੰ ਵੀ ਹਰ ਰੋਜ਼ ਹੀ ਲੋੜ ਪੈਂਦੀ ਰਹਿੰਦੀ ਹੈ। ਜਦੋਂ ਕੋਈ ਦਾਅਵਾ ਦਾਇਰ ਕੀਤਾ ਜਾਂਦਾ ਹੈ ਉਹਦੇ ਵਿੱਚ ਕਲੈਕਟਰ ਨੂੰ ਪਾਰਟੀ ਬਣਾਇਆ ਜਾਂਦਾ ਹੈ ਤੇ ਨਾਲ ਹੀ ਕੰਸਰਨਡ ਏਰੀਆ ਦਾ ਜਿਹੜਾ ਤਹਿਸੀਲਦਾਰ ਹੁੰਦਾ ਹੈ ਉਹਨੂੰ ਪਾਰਟੀ ਬਣਾਇਆ ਜਾਂਦਾ ਹੈ, ਰੈਵਨਿਊ ਸੈਕਟਰੀ ਰੈਵਨਿਊ ਨੂੰ ਪਾਰਟੀ ਬਣਾਇਆ ਜਾਂਦਾ ਹੈ। ਤਾਂ ਜਦੋਂ ਸਾਡੇ ਕੋਲ ਕੋਈ ਦਾਅਵਾ ਆਉਂਦਾ ਹੈ, ਸਾਡੇ ਕੋਲ ਕੰਪਲੇਂਟ ਆਉਂਦੀ ਹੈ, ਤਾਂ ਉਹਦਾ ਜਦੋਂ ਅਸੀਂ ਕੋਈ ਜਵਾਬ ਦਾਵਾ ਬਣਾਉਣਾ ਹੁੰਦਾ ਹੈ, ਜਵਾਬ ਦਾਵਾ ਕੰਸਰਨ ਪਟਵਾਰੀ ਹਲਕਾ ਦਾ ਪਾਸ ਜਿਹੜਾ ਵੀ ਰਿਕਾਰਡ ਹੁੰਦਾ ਹੈ, ਉਹ ਰਿਕਾਰਡ ਲੈ ਕੇ ਜਦੋਂ ਅਸੀਂ ਉਹਦਾ ਕੱਚਾ ਦਾਵਾ ਕਿਸੇ ਐਕਸਪਰਟ ਤੋਂ ਬਣਵਾਉਂਦੇ ਹਾਂ, ਉਹ ਜਵਾਬ ਦਾਵਾ ਹੁੰਦਾ, ਉਸੇ ਨੂੰ ਅਸੀਂ ਰਿਟਨ ਸਟੇਟਮੈਂਟ ਕਹਿ ਦਿੰਦੇ ਹਾਂ। ਉਹ ਕੰਸਰਨ ਪਾਰਟੀ ਦੇ ਖਿਲਾਫ ਦਾਇਰ ਕੀਤਾ ਜਾਂਦਾ, ਉਹਦੇ ਵੱਲੋਂ ਦਾਇਰ ਕੀਤੀ ਜਾਂਦੀ ਹੈ। ਤੇ ਨਾਲ ਹੀ ਕੀ ਹੈਗਾ, ਉਹਦੀ ਜਿਹੜੀ ਵੈਰੀਫਿਕੇਸ਼ਨ ਹੁੰਦੀ ਹੈ, ਨੀਚੇ ਐਂਡ ਦੇ ਵਿੱਚ ਆ ਕੇ ਵੈਰੀਫਿਕੇਸ਼ਨ ਲਗਾਈ ਜਾਂਦੀ ਹੈ, ਠੀਕ ਹੈ, ਤੇ ਸਾਈਨ ਕੀਤੇ ਜਾਂਦੇ ਕੰਸਰਨਡ ਆਫੀਸਰ ਵੱਲੋਂ, ਜਿਹਦੇ ਵੱਲੋਂ ਜਵਾਬ ਦਾਇਰ ਕੀਤਾ ਜਾਂਦਾ ਹੈ। ਜਿਵੇਂ ਕਿ ਇਨ ਰੂਟੀਨ ਤੁਹਾਨੂੰ ਲੋੜ ਪਏਗੀ ਹਰ ਰੋਜ਼, ਜਿਵੇਂ ਕਿ ਸੈਕਟਰੀ ਰੈਵਨਿਊ ਪਾਰਟੀ ਹੈ, ਕਲੈਕਟਰ ਪਾਰਟੀ ਹੈ, ਠੀਕ ਹੈ, ਨਾਲ ਹੀ ਤਹਿਸੀਲਦਾਰ ਪਾਰਟੀ ਹੈ। ਤਾਂ ਜਿਹੜਾ ਆਮ ਤੌਰ ਤੇ ਕੀ ਹੈ, ਪ੍ਰੈਕਟਿਸ ਦੇ ਵਿੱਚ ਕੀ ਹੈਗਾ, ਜਿਹੜਾ ਜਵਾਬ ਦਾਵਾ ਦਾਇਰ ਕੀਤਾ ਜਾਵੇਗਾ ਉਹ ਤਹਿਸੀਲਦਾਰ ਵੱਲੋਂ ਦਾਇਰ ਕੀਤਾ ਜਾਵੇਗਾ ਕੋਰਟ ਦੇ ਵਿੱਚ, ਔਨ ਬਿਹਾਫ ਆਫ ਦਾ ਸੈਕਟਰੀ ਰੈਵਨਿਊ, ਔਨ ਬਿਹਾਫ ਆਫ ਦਾ ਕਲੈਕਟਰ ਐਂਡ ਔਨ ਆਪਦੇ ਪੱਧਰ ਦੇ ਉੱਤੇ, ਠੀਕ ਹੈ ਜੀ, ਆਪਣੇ ਵੱਲੋਂ। ਨੈਕਸਟ ਅਸੀਂ ਪੜਾਂਗੇ 34 ਦੇ ਵਿੱਚ ਹੀ ਪੜ੍ਹ ਰਹੇ ਸੀਗੇ, ਡਿਫੈਂਡੈਂਟ ਟੂ ਪ੍ਰੈਜ਼ੈਂਟ ਰਿਟਨ ਸਟੇਟਮੈਂਟ। ਫਿਰ ਸੀਪੀ ਦਾ ਜਿਹੜਾ ਹੈਗਾ ਇਹਦੇ ਵਿੱਚ ਆਰਡਰ ਹੁੰਦਾ 8 ਤੇ ਰੂਲ 1 ਹੈਗਾ ਉਹ ਫੋਲੋ ਕੀਤਾ ਜਾਂਦਾ ਹੈ। ਰਿਟਨ ਸਟੇਟਮੈਂਟ ਦੇ ਵਿੱਚ ਕਾਸਟ ਵਗੈਰਾ ਡਿਲੇ ਵਗੈਰਾ ਨਹੀਂ ਹੋਣੀ ਚਾਹੀਦੀ। ਜਦੋਂ ਰਿਟਨ ਸਟੇਟਮੈਂਟ ਦੇਣੀ ਹੈ ਤਾਂ ਬਿਨਾਂ ਮਤਲਬ ਦੀਆਂ, ਕਹਿੰਦਾ ਰੂਲ ਕਹਿ ਰਿਹਾ ਹੈ ਰੂਲ 34 ਵੀ ਬਿਨਾਂ ਮਤਲਬ ਤੋਂ ਜਿਹੜੀ ਅਡਜਰਨਮੈਂਟਸ ਦਾਵਾ ਦਾਇਰ ਕਰਨ ਦੇ ਲਈ, ਦਾਵਾ ਦਾਇਰ ਨਹੀਂ, ਦਾਵਾ ਦਾ ਦਾਇਰ ਹੋ ਚੁੱਕਿਆ, ਉਹਦੀ ਜਵਾਬ ਦਾਵਾ ਦੇਣ ਦੇ ਲਈ, ਰਿਟਨ ਸਟੇਟਮੈਂਟ ਦੇਣ ਦੇ ਲਈ ਜਿਹੜੀ ਕੋਰਟ ਨੂੰ ਕਿਹਾ ਗਿਆ ਵੀ ਬਿਨਾਂ ਲੋੜੀਆਂ ਜਿਹੜੀਆਂ ਅਡਜਰਨਮੈਂਟਸ ਨਾ ਕੀਤੀਆਂ ਜਾਣ, ਤਾਂ ਕਿ ਜਿਹੜੀ ਕੇਸ ਦੀ ਜਿਹੜੀ ਪੈਰਵਾਈ ਹੈ ਜਦੋਂ ਤੱਕ ਰਿਟਨ ਸਟੇਟਮੈਂਟ ਫਾਈਲ ਨਹੀਂ ਹੋ ਜਾਂਦੀ, ਜਿਹੜਾ ਕੇਸ ਹੈਗਾ ਫਰਦਰ ਅੱਗੇ ਮੂਵ ਨਹੀਂ ਕਰਦਾ ਹੈਗਾ, ਠੀਕ ਹੈ ਜੀ। ਜੇ ਕੋਈ ਪਾਰਟੀ ਨਿਯਤ ਸਮੇਂ ਦੇ ਅੰਦਰ ਕਈ ਪੇਸ਼ੀਆਂ ਲੱਗ ਚੁੱਕੀਆਂ, ਜਵਾਬ ਦਾਵਾ ਨਹੀਂ ਦਿੰਦੀ, ਤਾਂ ਉਸ ਨੂੰ ਕਾਸਟ ਪਾ ਕੇ ਜਿਹੜਾ ਹੈਗਾ ਜਵਾਬ ਦਾਵਾ ਤੋਂ ਲਿਆ ਜਾ ਸਕਦਾ ਹੈ, ਜਾਂ ਫਿਰ ਜਿਹੜਾ ਕੇਸ ਹੈਗਾ ਦੂਜੀ ਪਾਰਟੀ ਨੂੰ ਜਿਹੜੀ ਉਹਦੀ ਕਾਸਟ ਹੈ ਪੇ ਕਰਾਈ ਜਾ ਸਕਦੀ ਹੈ ਰੈਵਨਿਊ ਕੋਰਟ ਵੱਲੋਂ ਜਾਂ ਸਿਵਲ ਕੋਰਟ ਕੋਈ ਵੀ ਹੋਵੇ। ਨੈਕਸਟ ਹੈ ਜੀ, ਜੇ ਫਿਰ ਵੀ ਨਹੀਂ ਜਵਾਬ ਦਾਵਾ ਦਿੰਦਾ ਸਰ, ਹੈ ਜੀ, ਜੇ ਫਿਰ ਵੀ ਨਹੀਂ ਜਵਾਬ ਦਾਵਾ ਹੋਰ ਫਾਈਲ ਕਰਦਾ ਜੀ, ਫਿਰ ਉਹਦੇ ਦੇਖੋ ਫਿਰ ਐਂਡ ਤੱਕ ਲਾਸਟ ਓਪਰਚੁਨਿਟੀ ਜਾ ਕੇ ਫਿਰ ਤੂੰ ਕਹਿਣਾ ਵੀ ਤੁਸੀਂ ਆਪਦੇ ਜਵਾਬ ਦਾਵੇ ਨੂੰ ਐਕਸ ਪਾਰਟੀ ਦਾ ਫਾਈਲ ਹੋ ਜਾਏਗਾ, ਪਾਰਟੀ ਡਿਸਾਈਡ ਹੋ ਜਾਏਗਾ, ਨਾ ਫਾਈਲ ਕਰੇ। ਇਹਦੇ ਚ ਕੋਰਟ ਨੇ ਕੋਈ ਫੜ ਕੇ ਥੋੜਾ ਲੈਣਾ ਉਸ ਤੋਂ ਵੀ ਤੁਸੀਂ ਜਵਾਬ ਦਾਵਾ ਜ਼ਰੂਰ ਦਾਇਰ ਕਰ, ਨਹੀਂ ਦਾਇਰ ਕਰਦਾ ਤਾਂ ਉਹਦੇ ਜਿਹੜੇ ਫੈਕਟਸ ਨੇ, ਉਹਦੇ ਜਿਹੜੇ ਪੱਖ ਨੇ ਉਹ ਸਾਰੇ ਇਗਨੋਰ ਹੋ ਜਾਣਗੇ, ਠੀਕ ਹੈ ਜੀ। ਫਿਰ ਇਨ ਬਿਟਵੀਨ ਜਾ ਕੇ ਨਹੀਂ ਜਵਾਬ ਦਾਵਾ ਦੇ ਸਕਦਾ ਕੋਈ ਵੀ ਆ ਕੇ ਮੈਂ ਹੁਣ ਕੇਸ ਦੀ ਪੈਰਵਾਈ ਚੱਲ ਪਈ, ਕੇਸ ਸਟਾਰਟ ਹੋ ਗਿਆ, ਦੈਨ ਕੇਸ ਵਿਚਕਾਰ ਪਹੁੰਚ ਗਿਆ ਤਾਂ ਆ ਗਿਆ ਮੈਂ ਤਾਂ ਜੀ ਹੁਣ ਜਵਾਬ ਦਾਵਾ ਦੇਣਾ ਹੈ, ਨਹੀਂ, ਇੱਥੇ ਆ ਕੇ ਫਿਰ ਨਹੀਂ। ਦੈਨ ਆ ਗਿਆ ਰੂਲ 35। ਰੂਲ 35 ਕੀ ਕਹਿੰਦਾ ਜੀ, ਸਟੇਟਮੈਂਟ ਜਿਹੜੀ ਹੈਗੀ ਹੈ ਜਵਾਬ ਦਾਵਾ ਹੈਗਾ ਜਿਹੜਾ ਦੇਣਾ ਹੈ, ਉਹਦੇ ਨਾਲ ਜਿੰਨੇ ਵੀ ਹੈਗੇ ਆ ਸਾਰੇ ਜੋ ਐਜ਼ ਏ ਪ੍ਰੂਫ ਡਾਕੂਮੈਂਟ ਲਗਾਣੇ ਨੇ, ਉਹ ਜਿਹੜੇ ਡਾਕੂਮੈਂਟ ਨੇ ਉਹ ਰਾਈਟ ਜਿਹਦੇ ਆਧਾਰ ਤੇ ਕੋਈ ਜਵਾਬ ਦਾਵਾ ਦਾਇਰ ਕੀਤਾ ਜਾਂਦਾ ਹੈ ਜਾਂ ਰਿਟਨ ਸਟੇਟਮੈਂਟ ਫਾਈਲ ਕੀਤੀ ਜਾਂਦੀ ਹੈ, ਠੀਕ ਹੈ। ਉਹ ਡਾਕੂਮੈਂਟ ਜਿਹੜੀ ਲਿਸਟ ਹੁੰਦੀ ਹੈ ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ, ਉਹ ਡਾਕੂਮੈਂਟਸ ਨਾਲ ਜਿਹੜੇ ਹੁੰਦੇ ਆ ਲਗਾਏ ਜਾਣੇ ਹੁੰਦੇ ਆ। ਦੈਨ ਰੂਲ 36 plaintiff may also be called upon to file written statement। ਕਿਸੇ ਵੇਲੇ ਪਰ ਦੇਖੋ ਜਵਾਬ ਵੱਲ ਜਵਾਬ ਆਪਾਂ ਕਹਿ ਦਿੰਦੇ ਹਾਂ, ਜਵਾਬ ਵੱਲ ਜਵਾਬ ਮਤਲਬ ਇਹ ਹੈ ਜਿਹੜੀ ਪਲੈਂਟਿਫ ਹੈਗਾ, ਪਲੈਂਟਿਫ ਨੂੰ ਵੀ ਫਿਰ ਰਿਟਨ ਸਟੇਟਮੈਂਟ ਦਾਇਰ ਕਰਨ ਲਈ ਕਿਹਾ ਜਾ ਸਕਦਾ ਹੈ। ਕਿਵੇਂ ਦਾਇਰ ਕਰੇਗਾ, ਜਿਵੇਂ ਜਵਾਬ ਦੇਤਾ ਪਾਰਟੀ ਨੇ, ਰਿਟਨ ਸਟੇਟਮੈਂਟ ਦਿੱਤੀ, ਦੈਨ ਉਹ ਜਵਾਬ ਦਾ ਜਵਾਬ ਵੱਲ ਜਵਾਬ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਦੈਟ ਇਜ਼ ਕਾਲਡ ਦਾ ਰਿਟਨ ਸਟੇਟਮੈਂਟ ਬਾਈ ਦਾ plaintiff। Rule
37 each defendant should as a rule file separate written statement। मतलब देखो जिदा डिफरेंट डिफेंडेंट के खिलाफ कोई एक्शन हैगा ਤਾਂ डिफरेंट ਉਹਨੇ ਗਲਤ ਕੰਮ ਆ ਕੀਤਾ, ਉਹਨੇ ਗਲਤ ਕੰਮ ਆ ਕੀਤਾ, ਉਹਨੇ ਗਲਤ ਕੰਮ ਆ ਕੀਤਾ, ਠੀਕ ਹੈ, ਤਾਂ ਅਲੱਗ-ਅਲੱਗ ਜਵਾਬ ਦਵਾ ਆਪਦੇ ਦੇਣਗੇ ਵੱਖਰੇ डिफेंडेंट जिन्ने हैगे ने। जे सेम ही ਇੱਕੋ ਹੀ इशू हैगा, ਇੱਕੋ ਹੀ ਗੱਲਬਾਤ ਹੈਗੀ, ਤਾਂ ਜਿਹੜਾ ਜਵਾਬ ਦਵਾ ਹੈਗਾ ਸਾਰਿਆਂ ਵੱਲੋਂ ਇਕੱਠਾ ਹੀ ਦਿੱਤਾ ਜਾ ਸਕਦਾ, ਜਿਵੇਂ ਕਿ ਰੂਟੀਨ ਦੇ ਵਿੱਚ ਆਪਾਂ ਆਪਣਾ ਰੈਵਨਿਊ ਆਫੀਸਰਸ ਵੱਲੋਂ ਜਵਾਬ ਦਵੇ ਦਿੱਤੇ ਜਾਂਦੇ ਹੈਗੇ, ਕਿਉਂਕਿ ਮੇਨ ਇੱਕੋ ਹੀ ਕੰਮ ਹੁੰਦਾ। ਇੰਤਕਾਲ ਨਹੀਂ ਹੋਇਆ ਜੀ ਸਾਡਾ, ਠੀਕ ਹੈ, ਤਹਿਸੀਲਦਾਰ ਨੇ ਕੀਤਾ, ਉਸੇ ਦੇ ਬਿਹਾਫ ਤੇ ਜਿਹੜਾ ਕਲੈਕਟਰ ਹੈ ਉਹਦੇ ਖਿਲਾਫ ਦਾਵਾ ਪਾਇਆ ਜਾਂਦਾ, ਉਹਦੇ ਖਿਲਾਫ ਉਹਦੇ ਮੁਤਾਬਕ ਹੀ ਜਿਹੜਾ ਸੈਕਟਰੀ ਰੈਵਨਿਊ ਹੁੰਦਾ। ਮੇਨ ਤਾਂ ਗੱਲ ਹੁੰਦੀ ਇੰਤਕਾਲ ਦੀ ਵੀ ਨਹੀਂ ਹੋਇਆ, ਤਾਂ ਜਿਹੜਾ ਹੈਗਾ ਜਵਾਬ ਦਾਵਾ ਤਿੰਨਾਂ ਵੱਲੋਂ ਇੱਕ ਦਿੱਤਾ ਜਾਂਦਾ। ਪਰ ਜੇ ਅਲੱਗ-ਅਲੱਗ ਉਹਨੇ ਕੁਝ ਹੋਰ ਕੀਤਾ ਹੋਵੇ, ਉਹਨੇ ਕੁਝ ਹੋਰ ਕੀਤਾ ਹੋਵੇ, ਉਹਨੇ ਦੈਨ ਜਿਹੜਾ ਰਿਟਰਨ ਸਟੇਟਮੈਂਟ ਹੈਗੀ ਹੈ ਉਹ ਸੈਪਰੇਟ ਦਿੱਤੀ ਜਾਂਦੀ ਹੈ। ਨੈਕਸਟ 38 ਸੈਟ ਆਫ ਕਲੇਮ, ਸੈਟ ਆਫ ਦੈਨ ਸਟੈਂਪ। ਇੱਕ ਪਾਰਟੀ ਨੇ ਦਾਵਾ ਦਾਇਰ ਕੀਤਾ, ਦੂਜੀ ਪਾਰਟੀ ਕਹਿੰਦੀ ਮੈਂ ਵੀ ਤਾਂ ਆਹ ਕੁਛ ਲੈਣਾ, ਮੇਰਾ ਵੀ ਕਲੇਮ ਬਣਦਾ ਹੈ, ਤਾਂ ਜਿਹੜਾ ਹੈਗਾ ਦੂਜੀ ਪਾਰਟੀ ਵੱਲੋਂ ਆਪਣੀ ਜਿਹੜੀ ਰਿਟਨ ਸਟੇਟਮੈਂਟ ਹੁੰਦੀ ਹੈ ਉਹਦੇ ਵਿੱਚ ਵੀ ਕਲੇਮ ਕੀਤਾ ਜਾ ਸਕਦਾ ਹੈਗਾ, ਤਾਂ ਕਿ ਮੰਨ ਲਓ ਇੱਕ ਪਾਰਟੀ ਨੇ ਕਿਹਾ 5 ਲੱਖ ਰੁਪਈਆ ਮੈਂ ਲੈਣਾ, ਦੂਜੀ ਪਾਰਟੀ ਕਹਿੰਦੀ ਮੈਂ 3 ਲੱਖ ਰੁਪਏ ਲੈਣਾ, ਤਾਂ ਸੈਟ ਆਫ ਹੋ ਗਿਆ 3 ਲੱਖ ਰੁਪਈਆ, ਠੀਕ ਹੈ। ਇਹ ਉਹਨੂੰ ਜਦੋਂ ਪਾਰਟੀਆਂ ਆਪਦਾ ਰਿਟਨ ਸਟੇਟਮੈਂਟ ਦਿੰਦੀਆਂ ਨੇ ਉਹਦੇ ਵਿੱਚ ਉਹ ਦੱਸੇਗਾ ਸਾਰਾ ਕੁਛ ਵੀ ਮੇਰੀ ਜਿਹੜੀ ਸੈਟ ਆਫ ਹੈ ਉਹ ਕਿੰਨੀ ਹੈਗੀ ਹੈ। ਰੂਲ 39 ਕਿ ਜਨਰਲ ਸਪੈਸ਼ਲ ਰੂਲਸ ਐਜ਼ ਟੂ ਦ ਰਿਟਨ ਸਟੇਟਮੈਂਟ। ਜਨਰਲ ਰੂਲ ਕੀ ਨੇ, ਠੀਕ ਹੈ, ਇਹ CPC ਜਿਹੜਾ ਆਰਡਰ 6 ਹੈ ਉਹਦੇ ਵਿੱਚ ਦਰਸਾਏ ਗਏ ਨੇ, ਬਾਕੀ ਲੰਮੇ ਚੌੜੇ ਹੁੰਦੇ ਨੇ, ਤੇ ਜਿਹੜੇ ਸਪੈਸ਼ਲ ਰੂਲ ਨੇ ਉਹ ਆਰਡਰ 8 ਹੈਗਾ CPC ਦਾ, ਉਹ 'ਚ ਦਰਸਾਏ ਗਏ ਨੇ। ਮਤਲਬ ਕਹਿਣ ਦਾ ਭਾਵ ਇਹ ਹੈ ਵੀ ਜੇ ਕੋਈ ਪਾਰਟੀ ਕੋਈ ਕਲੇਮ ਕਰਦੀ ਹੈ, ਦੂਜੀ ਪਾਰਟੀ ਉਹਨੂੰ ਐਡਮਿਟ ਕਰਦੀ ਹੈ ਜਾਂ ਡਿਨਾਈ ਕਰਦੀ ਹੈ, ਠੀਕ ਹੈ, ਮਤਲਬ ਕਿ ਇਹ ਕਲੀਅਰ ਕੱਟ ਹੋਣਾ ਚਾਹੀਦਾ ਹੈ, ਗੋਲਮੋਲ ਗੱਲ ਨਹੀਂ ਹੋਣੀ ਚਾਹੀਦੀ। ਇੱਕ ਪਾਰਟੀ ਨੇ ਐਡਮਿਟ ਕੀਤਾ ਤਾਂ ਇੱਕ ਪਾਰਟੀ ਨੇ ਕਲੇਮ ਕੀਤਾ, ਦੂਜੀ ਪਾਰਟੀ ਨੇ ਐਡਮਿਟ ਕਰ ਲਿਆ, ਗੱਲ ਖਤਮ, ਨਿਬੜ ਗਈ ਇੱਥੇ। ਜਾਂ ਦੂਜੀ ਪਾਰਟੀ ਨੇ ਡਿਨਾਈ ਕੀਤਾ, ਸਪੈਸੀਫਿਕ ਹੋਣਾ ਚਾਹੀਦਾ ਹੈ, ਨਾਟ ਐਂਬੀਗਸ, ਗੋਲਮੋਲ ਦੀ ਗੱਲ ਨਹੀਂ ਹੋਣੀ ਚਾਹੀਦੀ, ਮਤਲਬ ਕਲੀਅਰ ਕੱਟ ਹੋਣੀ ਚਾਹੀਦੀ ਹੈ ਜਿਹੜੀ ਗੱਲ ਪਾਰਟੀ ਕਰਦੀਆਂ ਨੇ। ਮਤਲਬ ਕਹਿਣ ਦਾ ਭਾਵ ਹੈ ਵੀ ਇਕੱਲੀ ਇੱਕ ਤਾਂ ਜਿਵੇਂ ਹੈ ਇਕੱਲਾ ਲਾਅ ਦੱਸਦਾ ਵੀ ਆਹ ਲਾਅ ਦੇ ਮੁਤਾਬਕ ਇਹ ਕਰ ਨਹੀਂ ਸਕਦਾ, ਜੋ ਇਹਨੇ ਕੀਤਾ ਦਾਵਾ ਹੈ ਦਾਇਰ ਹੋ ਗਿਆ ਕੋਰਟ ਦੇ ਵਿੱਚ, ਦੂਜੀ ਪਾਰਟੀ ਕਹਿੰਦੇ ਨਹੀਂ ਜੀ ਇਹ ਤਾਂ ਦਾਵਾ ਦਾਇਰ ਨਹੀਂ ਕਰ ਸਕਦਾ, ਆਹ ਲਾਅ ਹੈ ਸੈਕਸ਼ਨ 11 ਦੇ ਤਹਿਤ ਰੈਸ ਜੁਡੀਕਾਟਾ ਬਣਦਾ ਜੀ, ਠੀਕ ਹੈ। ਪਰ ਇੱਦਾਂ ਇੰਨਾ ਕਹਿਣ ਨਾਲ ਨਹੀਂ ਸਰਦਾ, ਉਹ ਕਹਿੰਦੇ ਨਾਲ ਪ੍ਰੂਫ ਦਿਓ ਕਿਹੜਾ ਕੇਸ ਇਹਦਾ ਪਹਿਲਾਂ ਚੱਲ ਰਿਹਾ ਕੋਰਟ ਦੇ ਵਿੱਚ, ਜਾਂ ਕਿਹੜਾ ਕੇਸ ਪਹਿਲਾਂ ਡਿਸਾਈਡ ਹੋ ਚੁੱਕਿਆ ਕੋਰਟ ਦੇ ਵਿੱਚੋਂ, ਠੀਕ ਹੈ। ਕੱਲਾ ਲਾਅ ਦੀ ਗੱਲ ਨਹੀਂ ਕਹਿਣੀ ਹੈਗੀ, ਲਾਅ ਨੂੰ ਪ੍ਰੂਵ ਵੀ ਕਰਨਾ ਹੈਗਾ। ਇਹ ਸਾਰਾ ਕੁਝ ਜਿਹੜਾ ਹੈਗਾ ਇਹ ਪਾਰਟੀ ਵੱਲੋਂ ਜਿਹਨੇ ਰਿਪਲਾਈ ਦੇਣੀ ਹੈਗੀ ਹੈ ਉਹਦੇ ਵੱਲੋਂ ਦੱਸਿਆ ਜਾਣਾ ਚਾਹੀਦਾ ਹੈਗਾ। ਦੈਨ ਆ ਜਾਂਦਾ ਸੈਕਸ਼ਨ F, ਸੈਟਲਮੈਂਟ ਆਫ ਦਾ ਇਸ਼ੂਜ਼। settlement of the issues, rule number 40, necessity of framing the correct issues। देखो ਜਿਹੜਾ ਤੁਹਾਡਾ ਸਾਰਾ ਕੇਸ ਡਿਪੈਂਡ ਕਰਦਾ ਹੈ, ਕਾਹਦੇ ਤੇ ਡਿਪੈਂਡ ਕਰਦਾ ਹੈ, ਇਸ਼ੂਜ਼ ਤੇ। ਜਿਹੜੇ ਟ੍ਰਾਇਲ ਹੁੰਦਾ ਤੁਹਾਡਾ, ਜਿਹੜਾ ਤੁਹਾਡਾ ਦਾਵਾ ਹੁੰਦਾ ਟ੍ਰਾਇਲ ਪ੍ਰੋਸੀਡਿੰਗ, ਇਹਦੇ ਮੇਨ 2 ਪਾਰਟ ਹੁੰਦੇ ਨੇ। ਮੇਨ 2 ਪਾਰਟ ਕਿਹੜੇ ਹੁੰਦੇ ਨੇ, ਇੱਕ ਪਾਰਟ ਹੁੰਦਾ ਹੈ ਫਰੇਮਿੰਗ ਆਫ ਦਾ ਇਸ਼ੂ, ਦੂਜਾ ਪਾਰਟ ਕੀ ਹੁੰਦਾ ਹੈ ਹੀਅਰਿੰਗ ਆਫ ਦਾ ਐਵੀਡੈਂਸ। ਪਹਿਲੇ ਪੇਜ ਤੇ ਪਹਿਲੇ ਆਧਾਰ ਤੇ ਜਿਹੜੇ ਹੈਗੇ ਨੇ ਇਸ਼ੂ ਫਰੇਮ ਹੁੰਦੇ ਨੇ। ਜੇ ਇਸ਼ੂ ਫਰੇਮ ਸਹੀ ਹੋ ਗਏ ਤਾਂ ਜਿਹੜਾ ਤੁਹਾਡਾ ਜਿਹੜਾ ਕੇਸ ਹੈਗਾ ਪ੍ਰੋਪਰ ਤਰੀਕੇ ਦੇ ਨਾਲ ਜਿਹੜੀ ਕੋਰਟ ਹੈਗੀ ਹੈ ਉਹ ਆਪਣੇ ਕੇਸ ਨੂੰ ਡਿਸਾਈਡ ਕਰੇਗੀ, ਸਮੇਂ ਸਿਰ ਡਿਸਾਈਡ ਕਰ ਦੇਗੀ, ਜ਼ਿਆਦਾ ਲੰਮਾ ਨਹੀਂ ਪਏਗਾ। ਜੇ ਤੁਸੀਂ ਇਸ਼ੂ ਫਰੇਮ ਕਰਨ ਦੇ ਵਿੱਚ ਹੀ ਕਾਮਯਾਬ ਨਹੀਂ ਹੁੰਦੇ, ਪ੍ਰੋਪਰ ਇਸ਼ੂ ਤੁਹਾਡੇ ਤੋਂ ਫਰੇਮ ਹੀ ਨਹੀਂ ਹੁੰਦੇ ਹੈਗੇ, ਠੀਕ ਹੈ, ਤਾਂ ਤੁਸੀਂ ਜਿਹੜਾ ਕੇਸ ਹੈਗਾ ਉਹ ਵੀ ਲੰਮੇ ਸਮੇਂ ਤੱਕ ਤੁਸੀਂ ਡਿਸਾਈਡ ਕਰਨ ਦੇ ਵਿੱਚ ਸਫਲ ਨਹੀਂ ਹੋ ਪਾਓਗੇ। ਇਸ ਕਰਕੇ ਇਹ ਕਿਹਾ ਹੈ ਟ੍ਰਾਇਲ ਜਿਹੜਾ ਹੈਗਾ, ਟ੍ਰਾਇਲ ਦੇ ਮੇਨ 2 ਪਾਰਟ ਹੁੰਦੇ ਨੇ, ਫਰੇਮਿੰਗ ਆਫ ਦਾ ਇਸ਼ੂ, ਹੀਅਰਿੰਗ ਆਫ ਦਾ ਐਵੀਡੈਂਸ ਐਂਡ ਡਿਸੀਜਨ ਆਫ ਦਾ ਇਸ਼ੂਜ਼। ਪਾਰਟੀਆਂ ਨੂੰ ਸੁਣ ਕੇ ਫਿਰ ਉਹ ਇਕੱਲੇ ਇਸ਼ੂ ਦਾ ਡਿਸਾਈਡ ਕਰਨਾ, ਇਹ ਜਿਹੜਾ ਮੇਨ ਜਿਹੜਾ ਹੈਗਾ 2 ਪਾਰਟ ਹੁੰਦੇ ਨੇ ਦੇ। ਮੇਨ ਤਾਂ ਗੱਲ ਇਹ ਕਹੀ ਹੈ ਨੈਸੈਸਿਟੀ ਆਫ ਫਰੇਮਿੰਗ ਦਾ ਕਰੈਕਟ ਇਸ਼ੂ। ਲੋੜ ਹੈਗੀ ਹੈ ਸਭ ਤੋਂ ਵੱਡੀ ਗੱਲ ਕਾਹਦੀ, ਵੀ ਜਿਹੜਾ ਤੁਹਾਡਾ ਇਸ਼ੂ ਹੈ ਉਹ ਪ੍ਰੋਪਰ ਜਿਹੜਾ ਹੈਗਾ ਫਰੇਮ ਕੀਤਾ ਜਾਵੇ। ਕਿਉਂ ਫਰੇਮ ਪ੍ਰੋਪਰ ਕਿਵੇਂ ਹੋਏਗਾ, ਫਰੇਮ ਪ੍ਰੋਪਰ ਇਹ ਹੋਏਗਾ
ਜਦੋਂ ਤੱਕ ਜਿਹੜੀ ਕੋਰਟ ਹੈਗੀ ਹੈ ਉਹ ਪਲੇਂਟ ਨੂੰ ਨਹੀਂ ਪੜ੍ਹਦੀ, ਪਲੇਂਟ ਦੇ ਵਿੱਚ ਕੀ ਮੰਗਿਆ ਵਾਲੇ ਨੇ, ਡਿਫੈਂਡੈਂਟ ਨੇ ਰਿਟਨ ਸਟੇਟ ਦੇ ਵਿੱਚ ਕੀ ਡਿਨਾਈ ਕੀਤਾ, ਕੀ ਐਡਮਿਟ ਕੀਤਾ, ਠੀਕ ਹੈ। ਇਹਨਾਂ ਦੇ ਆਧਾਰ ਤੇ, ਪਲੇਂਟ ਦੇ ਆਧਾਰ ਤੇ ਰਿਟਨ ਸਟੇਟਮੈਂਟ ਦੇ ਆਧਾਰ ਤੇ ਹੀ ਜਿਹੜੇ ਹੈਗੇ ਨੇ ਇਸ਼ੂ ਫਰੇਮ ਕੀਤੇ ਜਾ ਸਕਦੇ ਨੇ। ਨੀਡ ਟੂ ਅਸਰਟੇਨ ਦਾ ਰੀਅਲ ਡਿਸਪਿਊਟ, ਜਦੋਂ ਤੱਕ ਸਾਨੂੰ ਅਸਲੀ ਡਿਸਪਿਊਟ ਦਾ ਨਹੀਂ ਪਤਾ ਲੱਗਦਾ, ਜਦੋਂ ਕੋਰਟ ਨੂੰ ਇਹ ਨਹੀਂ ਪਤਾ ਲੱਗਦਾ ਵੀ ਡਿਸਪਿਊਟ ਪਾਰਟੀਆਂ ਦਾ ਝਗੜਾ ਕੀ ਹੈ, ਪਾਰਟੀਆਂ ਇਕੱਠੀਆਂ ਹੋ ਕੇ ਆ ਗਈਆਂ 100 ਬੰਦਾ, 50 ਬੰਦਾ, 20 ਬੰਦੇ, 30 ਬੰਦੇ, ਕੋਰਟ ਨੂੰ ਇਹ ਨਹੀਂ ਪਤਾ ਵੀ ਇਹਨਾਂ ਦਾ ਝਗੜਾ ਹੈ ਕੀ ਹੈ, ਮੈਂ ਫੈਸਲਾ ਕੀ ਕਰਾਂਗਾ। ਜੇ ਝਗੜਾ ਪਤਾ ਲੱਗ ਜਾਏ, ਅਸਲੀ ਫੈਕਟ ਪਤਾ ਲੱਗ ਜਾਏ, ਅਸਲੀ ਡਿਸਪਿਊਟ ਕੀ ਹੈ ਤੇਰਾ ਦਾ, ਠੀਕ ਹੈ, ਤਦ ਹੀ ਤੁਸੀਂ ਜਿਹੜੇ ਰੀਅਲ ਹੈਗੇ ਨੇ ਇਸ਼ੂ ਨੇ ਫਰੇਮ ਕਰ ਸਕਦੇ ਹੋ। ਜਦੋਂ ਰੀਅਲ ਇਸ਼ੂ ਫਰੇਮ ਹੋ ਗਏ, ਉਹਦੇ ਆਧਾਰ ਤੇ ਜਿਹੜਾ ਡਿਸੀਜਨ ਹੈਗਾ ਤੁਸੀਂ ਪ੍ਰੋਪਰ ਦੇ ਸਕਦੇ ਹੋ। ਮਤਲਬ ਇਹਦੇ ਵਿੱਚ ਕੀ ਕਿਹਾ ਗਿਆ, ਇਹਦੇ ਵਿੱਚ ਇਹੀ ਕਿਹਾ ਗਿਆ ਰੂਲ 40 ਦੇ ਵਿੱਚ ਵੀ ਜਿਹੜੀ ਕੋਰਟ ਹੈਗੀ ਹੈ ਉਸ ਨੂੰ ਬੜੇ ਢੰਗ ਦੇ ਨਾਲ, ਬੜੇ ਤਰੀਕੇ ਦੇ ਨਾਲ, ਬੜੇ ਪ੍ਰੋਪਰ ਢੰਗ ਦੇ ਨਾਲ ਜਿਹੜਾ ਹੈਗੀ ਹੈ ਜਿਹੜੀ ਸਟੱਡੀ ਕੀਤੀ ਜਾਣੀ ਚਾਹੀਦੀ ਹੈ ਪਲੇਂਟ ਦੀ। ਜੀ ਪਲੇਂਟ ਦੀ ਸਟੱਡੀ 'ਚ ਪਲੇਂਟ ਨੇ ਕੀ ਮੰਗਿਆ, ਪਲੇਂਟਿਫ ਨੇ ਮੰਗਿਆ ਕੀ ਹੈ, ਫਿਰ ਰਿਟਨ ਸਟੇਟਮੈਂਟ ਦੀ, ਮਤਲਬ ਇਹਦੇ ਤੇ ਹੀ ਕਿਹਾ ਗਿਆ ਵੀ ਕੁਝ ਟਾਈਮ ਬੀਤ ਆਪਦਾ ਲਗਾ ਦਿਓ, ਕੁਝ ਘੰਟੇ ਲਗਾ ਦਿਓ ਤਾਂ ਕਿ ਤੁਹਾਡੇ ਫਿਰ ਜਿਹੜੇ ਦਿਨ ਵੇਸਟ ਨਾ ਹੋਣ, ਤੁਹਾਨੂੰ ਮਹੀਨਿਆਂ ਬੱਧੀ ਕੰਮ ਨਾ ਕਰਨਾ ਪਵੇ। ਤੁਸੀਂ 1 ਘੰਟਾ 2 ਘੰਟੇ ਜੇ ਤੁਸੀਂ ਆਪਦੀ ਪਲੇਨ ਦੇ ਉੱਪਰ ਤੇ ਰਿਟਨ ਸਟੇਟਮੈਂਟ ਦੇ ਉੱਪਰ ਵਰਕ ਕਰ ਲਓਗੇ, ਪੜ੍ਹ ਲਓਗੇ, ਠੀਕ ਹੈ, ਤਾਂ ਤੁਸੀਂ ਜਿਹੜਾ ਕੇਸ ਹੈਗਾ ਉਹਦੇ ਪ੍ਰੋਪਰ ਇਸ਼ੂ ਫਰੇਮ ਕਰਨ ਦੇ ਲਈ ਸਮਰੱਥ ਹੋਵੋਗੇ। ਪਰ ਕਈ ਵਾਰੀ ਕੀ ਹੁੰਦਾ ਹੈਗਾ, ਕਈ ਵਾਰੀ ਕੀ ਇਹ ਹੁੰਦਾ ਹੈਗਾ ਵੀ ਜਿਹੜਾ ਇਹ ਫਰੇਮਿੰਗ ਆਫ ਇਸ਼ੂ ਦਾ ਜਿਹੜਾ ਕੰਮ ਹੈਗਾ ਇਹ ਪਾਰਟੀਆਂ ਤੇ ਛੱਡ ਦਿੱਤਾ ਜਾਂਦਾ ਹੈ। ਪਾਰਟੀਆਂ ਦੇ ਜਿਹੜੇ ਲੀਗਲ ਐਡਵਾਈਜ਼ਰ ਹੁੰਦੇ ਨੇ, ਜਿਵੇਂ ਕਿ ਵਕੀਲ, ਪਲੀਡਰਸ ਹੁੰਦੇ ਨੇ, ਉਹਨਾਂ ਤੇ ਛੱਡ ਦਿੱਤਾ ਜਾਂਦਾ ਹੈ ਵੀ ਤੁਸੀਂ ਫਰੇਮ ਆਪ ਹੀ ਕਰ ਲਓ ਇਸ਼ੂ, ਜਿਹੜੇ ਕਰਨੇ ਨੇ ਦੱਸ ਦਿਓ, ਅਸੀਂ ਲਿਖ ਦਾਂਗੇ। ਪਰ ਨਹੀਂ, ਇਹ ਜਿਹੜੀ ਹੈਗੀ ਪ੍ਰੋਸੈਸ ਹੈਗਾ ਇਹ ਇਲੀਗਲ ਹੈਗਾ, ਠੀਕ ਹੈ। ਇਹਦੇ ਆਧਾਰ ਤੇ ਤਾਂ ਹਰ ਪਾਰਟੀ ਆਪਦੇ ਪੱਖ ਦੇ ਮੁਤਾਬਕ, ਆਪਣੀ ਮਰਜ਼ੀ ਦੇ ਮੁਤਾਬਕ ਜਿਹੜੇ ਇਸ਼ੂ ਹੈ ਉਹ ਫਰੇਮ ਕਰਵਾਉਂਦੀ ਹੈ। ਉਹਦੇ ਅਕੋਰਡਿੰਗ ਜਿਹੜਾ ਹੈਗਾ ਰੈਵਨਿਊ ਕੋਰਟ ਨੇ ਤਾਂ ਕਾਮਨ ਪੱਖ ਦੇਖਣਾ ਹੁੰਦਾ ਹੈ। ਕੋਰਟ ਜਿਹੜੀ ਵੀ ਹੈਗੀ ਹੈ, ਚਾਹੇ ਰੈਵਨਿਊ ਚਾਹੇ ਸਿਵਲ ਹੈ, ਉਹਨੇ ਕਾਮਨ ਪੱਖ ਦੇਖਣਾ ਹੁੰਦਾ, ਦੋਨੇ ਪਾਰਟੀਆਂ ਦਾ ਦੇਖਣਾ ਹੁੰਦਾ ਵੀ ਕਿਸੇ ਨਾਲ ਕੋਈ ਬੇਇਨਸਾਫੀ ਨਾ ਹੋਵੇ, ਜੇ ਪਾਰਟੀਆਂ ਦੇ ਨਾਲ ਇਨਸਾਫ ਹੋਵੇ। ਇਸ ਕਰਕੇ ਇਹ ਚੀਜ਼ ਨੂੰ ਦੇਖਦੇ ਹੋਏ ਜਿਹੜਾ ਹੈਗਾ ਇਸ਼ੂਜ਼ ਫਰੇਮ ਕੀਤੇ ਜਾਣੇ ਬਣਦੇ ਹੈਗੇ ਆ। ਜਿਵੇਂ ਕਿ ਪੰਜਾਬ ਟੈਨੈਂਸੀ ਐਕਟ ਹੈਗਾ, ਪੰਜਾਬ ਟੈਨੈਂਸੀ ਐਕਟ ਦੇ ਵਿੱਚ ਕੀ ਹੈ, ਆਮ ਤੌਰ ਤੇ ਡਿਸਪਿਊਟ ਕੀ ਹੁੰਦਾ, ਲੈਂਡਲੋਰਡ ਦਾ ਟੈਨੈਂਟ ਦਾ ਹੁੰਦਾ, ਕੀ ਫਸਲ ਬੀਜੀ ਕੀ ਨਹੀਂ ਬੀਜੀ, ਕਿੰਨੇ ਝਾੜ ਹੋਇਆ ਕਿੰਨਾ ਨਹੀਂ ਹੋਇਆ, ਠੀਕ ਹੈ। ਉਹਦੇ ਨਾਲ ਕੀ ਹੁੰਦਾ, ਸਪੋਰਟਿੰਗ ਡਾਕੂਮੈਂਟ ਲੱਗੇ ਹੁੰਦੇ ਨੇ, ਜਮਾਬੰਦੀ ਲੱਗੀ ਹੁੰਦੀ ਹੈ, ਗਰਦੌਰੀ ਲੱਗੀ ਹੁੰਦੀ ਹੈ, ਠੀਕ ਹੈ। ਜੇ ਜਮਾਬੰਦੀ ਗਰਦੌਰੀ ਵਗੈਰਾ ਨੂੰ ਪ੍ਰੋਪਰ ਪੜ੍ਹਿਆ ਜਾਵੇ, ਠੀਕ ਹੈ, ਤਦ ਹੀ ਜਿਹੜਾ ਹੈਗਾ ਜਿਹੜੀ ਕੋਰਟ ਹੈਗੀ ਹੈ ਉਹ ਪ੍ਰੋਪਰ ਇਸ਼ੂ ਫਰੇਮ ਕਰ ਸਕਦੀ ਹੈ। ਫਿਰ ਇਸ਼ੂ ਫਰੇਮ ਹੋ ਗਿਆ, ਇੱਕ ਪਾਰਟੀ ਡਿਨਾਈ ਕਰਦੀ ਹੈ, ਜਿਹੜੀ ਪਾਰਟੀ ਡਿਨਾਈ ਕਰਦੀ ਹੈ ਜਾਂ ਤਾਂ ਉਹਨੂੰ ਐਡਮਿਟ ਕਰਦੇ ਆ, ਠੀਕ ਹੈ। ਜੇ ਕੋਈ ਡਿਨਾਈ ਕਰਦੀ ਹੈ ਤਾਂ ਪ੍ਰੋਪਰ ਜਿਹੜਾ ਬਰਡਨ ਆਫ ਪ੍ਰੂਫ ਕਿਤੇ ਆ ਜਾਂਦਾ ਹੈ, ਜਿਹੜੀ ਪਾਰਟੀ ਡਿਨਾਈ ਕਰਦੀ ਹੈ ਉਹ ਤੇ ਬਰਡਨ ਆਫ ਪ੍ਰੂਫ ਆ ਜਾਂਦਾ ਹੈ, ਠੀਕ ਹੈ ਜੀ। ਬਰਡਨ ਆਫ ਪ੍ਰੂਫ ਕਿਹਦੇ ਤੇ ਆਉਂਦਾ ਹੈ, ਇਹ ਵੀ ਡਿਸਾਈਡ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਜਦੋਂ ਕੋਈ ਇਸ਼ੂ ਫਰੇਮ ਹੋ ਗਿਆ, ਕੋਰਟ ਨੇ ਇਸ਼ੂ ਫਰੇਮ ਕਰ ਦਿੱਤੇ, ਇਸ਼ੂ ਫਰੇਮ ਕਰਨ ਦੇ ਨਾਲ ਨਾਲ ਕੋਰਟ ਵੱਲੋਂ ਡਿਸਾਈਡ ਕੀਤਾ ਜਾਏਗਾ ਵੀ ਇਹ ਜਿਹੜਾ ਇਸ਼ੂ ਹੈ ਇਹਨੂੰ ਪ੍ਰੂਵ ਕਰਨ ਦੀ ਜਿਹੜੀ ਬਰਡਨ ਆਫ ਪ੍ਰੂਫ ਕਿਹੜੀ ਪਾਰਟੀ ਤੇ ਅਪਲਾਈ ਕਰਦਾ ਹੈਗਾ, ਕਿਹੜੀ ਪਾਰਟੀ ਨੇ ਜਿਹੜਾ ਇਹ ਜਿਹੜਾ ਇਸ਼ੂ ਹੈ ਸਾਬਤ ਕਰਨਾ ਹੈਗਾ, ਇਹਨੂੰ ਆਪਾਂ ਬਰਡਨ ਆਫ ਪ੍ਰੂਫ ਕਹਿੰਦੇ ਆ ਵੀ ਕਿਹੜੀ ਪਾਰਟੀ, ਏ ਪਾਰਟੀ ਜਾਂ ਬੀ ਪਾਰਟੀ, ਕੌਣ ਜ਼ਿੰਮੇਵਾਰ ਹੈ ਇਸ ਮਤਲਬ ਕਿ ਇਸ ਗੱਲ ਨੂੰ ਸਾਬਤ ਕਰਨ ਦੇ ਲਈ। ਇਹ ਵੀ ਨਾਲ ਜਿਹੜਾ ਹੈਗਾ ਇਹ ਕੋਰਟ ਵੱਲੋਂ ਜਦੋਂ ਇਸ਼ੂ ਫਰੇਮ ਕੀਤੇ ਜਾਂਦੇ ਨੇ ਉਦੋਂ ਜਿਹੜਾ ਹੈਗਾ ਬਰਡਨ ਆਫ ਪ੍ਰੂਫ ਪਾਰਟੀਆਂ ਦੇ ਉੱਪਰ ਆਇਆ ਜਾਂਦਾ ਹੈਗਾ ਵੀ ਕਿਹੜੀ ਪਾਰਟੀ ਨੇ ਡਿਸਾਈਡ ਕਰਨਾ ਹੈ। ਨੈਕਸਟ ਹੈਗਾ ਰੂਲ ਨੰਬਰ 41। ਰੂਲ 41 ਚ ਕੀ ਹੈ, ਮੇਨ foundation for the issues। ਇਹਦੇ ਵਿੱਚ ਕੀ ਹੈ, the main foundation for the issues to supply by the pleadings of the parties plaint written statement। ਮਤਲਬ ਫਾਊਂਡੇਸ਼ਨ ਕੀ ਹੈ, ਫਾਊਂਡੇਸ਼ਨ ਤਾਂ ਇੱਥੇ ਹੀ ਪਈ ਹੈ, ਇੱਕ ਐਪਲੀਕੇਸ਼ਨ ਹੈ, ਦੂਜੀ ਰਿਟਨ ਸਟੇਟਮੈਂਟ ਹੈ, ਠੀਕ ਹੈ। ਇਹ ਦੋਹਾਂ ਦੇ ਵਿੱਚ ਫਾਊਂਡੇਸ਼ਨ ਪਈ ਹੈ ਇਸ਼ੂਜ਼ ਦੀ, ਦੋਹਾਂ ਨੂੰ ਜੇ ਪੜ੍ਹਿਆ ਜਾਊਗਾ ਤਾਂ ਤੁਸੀਂ ਇਸ਼ੂ ਪ੍ਰੋਪਰ ਫਰੇਮ ਕਰ ਪਾਓਗੇ, ਨਹੀਂ ਤੁਸੀਂ ਪ੍ਰੋਪਰ ਇਸ਼ੂ ਫਰੇਮ ਨਹੀਂ ਕਰ ਪਾਉਂਦੇ ਹੈਗੇ। then ਹੈਗਾ ਰੂਲ 42 ਚ ਕੀ ਹੈ, ਪ੍ਰੋਸੀਜਰ ਇਨ ਫਰੇਮਿੰਗ ਦਾ ਇਸ਼ੂ। ਪ੍ਰੋਸੀਜਰ ਕੀ ਹੈਗਾ, ਪ੍ਰੋਸੀਜਰ ਇਹੀ ਹੈ, ਫਰੇਮਿੰਗ ਇਸ਼ੂ ਫਰੇਮ ਕਿਵੇਂ ਕਰੇ ਜਾਂਦੇ ਨੇ। ਇੱਕ ਪਾਰਟੀ ਨੇ ਕੋਈ ਗੱਲ ਕਹੀ, ਦੂਜੀ ਪਾਰਟੀ ਨੇ ਉਹਨੂੰ ਡਿਨਾਈ ਕਰਤੀ, ਠੀਕ ਹੈ, ਇਸ਼ੂ ਫਰੇਮ ਹੋ ਗਿਆ।
ਇਹ ਜਿਹੜਾ ਹੈਗਾ ਰਿਟਨ ਸਟੇਟਮੈਂਟ ਤੇ ਪਲੀਡਿੰਗ। ਠੀਕ ਹੈ ਜੀ। ਕੋਈ ਐਲੀਗੇਸ਼ਨ ਇੱਕ ਪਾਰਟੀ ਨੇ ਲਗਾਇਆ, ਦੂਜੀ ਪਾਰਟੀ ਨੇ ਡਿਨਾਈ ਕੀਤਾ, ਇਹ ਇਸ਼ੂ ਬਣ ਜਾਂਦੇ ਆ। ਨੈਕਸਟ ਆ ਗਿਆ ਰੂਲ ਨੰਬਰ 43, ਆਰਡਰ 10 ਰੂਲ 2 CPC। ਇਹ ਕੀ ਕਹਿੰਦਾ ਜੀ? ਆਰਡਰ 10 ਰੂਲ 2 CPC ਕੀ ਕਹਿੰਦਾ? ਇੰਪਾਵਰਸ ਦ ਕੋਰਟ ਟੂ ਐਗਜ਼ਾਮਿਨ ਐਨੀ ਪਾਰਟੀ। ਜਦੋਂ ਕੋਈ ਇਸ਼ੂ ਫਰੇਮ ਕਰਦੇ ਨੇ, ਇਹ ਕਹਿੰਦੇ ਵੀ ਆਰਡਰ 10 ਦੇ ਵਿੱਚ ਤੇ ਰੂਲ 2 CPC ਕੀ ਕਹਿੰਦੀ ਹੈ ਵੀ ਜਦੋਂ ਰੈਵਨਿਊ ਕੋਰਟ ਨੂੰ ਜਾਂ ਕੋਰਟ ਨੂੰ ਕਿਸੇ ਨੂੰ ਵੀ ਪਤਾ ਨਾ ਲੱਗੇ ਵੀ ਇਸ਼ੂ ਬਣਦਾ ਕੀ ਹੈਗਾ, ਤਾਂ ਤੁਸੀਂ ਜਿਹੜੀ ਹੈਗੀ ਪਾਰਟੀਆਂ ਨੂੰ ਐਗਜ਼ਾਮਿਨ ਵੀ ਕਰ ਸਕਦੇ ਹੋ, ਪਰਸਨਲੀ ਐਗਜ਼ਾਮਿਨ ਕਰ ਸਕਦੇ ਹੋ, ਪਾਰਟੀਆਂ ਨੂੰ ਐਗਜ਼ਾਮਿਨ ਕਰ ਸਕਦੇ ਹੋ, ਜਾਂ ਉਹਦਾ ਕੋਈ ਏਜੰਟ ਹੈ ਉਹਨੂੰ ਵੀ ਐਗਜ਼ਾਮਿਨ ਕਰ ਸਕਦੇ ਹੋ, ਜਾਂ ਕੋਈ ਉਹਦਾ ਪਲੇਟਰ ਹੈਗਾ ਜਿਹੜਾ ਕੇਸ ਨੂੰ ਪਲੀਡ ਕਰ ਰਿਹਾ ਹੈਗਾ ਉਹਨੂੰ ਵੀ ਐਗਜ਼ਾਮਿਨ ਕਰ ਸਕਦੇ ਹੋ, ਜਾਂ ਦੂਜੀ ਪਾਰਟੀ ਨੂੰ ਵੀ ਐਗਜ਼ਾਮਿਨ ਕਰ ਸਕਦੇ ਹੋ। ਜਿਹੜੀ ਡਿਫੈਂਡੈਂਟ ਪਾਰਟੀ ਹੈ, ਡਿਫੈਂਡੈਂਟ ਪਾਰਟੀ ਵੱਲੋਂ ਕੋਈ ਪੇਸ਼ ਹੋ ਰਿਹਾ, ਕੋਈ ਕੇਸ ਦੀ ਪੈਰਵਾਈ ਕਰ ਰਿਹਾ, ਉਹਦੇ ਵਕੀਲ ਹੈਗਾ, ਉਹਨੂੰ ਵੀ ਐਗਜ਼ਾਮਿਨ ਕਰ ਸਕਦੇ ਹੋ। ਜਦੋਂ ਤੁਸੀਂ ਇੱਕ ਪਾਰਟੀ ਨੇ ਮਤਲਬ ਮੇਨ ਇਹ ਹੁੰਦਾ ਹੈ ਵੀ ਪਹਿਲੀ ਪਾਰਟੀ ਨੂੰ ਪਹਿਲਾਂ ਐਗਜ਼ਾਮਿਨ ਕਰੋ, ਉਹ ਪਾਰਟੀ ਕੀ ਕਹਿੰਦੀ ਹੈ, ਫਿਰ ਦੈਨ ਦੂਜੀ ਪਾਰਟੀ ਨੂੰ ਐਗਜ਼ਾਮਿਨ ਕਰੋ ਉਹ ਕੀ ਕਹਿੰਦੀ ਹੈ। ਇੱਥੋਂ ਇਸ਼ੂ ਫਰੇਮ ਹੋ ਜਾਂਦਾ ਹੈਗਾ ਤੁਹਾਡਾ। ਉਹਨੇ ਕਿਹਾ ਇਹ ਗੱਲ ਸਾਡਾ ਐਗਰੀਮੈਂਟ ਹੋਇਆ ਸੀਗਾ, ਦੂਜੀ ਪਾਰਟੀ ਕਹਿੰਦੀ ਐਗਰੀਮੈਂਟ ਨਹੀਂ ਹੋਇਆ ਸੀਗਾ, ਇਸ਼ੂ ਫਰੇਮ ਹੋ ਗਿਆ ਵੈਦਰ ਐਗਰੀਮੈਂਟ ਹੈਜ਼ ਬੀਨ ਡਨ অর ਨਾਟ। ਠੀਕ ਹੈ, ਦਿਸ ਇਜ਼ ਦਾ ਇਸ਼ੂ ਇਨ ਦਾ ਕੇਸ। ਜੇ ਐਗਰੀਮੈਂਟ ਹੀ ਨਹੀਂ ਹੋਇਆ, ਇੱਕ ਪਾਰਟੀ ਕਹਿੰਦੀ ਹੋਇਆ, ਦੂਜੀ ਪਾਰਟੀ ਕਹਿੰਦੀ ਨਹੀਂ ਹੋਇਆ ਹੈਗਾ, ਇਹ ਤੁਹਾਡਾ ਇਸ਼ੂ ਫਰੇਮ ਹੋ ਗਿਆ। ਮਤਲਬ ਇੱਦਾਂ ਇਸ਼ੂ ਜਿਹੜੇ ਹੈਗੇ ਨੇ ਇਹ ਕੋਰਟ ਕੋਲੇ ਪਾਵਰ ਹੈਗੀ ਹੈ। ਇਹਦੇ ਵਿੱਚ ਦੱਸਿਆ ਗਿਆ ਹੈਗਾ ਰੂਲ 43 ਦੇ ਵਿੱਚ ਵੀ ਜਿਹੜੀ ਕੋਰਟ ਹੈਗੀ ਹੈ ਉਹ ਮਤਲਬ ਕਿ ਐਗਜ਼ਾਮਿਨ ਕਰੇਗੀ ਪਾਰਟੀਆਂ ਨੂੰ। ਜਦੋਂ ਕਿਤੇ ਕੋਰਟ ਨੂੰ ਲੱਗੇ ਵੀ ਮੈਨੂੰ ਇਸ਼ੂ ਫਰੇਮ ਕਰਨ ਦੇ ਵਿੱਚ ਕੋਈ ਦਿੱਕਤ ਪੇਸ਼ ਆ ਰਹੀ ਹੈ, ਤਾਂ ਪਾਰਟੀਆਂ ਦੀ ਪਰਸਨਲ ਐਗਜ਼ਾਮੀਨੇਸ਼ਨ ਦੇ ਬੇਸ ਤੇ ਵੀ ਜਿਹੜੇ ਹੈਗੇ ਨੇ ਇਸ਼ੂ ਫਰੇਮ ਕਰਨ ਦੇ ਵਿੱਚ ਹੈਲਪ ਹੋ ਜਾਂਦੀ ਹੈ। ਦੈਨ ਰੂਲ 44 ਹੈ। 44 ਚ ਕੀ ਹੈ ਜੀ? ਦ ਸੇਮ ਇਨ ਦ ਐਗਜ਼ਾਮਿਨਿੰਗ ਦ ਪਾਰਟੀਜ਼ ਔਰ ਪਲੀਡਰਸ ਐਕੂਰੇਟ ਸਟੇਟਮੈਂਟ। ਇੱਥੇ ਇਹੀ ਕਿਹਾ ਵੀ ਜਦੋਂ ਪਾਰਟੀ ਦੀ ਸਟੇਟਮੈਂਟ ਲਈ ਜਾ ਸਕਦੀ ਹੈ, ਪਾਰਟੀ ਦੀ ਜਿਹੜੀ ਸਟੇਟਮੈਂਟ ਹੈ ਉਹ ਮਤਲਬ ਕਿ ਵੇਗ ਵਗੈਰਾ ਨਹੀਂ ਹੋਣੀ ਚਾਹੀਦੀ। ਜੇ ਲੱਗਦਾ ਕੋਰਟ ਨੂੰ ਲੱਗਦਾ ਵੀ ਇਹ ਜਿਹੜੀ ਸਟੇਟਮੈਂਟ ਦਿੱਤੀ ਜਾ ਰਹੀ ਗਲਤ ਦਿੱਤੀ ਜਾ ਰਹੀ ਹੈ, ਤਾਂ ਸੂਟ ਬਾਰਡ ਹੈ। ਜੇ ਕੋਈ ਪਾਰਟੀ ਕਹਿੰਦੇ ਜਿਹੜਾ ਸੂਟ ਤਾਂ ਬਾਹਰ ਹੈ ਜੀ, ਇਹ ਸੂਟ ਤਾਂ ਫਾਈਲ ਨਹੀਂ ਕੀਤਾ ਜਾ ਸਕਦਾ, ਲਿਮਿਟੇਸ਼ਨ ਬਾਹਰ ਹੈ, ਫਰਾਡ ਹੈ, ਕਲੂਜ਼ਨ ਹੈ, ਸਟੋਪਲ ਹੈ, ਮਿਸਜੁਆਇੰਟਰ ਹੈ। ਠੀਕ ਹੈ, ਤਾਂ ਜਿਹੜੇ ਉਹਦੇ ਸਾਰੇ ਹੈਗੇ ਨੇ ਉਹ ਇੱਦਾਂ ਜਵਾਨੀ ਕਹਿਣ ਨਾਲ ਨਹੀਂ ਸਰਦਾ, ਉਹਦੇ ਜਿਹੜੇ ਪ੍ਰੂਫ ਹੈਗੇ ਆ ਉਹ ਦੇਖੇ ਜਾਣਗੇ, ਉਹਦੇ ਬੇਸਿਸ ਤੇ ਹੀ ਜਿਹੜੇ ਹੈਗੇ ਆ ਇਸ਼ੂ ਫਰੇਮ ਕੀਤੇ ਜਾਂਦੇ ਨੇ। ਜੇ ਹੁਣ ਲੱਗਦਾ ਹੈ ਕੋਰਟ ਨੂੰ ਵੀ ਜਿਹਨੇ ਪਾਰਟੀਆਂ ਨੇ ਜਿਹੜੀ ਦਿੱਤੀ ਹੈ ਰਿਟਨ ਸਟੇਟਮੈਂਟ ਦਿੱਤੀ ਹੈ, ਠੀਕ ਹੈ, ਉਹ ਪਾਰਟੀਆਂ ਕਹਿਤਾ ਜਵਾਨੀ ਕੁਛ ਰਹੀਆਂ ਨੇ, ਪਰ ਰਿਟਨ ਸਟੇਟਮੈਂਟ 'ਚ ਕੁਛ ਹੋਰ ਲਿਖਿਆ ਹੋਇਆ ਹੈਗਾ, ਮਤਲਬ ਨੀਡਸ ਟੂ ਅਮੈਂਡ ਦਾ ਰਿਟਨ ਸਟੇਟਮੈਂਟ। ਲੱਗਦਾ ਪਾਰਟੀ ਨੂੰ ਖੁਦ ਨੂੰ ਵੀ ਪਤਾ ਲੱਗ ਗਿਆ ਵੀ ਸਾਡੇ ਤੋਂ ਹਾਂ ਰਿਟਨ ਸਟੇਟਮੈਂਟ ਸਾਡੇ ਤੋਂ ਆਹ ਗੱਲ ਛੁੱਟ ਗਈ, ਲਿਖਣ ਤੋਂ ਰਹਿ ਗਈ। ਪਾਰਟੀਆਂ ਜਵਾਨੀ ਤੌਰ ਤੇ ਪਰਸਨਲ ਅਪੀਅਰ ਹੋ ਕੇ ਜਦੋਂ ਪਾਰਟੀ ਨੂੰ ਕੁਐਸਚਨ ਪੁੱਛੇ ਜਾਂਦੇ ਨੇ, ਠੀਕ ਹੈ, ਕੋਰਟ ਵੱਲੋਂ, ਤਾਂ ਪਾਰਟੀ ਕੁਝ ਹੋਰ ਕਹਿੰਦੀਆਂ ਨੇ, ਤਾਂ ਜਿਹੜਾ ਹੈਗਾ ਰੈਵਨਿਊ ਜਿਹੜੀ ਕੋਰਟ ਹੈਗੀ ਹੈ, ਕੋਰਟ ਵੱਲੋਂ ਜਿਹੜੀ ਰਿਟਨ ਸਟੇਟਮੈਂਟ ਹੈਗੀ ਹੈ, ਤਾਂ ਉਹਦੇ ਵਿੱਚ ਰਿਟਨ ਸਟੇਟਮੈਂਟ ਹੋਵੇ ਜੇ ਪਲੇਂਟ ਹੋਵੇ, ਉਹਦੇ ਵਿੱਚ ਅਮੈਂਡਮੈਂਟ ਕਰਨ ਦੇ ਲਈ ਵੀ ਜਿਹੜਾ ਹੈਗਾ ਆਰਡਰ ਕੀਤਾ ਜਾ ਸਕਦਾ ਹੈਗਾ। ਇਹ ਰੂਲ 45 ਦੇ ਵਿੱਚ ਲਿਖਿਆ ਅਮੈਂਡਮੈਂਟ ਆਫ ਦਾ ਪਲੀਡਿੰਗਸ। ਠੀਕ ਹੈ, ਪਲੀਡਿੰਗ ਦੇ ਦੌਰਾਨ ਜੇ ਕੋਈ ਗੱਲ ਸਾਹਮਣੇ ਆ ਜਾਂਦੀ ਹੈ ਕੋਰਟ ਦੇ ਐਪਲੀਕੈਂਟ ਨੇ ਜਾਂ ਰਿਟਨ ਸਟੇਟਮੈਂਟ ਦੇ ਵਿੱਚ ਡਿਫੈਂਡੈਂਟ ਵੱਲੋਂ ਕੋਈ ਗੱਲ ਆਪਣੀ ਕਹਿਣ ਤੋਂ ਰਹਿ ਗਈ ਹੈਗੀ ਹੈ, ਪਰ ਉਹ ਕਹਿ ਰਿਹਾ ਹੈਗਾ, ਤਾਂ ਉਹਦੇ ਵਿੱਚ ਜੇ ਕੋਰਟ ਨੂੰ ਲੱਗਦਾ ਠੀਕ ਹੈਗਾ, ਦੈਨ ਕੋਰਟ ਜਿਹੜੀ ਹੈਗੀ ਹੈ ਉਹਦੀ ਪਰਮਿਸ਼ਨ ਦੇ ਸਕਦੀ ਹੈ, ਆਰਡਰ ਕਰ ਸਕਦੀ ਹੈ ਵੀ ਰਿਟਨ ਸਟੇਟਮੈਂਟ ਜਿਹੜੀ ਅਮੈਂਡਡ ਪੇਸ਼ ਕੀਤੀ ਜਾ ਸਕਦੀ ਹੈ। ਰੂਲ 46 ਐਡਮਿਸ਼ਨਸ ਇਨਸਪੈਕਸ਼ਨਸ ਨਾਟ ਇੰਪੋਰਟੈਂਟ। ਡਰਾਇੰਗ ਇਸ਼ੂਜ਼, ਇਸ਼ੂ ਕਿਵੇਂ ਡਰਾ ਕਰਨੇ ਹੈਗੇ ਆ 47। ਇਹਦੇ ਵਿੱਚ ਵੀ ਕਿਹਾ ਜੀ ਜਦੋਂ ਪਾਰਟੀਆਂ ਨੂੰ ਐਗਜ਼ਾਮਿਨ ਕਰ ਲਿਆ, ਐਗਜ਼ਾਮਿਨ ਕਰਨ ਤੋਂ ਬਾਅਦ ਆਰਡਰ ਜਿਹੜਾ 10 ਹੈਗਾ ਰੂਲ 2 ਹੈਗਾ ਐਡਮਿਸ਼ਨਸ ਆਫ ਦਾ ਫੈਕਟਸ ਆਫ ਦਾ ਡਾਕੂਮੈਂਟਸ ਅੰਡਰ ਆਰਡਰ 12 ਕੋਰਟ ਇਟ ਵਿਲ ਬੀ ਇਨ ਏ position to frame the correctly issue upon the points actually in dispute between the parties. Each issue should state in interrogative form one point in dispute. Every issue should form a single question. मतलब ਜਿਹੜਾ issue हैगा, ठीक है,
ਇੱਕ ਪੁਆਇੰਟ ਨੂੰ ਲੈ ਕੇ, ਇੱਕ ਇਸ਼ੂ ਨੂੰ ਲੈ ਕੇ ਜਿਹੜਾ ਮਤਲਬ ਕਿ ਜਿਹੜਾ ਇਸ਼ੂ ਹੈ ਫਰੇਮ ਹੁੰਦਾ ਹੈਗਾ। ਇੱਕ ਇਸ਼ੂ ਦੇ ਵਿੱਚ ਅਲੱਗ-ਅਲੱਗ ਮਤਲਬ ਕਿ ਗੱਲਾਂ ਨਹੀਂ ਕਰੀਆਂ ਜਾ ਸਕਦੀਆਂ। ਇੱਕ ਪੁਆਇੰਟ ਨੂੰ ਲੈ ਕੇ ਜਿਹੜਾ ਇਸ਼ੂ ਹੈ ਫਰੇਮ ਹੁੰਦਾ ਹੈ, ਉਸ ਦਾ ਡਿਸੀਜਨ ਹੁੰਦਾ ਹੈ, ਠੀਕ ਹੈ। ਤੇ ਇੱਕੋ ਇਸ਼ੂ ਦੇ ਵਿੱਚ ਤੁਸੀਂ 3 4 5 ਜਿਹੜੇ ਫੈਕਟਸ ਹੈਗੇ ਨੇ ਉਹ ਨਹੀਂ ਲਿਖ ਸਕਦੇ ਹੈਗੇ। ਇੱਕ ਇਸ਼ੂ ਇੱਕ ਪੁਆਇੰਟ ਆਫ ਪਾਰਟਿਕੂਲਰ ਪੁਆਇੰਟ ਨੂੰ ਲੈ ਕੇ ਬਣਾਇਆ ਜਾਂਦਾ ਹੈ, ਉਹਦੇ ਤੇ ਹੀ ਡਿਸੀਜਨ ਹੁੰਦਾ ਹੈ, ਉਹਦੇ ਤੇ ਬਰਡਨ ਆਫ ਪ੍ਰੂਫ ਲਾਈ ਕਰਦਾ ਹੈ ਕਿਹੜੀ ਪਾਰਟੀ ਨੇ ਉਸ ਨੂੰ ਪ੍ਰੂਵ ਕਰਨਾ ਹੈਗਾ। ਦੈਨ 48 ਚ ਬਰਡਨ ਆਫ ਪ੍ਰੂਫ, ਇਹ ਸੈਕਸ਼ਨ ਜੀ ਆ ਜਾਂਦਾ, ਡਾਕੂਮੈਂਟਰੀ ਐਵੀਡੈਂਸ ਬਰਡਨ ਆਫ ਪ੍ਰੂਫ। ਬਰਡਨ ਆਫ ਪ੍ਰੂਫ ਲਾਈਜ਼ ਕਿਹਦੇ ਤੇ ਕਰਦਾ ਹੈ? 48 ਹੈ, ਜਿਹਦੇ ਤੇ ਕੋਰਟ ਵੱਲੋਂ ਜਦੋਂ ਇਸ਼ੂ ਫਰੇਮ ਕੀਤੇ ਜਾਂਦੇ ਨੇ ਉਸ ਵੇਲੇ ਹੀ ਡਿਸਾਈਡ ਕੀਤਾ ਜਾਂਦਾ ਵੀ ਕਿਹੜੀ ਪਾਰਟੀ ਇਹ ਜਿਹੜਾ ਹੈਗਾ ਇਸ਼ੂ ਹੈ ਇਹਨੂੰ ਪ੍ਰੂਵ ਕਰਨ ਦੇ ਵਿੱਚ ਜਿਹੜੀ ਬਰਡਨ ਆਫ ਪ੍ਰੂਫ ਕਿਹਦੇ ਤੇ ਕੋਈ ਫੈਕਟ ਹੈਗਾ। ਇੱਕ ਪਾਰਟੀ ਕਹਿੰਦੀ ਹੈ, ਦੂਜੀ ਡਿਨਾਈ ਕਰਦੀ ਹੈ, ਠੀਕ ਹੈ। ਕਿਹਨੇ ਡਿਸਾਈਡ ਕਰਨਾ ਹੈ ਜਾਂ ਕਿਹਨੇ ਪ੍ਰੂਵ ਕਰਨਾ ਹੈ, ਇਹ ਕੋਰਟ ਵੱਲੋਂ ਡਿਸਾਈਡ ਕੀਤਾ ਜਾਏਗਾ। ਕੋਰਟ ਵੱਲੋਂ ਹਰ ਜਿਹੜਾ ਹੈਗਾ ਇਸ਼ੂ ਹੈਗਾ ਬਰਡਨ ਆਫ ਪ੍ਰੂਫ ਕਿਹੜੇ ਫੈਕਟ ਨੂੰ ਕਿਹੜੀ ਪਾਰਟੀ ਨੇ ਜਿਹੜਾ ਪ੍ਰੂਵ ਕਰਨਾ ਹੈ, ਇਹ ਕੋਰਟ ਵੱਲੋਂ ਡਿਸਾਈਡ ਕੀਤਾ ਜਾਵੇਗਾ, A ਜਾਂ B ਪਾਰਟੀ ਵੱਲੋਂ। Then I the main provisions with regard to the production of the documents. 49 documentary evidence है जी। main provisions with regard to the production of the documents, the main provisions of code with regard to the production of the documents by the parties are as follows according to rule order 7 ਦਾ ਜਿਹੜਾ rule 14 ਹੈਗਾ ਜੀ CPC। ਜਦੋਂ ਕੋਈ ਪਲੈਂਟਿਫ ਦਾਵਾ ਦਾਇਰ ਕਰਦਾ ਹੈ ਡਾਕੂਮੈਂਟਸ ਇਨ ਹਿਸ ਪੋਜੈਸ਼ਨ, ਜਿਹੜੇ ਵੀ ਉਹਦੇ ਕੋਈ ਕਬਜ਼ੇ ਦੇ ਵਿੱਚ ਕੋਈ ਡਾਕੂਮੈਂਟ ਹੈਗੇ ਨੇ, ਠੀਕ ਹੈ, ਉਹ ਜਿਹੜੇ ਡਾਕੂਮੈਂਟ ਹੈ ਉਹਦੇ ਨਾਲ ਲਗਾਏਗਾ। ਜਾਂ ਜਿਹੜੇ ਡਾਕੂਮੈਂਟ ਆਪਦੇ ਕੋਲੇ ਨਹੀਂ ਹੈਗੇ ਤਾਂ ਉਹ ਦੱਸੇਗਾ ਆਪਦੇ ਦਾਅਵੇ ਦੇ ਵਿੱਚ ਵੀ ਇਹ ਜਿਹੜੇ ਕਿਹਦੇ ਕਬਜ਼ੇ ਦੇ ਵਿੱਚ ਹੈਗੇ ਨੇ। ਜਿਵੇਂ ਕੋਈ ਵਿਲ ਦੀ ਗੱਲ ਕਰ ਲਈਏ, ਠੀਕ ਹੈ, ਜੇ ਕੋਈ ਅਸਲ ਰਜਿਸਟਰੀ ਦੀ ਗੱਲ ਕਰ ਲਈਏ ਤਾਂ ਜੇਕਰ ਪਲੈਂਟਿਫ ਦੇ ਦਾਅਵੇ ਦੇ ਕਬਜ਼ੇ ਦੇ ਵਿੱਚ ਹੈਗੀ ਹੈ ਤਾਂ ਪਲੈਂਟਿਫ ਜਿਹੜਾ ਹੈਗਾ ਉਹ ਆਪਦਾ ਕੋਡ ਕਰੇਗਾ ਤੇ ਨਾਲ ਦਾਅਵੇ ਦੇ ਨਾਲ ਲਗਾਏਗਾ। ਜੇਕਰ ਦੂਜੀ ਪਾਰਟੀ ਦੇ ਕਬਜ਼ੇ ਵਿੱਚ ਹੈਗੀ ਹੈ ਤਾਂ ਉਹ ਉੱਥੇ ਰਿਕੁਐਸਟ ਕਰੇ ਕੋਰਟ ਨੂੰ ਵੀ ਦੂਜੀ ਪਾਰਟੀ ਨੂੰ ਮਤਲਬ ਕਿ ਆਰਡਰ ਕੀਤਾ ਜਾਵੇ, ਡਾਇਰੈਕਸ਼ਨ ਦਿੱਤੀ ਜਾਵੇ ਵੀ ਉਹ ਜਿਹੜਾ ਇਹ ਡਾਕੂਮੈਂਟ ਹੈਗਾ ਕੋਰਟ ਦੇ ਵਿੱਚ ਪ੍ਰੋਡਿਊਸ ਕਰੇ। ਜਿਹੜੀ ਦੇਖੋ ਇੱਕ ਹੁੰਦੀ ਹੈ ਡਾਕੂਮੈਂਟਰੀ ਐਵੀਡੈਂਸ, ਇੱਕ ਹੋ ਜਾਂਦੀ ਹੈ ਓਰਲ ਐਵੀਡੈਂਸ। ਜਿਵੇਂ ਕਿ ਜਦੋਂ ਕੇਸ ਸਟਾਰਟ ਹੁੰਦਾ ਹੈਗਾ, ਇਸ਼ੂ ਫਰੇਮ ਹੁੰਦੇ ਨੇ, ਉਸ ਤੋਂ ਪਹਿਲਾਂ ਜਿਹੜੀ ਹੈਗੀ ਸਭ ਤੋਂ ਪਹਿਲਾਂ ਜਿਹੜੀ ਹੀਅਰਿੰਗ ਦੇ ਵਿੱਚ ਕੀ ਹੁੰਦਾ ਹੈ, ਡਾਕੂਮੈਂਟਰੀ ਜਿਹੜੀ ਐਵੀਡੈਂਸ ਹੈ ਉਹ ਪਾਰਟੀਆਂ ਵੱਲੋਂ ਪ੍ਰੂਵ ਕੀਤੀ ਜਾਂਦੀ ਹੈ। ਇੱਕ ਪਾਰਟੀ ਨੇ ਡਾਕੂਮੈਂਟ ਪੇਸ਼ ਕਰਨੇ ਨੇ, ਦੂਜੀ ਨੇ ਆਪਦੇ ਡਾਕੂਮੈਂਟ ਪੇਸ਼ ਕਰਨੇ ਨੇ, ਠੀਕ ਹੈ। ਜਿਹੜੀ ਓਰਲ ਐਵੀਡੈਂਸ ਹੈ ਜਿਹਨੂੰ ਆਪਾਂ ਵਿਟਨੈਸ ਕਹਿ ਦਿੰਦੇ ਹਾਂ, ਜਿਹੜੀਆਂ ਗਵਾਹੀਆਂ ਹੁੰਦੀਆਂ ਨੇ ਉਹਨੂੰ ਆਪਾਂ ਓਰਲ ਐਵੀਡੈਂਸ ਕਹਿੰਦੇ ਹਾਂ, ਉਹ ਬਾਅਦ ਦੇ ਵਿੱਚ ਹੁੰਦੀ ਹੈ। ਪਹਿਲਾਂ ਡਾਕੂਮੈਂਟਰੀ ਜਿਹੜੀ ਐਵੀਡੈਂਸ ਹੈ ਇਹ ਸਾਰੀ ਦਿੱਤੀ ਜਾਂਦੀ ਹੈ ਕੋਰਟ ਦੇ ਵਿੱਚ। ਰੂਲ 50 ਹੈ ਲਿਸਟ ਆਫ ਦਾ ਡਾਕੂਮੈਂਟਸ ਮਸਟ ਬੀ ਫਾਈਲਡ। ਇਹ ਕਿਹਾ ਹੋਇਆ ਵੀ ਜਿਹੜੇ ਡਾਕੂਮੈਂਟ ਕਿਸੇ ਪਾਰਟੀ ਨੇ ਉਹਦੇ ਨਾਲ ਲਗਾਏ ਹੈਗੇ ਆ, ਉਹਦੀ ਜਿਹੜੀ ਲਿਸਟ ਹੈਗੀ ਆ ਉਹ ਸਾਰੀ ਨਾਲ ਲਗਾਈ ਜਾਂਦੀ ਹੈ। ਇਹਦੇ ਨਾਲ ਜਿਹੜਾ ਅੱਜ ਦਾ ਜਿਹੜਾ ਲੈਕਚਰ ਹੈਗਾ ਜੀ ਆਪਾਂ ਇੱਥੇ ਸਟੈਂਡਿੰਗ ਆਰਡਰ ਦਾ ਖਤਮ ਕਰਾਂਗੇ, ਠੀਕ ਹੈ। ਨੈਕਸਟ ਕਲਾਸ ਸਟਾਰਟ ਕਰਦੇ ਹਾਂ। ਹੈਲੋ ਹਾਂਜੀ ਸਰ, ਇੱਕ ਕੁਐਸਚਨ ਸੀਗਾ ਜੀ। ਜੀ